ਜਿੱਥੇ ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਹੋਣਾ ਕਿ ਮੇਰੇ ਆਪਣੇ ਪ੍ਰੋਫਾਈਲ ਤੇ ਨਾਲ ਰੇਡੀਓ ਸਪਾਈਸ ਫੇਸਬੁੱਕ ਪੇਜ ਉੱਤੇ ਅਸੀਂ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਦੇ ਵਿੱਚ, ਲੇਕਿਨ ਉਹ ਚਰਚਾ ਜਿਹੜੀ ਬੰਦ ਕਮਰਿਆਂ ਦੇ ਵਿੱਚ ਹੁੰਦੀ ਹੈ ਉਹਨੂੰ ਬੰਦ ਕਮਰਿਆਂ ਚੋਂ ਕੱਢ ਕੇ ਪਬਲਿਕ ਫੋਰਮ ਦੇ ਵਿੱਚ ਲਿਆਉਣਾ ਵੀ ਮੀਡੀਆ ਦੀ ਇੱਕ ਲਾਜ਼ਮੀ ਜ਼ਿੰਮੇਵਾਰੀ ਬਣਦੀ ਹੈ। ਸੋ ਜਿੱਥੇ ਅਸੀਂ ਗੱਲਾਂ ਕਰਦੇ ਹਾਂ ਨਿਊਜ਼ੀਲੈਂਡ ਦੀ ਇਕਨੋਮੀ ਦੀਆਂ, ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਦੇਖੋ ਜੀ ਹੁਣ ਜਿਹੜਾ ਓਮਿਕਰੋਨ ਨੂੰ ਲੈ ਕੇ ਰੈੱਡ ਲਾਈਟ ਸਿਸਟਮ ਜਾਰੀ ਕੀਤਾ ਗਿਆ, ਇਹਨੂੰ ਲੈ ਕੇ ਬਹੁਤ ਸਾਰੇ ਸੰਸ਼ੇ ਪਹਿਲਾਂ ਤੋਂ ਹੀ ਲੋਕਾਂ ਦੇ ਮਨਾਂ ਵਿੱਚ ਸਨ। ਇਸ ਤੋਂ ਇਲਾਵਾ ਇੱਕ ਵੱਡਾ ਸੰਸਾ ਜਿਹੜਾ ਸਾਰਿਆਂ ਦੇ ਮਨਾਂ ਵਿੱਚ ਹੈ, ਚਾਹੇ ਕਿਸਾਨ ਹੈ, ਚਾਹੇ ਰੀਟੇਲ ਇੰਡਸਟਰੀ ਨਾਲ ਜੁੜਿਆ ਸੱਜਣ ਹੈ, ਚਾਹੇ ਨਵੇਂ ਮਾਈਗ੍ਰੈਂਟਸ ਜਿਹੜੇ ਵਨ ਆਫ ਰੈਜ਼ੀਡੈਂਟ ਵੀਜ਼ੇ ਦੇ ਵਿੱਚ ਪੱਕੇ ਹੋ ਰਹੇ ਨੇ, ਔਰ ਹਰੇਕ ਦੇ ਮਨ ਦੇ ਵਿੱਚ ਇਹ ਸੰਸਾ ਜੁੜਿਆ ਹੋਇਆ ਹੈ ਕਿ ਮੁਲਕ ਦੀ ਜਿਹੜੀ ਆਰਥਿਕਤਾ ਉਹ ਆਖਰਕਾਰ ਕਿਸ ਤਣ ਪੱਤਣ ਬੈਠੇਗੀ। ਇਹਦੇ ਵਿੱਚ ਬਹੁਤ ਸਾਰੇ ਲੁਕਵੇਂ ਪਰਤਾਂ ਨੇ, ਲੁਕਵੇਂ ਫੈਕਟਰਸ ਨੇ, ਜਿਨ੍ਹਾਂ ਦੇ ਉੱਤੇ ਚਰਚਾ ਕਰਨ ਦੇ ਲਈ ਨਿਊਜ਼ੀਲੈਂਡ ਦੀ ਆਰਥਿਕਤਾ ਦੇ ਉੱਤੇ ਸਮੇਂ ਦਰ ਸਮੇਂ ਆਪਣੀ ਟਿੱਪਣੀ ਕਰਨ ਦੇ ਲਈ ਮਸ਼ਹੂਰ ਸਾਥੀ ਮੁਖਤਿਆਰ ਜੀ ਸਾਡੇ ਨਾਲ ਹਾਜ਼ਰ ਨੇ। ਮੁਖਤਿਆਰ ਜੀ ਬਹੁਤ ਬਹੁਤ ਜੀ ਆਇਆਂ ਨੂੰ, ਮਿਹਰਬਾਨੀ ਸਮਾਂ ਦੇਣ ਦੇ ਲਈ। ਧੰਨਵਾਦ ਜੀ ਤੁਹਾਡਾ ਵੀ। ਰੇਡੀਓ ਸਪਾਈਸ ਦੀਆਂ ਤਰੰਗਾਂ ਤੇ ਜਿੱਥੇ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਆ, ਉਹਨਾਂ ਸਾਰੇ ਕਿਰਤੀ ਲੋਕਾਂ ਦੇ ਲਈ ਜਿਹੜੇ ਅੱਜ ਹੁਣ ਤੇ ਉਹਨਾਂ ਕਿਰਤੀ ਭੈਣਾਂ ਲਈ, ਭਰਜਾਈਆਂ ਲਈ ਜੀ ਜਿਹੜੀਆਂ ਇਸ ਵੇਲੇ ਖਾਣਾ ਤਿਆਰ ਕਰਨ ਲੱਗੀਆਂ ਹੋਣ ਤੇ ਉਹ ਭਰਾ ਜਿਹੜੇ ਇਸ ਦੇਸ਼ ਦੇ ਵਿੱਚ, ਇਸ ਮੁਲਕ ਦੇ ਵਿੱਚ ਆਪਣਾ ਕੰਮਕਾਰ ਮੁਕਾ ਕੇ ਘਰ ਨੂੰ ਆ ਗਏ ਹੋਣਗੇ ਤੇ ਬਹੁਤ ਸਾਰੇ ਜਿਹੜੇ ਆ ਛੁੱਟੀ ਵੀ ਮਾਣ ਰਹੇ ਹੋਣਗੇ। ਵੈਲ ਸੈਡ। ਬਹੁਤ ਚੰਗਾ ਲੱਗਾ ਜਿਹੜੀ ਭੂਮਿਕਾ ਮੁਖਤਿਆਰ ਜੀ ਨੇ ਬੰਨੀ ਹੈ। ਇਹ ਭੂਮਿਕਾ ਦੇ ਪਿੱਛੇ ਵੀ ਇੱਕ ਕਾਰਨ ਹੈ, ਕਿਉਂਕਿ ਜਿਹੜਾ ਬੰਦਾ ਆਪਣੀ ਧਰਾਤਲ ਦੇ ਨਾਲ ਜੁੜਿਆ ਹੋਇਆ ਹੁੰਦਾ, ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਹੁੰਦਾ, ਉਹਦੇ ਮੂੰਹ ਵਿੱਚੋਂ ਹੀ ਇਹ ਭੂਮਿਕਾ ਨਿਕਲਦੀ ਹੈ ਤੇ ਉਹਦੇ ਮੂੰਹ ਹੀ ਜੱਚਦੀ ਹੈ। ਵੱਡੀ ਗੱਲ ਇਹ ਸੁਰਮਾ ਪਾਉਂਦੇ ਬਹੁਤ ਲੋਕ ਆ ਮੁਖਤਿਆਰ ਜੀ, ਲੇਕਿਨ ਮਟਕਾਉਣਾ ਬਹੁਤ ਥੋੜੇ ਲੋਕਾਂ ਨੂੰ ਆਉਂਦਾ। ਮੈਂ ਦੇਖ ਰਿਹਾ ਕਿ ਵਿਚਾਰਧਾਰਕ ਤੌਰ ਦੇ ਉੱਤੇ ਜਦੋਂ ਤੁਸੀਂ ਕਿਸੇ ਇੱਕ ਸਿਧਾਂਤ ਦੇ ਨਾਲ ਜੁੜ ਜਾਂਦੇ ਆ, ਉਸ ਸਿਧਾਂਤ ਦੇ ਨਾਲ ਜੁੜੇ ਰਹਿ ਕੇ ਆਪਣੀ ਗੱਲ ਨੂੰ ਵਧੀਆ ਤੇ ਸਰਲ ਲਫ਼ਜ਼ਾਂ ਦੇ ਵਿੱਚ ਲੋਕਾਂ ਤੱਕ ਸੁਹਿਰਦ ਤਰੀਕੇ ਨਾਲ ਰੱਖਣਾ ਵੀ ਇੱਕ ਕਲਾ ਆ। ਤੇ ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਕਿ ਬੀਤੇ ਲਗਭਗ 2 ਦਹਾਕਿਆਂ ਤੋਂ ਆਪਾਂ ਇੱਕ ਚੰਗੇ ਮਿੱਤਰੇ ਨਹੀਂ, ਸਾਡੀ ਆਪਸ ਵਿੱਚ ਕਈ ਵਾਰੀ ਬਹਿਸ ਮੁਬਾਸਾ ਵੀ ਹੋ ਜਾਂਦਾ ਕਈ ਮੁੱਦਿਆਂ ਦੇ ਉੱਤੇ, ਲੇਕਿਨ ਹੋਣਾ ਵੀ ਚਾਹੀਦਾ। ਆਲੋਚਨਾ ਅਤੇ ਸੁਤੰਤਰ ਵਿਚਾਰ ਇਨਕਲਾਬੀ ਦੇ 2 ਲਾਜ਼ਮੀ ਗੁਣ ਹੁੰਦੇ ਨੇ। ਭਗਤ ਸਿੰਘ ਹੁਣੀ ਅਕਸਰ ਆਪਣੇ ਇਹਨਾਂ ਖਿਆਲਾਂ ਦੇ ਕਰਕੇ ਜਾਣੇ ਜਾਂਦੇ ਆ। ਮੁਖਤਿਆਰ ਜੀ, ਇਸ ਮੁਲਕ ਦੇ ਵਿੱਚ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਪਰਤਾਂ ਨੇ, ਔਰ ਖਿੱਦੋ ਦੀਆਂ ਪਰਤਾਂ ਜਿਹੜੀਆਂ ਉਹ ਹੌਲੀ ਹੌਲੀ ਤੁਸੀਂ ਲਾਉਂਦੇ ਜਾਣਾ ਤੇ ਅਸੀਂ ਹਾਲਾਂਕਿ ਬਹੁਤ ਸਾਰੇ ਲੋਕ ਆ ਜਿਹੜੇ ਇਹ ਸਾਰਾ ਕੁਝ ਸੁਣਨਾ ਨਹੀਂ ਚਾਹਣਗੇ, ਲੇਕਿਨ ਜਿਹੜੀ ਗੱਲ ਹੈ ਉਹਦੇ ਉੱਤੇ ਚਰਚਾ ਕਰਨੀ ਬਣਦੀ ਹੈ। ਮੁਲਕ ਦੀ ਇਕਨੋਮੀ, ਕਿਉਂਕਿ ਆਪਾਂ ਇੱਕ ਛੋਟਾ ਮੁਲਕ ਆ, ਮੈਨੂਫੈਕਚਰਿੰਗ ਯੂਨਿਟਸ ਮੁਖਤਿਆਰ ਬਹੁਤ ਜ਼ਿਆਦਾ ਘਟਦੇ ਜਾ ਰਹੇ। ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਤੇ ਮੈਂ ਇਸ ਮੁਲਕ ਦੇ ਵਿੱਚ ਆਏ ਸੀ, ਉਦੋਂ ਫਿਰ ਵੀ ਕਾਫੀ ਹੱਦ ਤੱਕ ਜਿਹੜੇ ਮੈਨੂਫੈਕਚਰਿੰਗ ਯੂਨਿਟ ਸੀ ਉਹਨਾਂ ਦੇ ਬਲਬੂਤੇ ਮੇਰੇ ਤੇ ਤੁਹਾਡੇ ਵਰਗੇ ਜਿਹੜੇ ਮਾਈਗ੍ਰੈਂਟ ਸੀ ਉਹ ਸਖਾਲੇ ਇਸ ਮੁਲਕ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲੈ ਗਏ। ਲੇਕਿਨ ਅੱਗੋਂ ਜਿਹੜੀ ਕਹਾਣੀ ਆ ਉਹ ਹੁਣ ਟ੍ਰੇਡਿੰਗ ਤੇ ਟਿਕੀ ਹੋਈ ਆ। ਉਹਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਉੱਤੇ ਜੋ ਕੁਝ ਸਾਡੇ ਨਾਲ ਹੋ ਰਿਹਾ, ਮੈਂ ਤਾਂ ਮਾਫੀ ਇਹ ਕਹੂੰਗਾ ਜਿਸ ਹਿਸਾਬ ਨਾਲ ਇਹ ਕੰਮ ਕਰ ਰਿਹਾ, ਔਰ ਜਿਸ ਹਿਸਾਬ ਨਾਲ ਇਨਸਾਨੀਅਤ ਦੀਆਂ ਜਿਹੜੀਆਂ ਅਸਲੀ ਕਦਰਾਂ ਕੀਮਤਾਂ ਉਹਨਾਂ ਨੂੰ ਕੁਚਲਿਆ ਜਾ ਰਿਹਾ, ਕਿਤੇ ਭੁਲੇਖੇ ਪਾ ਕੇ ਤੇ ਕਿਤੇ ਜਾਣੇ ਪਛਾਣੇ ਰੂਪ ਦੇ ਵਿੱਚ ਕਲਾ ਵਿੱਚ ਲੈ ਕੇ। ਬਿਲਕੁਲ ਹਾਂ, ਪਿਆਰ ਦੇ ਨਾਲ। ਹਾਂਜੀ, ਸੋ ਉਹ ਸਾਰੀਆਂ ਪਰਤਾਂ ਦੇ ਉੱਤੇ ਅਸੀਂ ਚਾਹਾਂਗੇ ਤੁਸੀਂ ਅੱਜ ਚਰਚਾ ਕਰੋ। ਤੇ ਇਹਨਾਂ ਚਰਚਾਵਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ। ਨਿਊਜ਼ੀਲੈਂਡ ਦੇ ਵਿੱਚ 2 ਵੱਖ-ਵੱਖ ਫੇਜ਼ ਆਏ ਜਿਨ੍ਹਾਂ ਦੇ ਵਿੱਚ ਲੋਕਡਾਊਨ ਹੋਇਆ, ਔਰ ਇਸ ਲੋਕਡਾਊਨ ਦੇ ਵਿੱਚ ਮੁਲਕ ਨੇ ਬਹੁਤ ਨੁਕਸਾਨ ਚੱਕਿਆ, ਕਰਜ਼ਾ ਬਹੁਤ ਲੈ ਲਿਆ। ਸਾਡੇ ਵਿੱਚੋਂ ਅੱਧੇ ਤੋਂ ਵੱਧ ਲੋਕ ਪੰਜਾਬੀ ਇਹੋ ਜਿਹੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਮੁਲਕ ਦੇ ਸਿਰ ਕਰਜ਼ਾ ਕਿੰਨਾ ਕਾ। ਹਾਂਜੀ, ਸੋ ਪਹਿਲਾਂ ਤਾਂ ਆਪਾਂ ਉਹਦੇ ਤੇ ਤੁਹਾਡੀ ਟਿੱਪਣੀ ਜ਼ਰੂਰ ਚਾਹਾਂਗੇ, ਤਾਂ ਫਿਰ ਅੱਗੋਂ ਇਹਦੇ ਵੱਖ-ਵੱਖ 3 ਪੜਾਅ ਨੇ ਜਿਨ੍ਹਾਂ ਉੱਤੇ ਅਸੀਂ ਤੁਹਾਡੇ ਵੱਲੋਂ ਟਿੱਪਣੀ ਜ਼ਰੂਰ ਚਾਹਾਂਗੇ। ਟਿੱਪਣੀ ਵੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਰਲ ਭਾਸ਼ਾ ਦੇ ਵਿੱਚ, ਤਾਂ ਕਿ ਜਿਹੜਾ ਬੰਦਾ ਸਾਡਾ ਹੁਣ ਕੱਦੂ ਤੋੜ ਕੇ ਘਰ ਆਇਆ ਹੁਣੇ ਜਾਂ ਗੋਭੀ ਤੋੜ ਕੇ ਜਾਂ ਗਲਾਸ ਹਾਊਸ ਦੇ ਵਿੱਚੋਂ ਹੁਣੇ ਹੀ ਵਾਪਸ ਮੁੜਕਾ ਜਿਹੜਾ ਉਸਨੇ ਆਪਣਾ ਪੂੰਝ ਕੇ ਤਾਂ ਸਾਡੀ ਗੱਲਬਾਤ ਨੂੰ ਸੁਣਨਾ ਸ਼ੁਰੂ ਕੀਤਾ, ਉਹਨਾਂ ਤੱਕ ਇਹ ਗੱਲ ਜਿਹੜੀ ਹੈ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਪਹੁੰਚ ਸਕੇ। ਉਹਨੇ ਮੁੜਕਾ ਹੀ ਨਹੀਂ ਪੂੰਝਿਆ, ਦਰਅਸਲ ਉਸ ਮੁੜਕੇ ਦਾ 20% ਤੁਹਾਨੂੰ ਦੇ ਵੀ ਦਿੱਤਾ। ਇਸ ਵੱਡੀ ਜਿਹੜੀ ਗੱਲ ਹੈ। ਤੇ ਜਿਹੜੇ ਨਹੀਂ ਦਿੰਦੇ ਹੈਗੇ ਉਹ ਕੌਣ ਹੈ? ਅੱਛਾ, ਉਹ ਛੋਟੇ ਮੋਟੇ ਨੇ ਜੀ। ਉਹ ਗੂਗਲ, ਉਹ ਵੱਡੇ ਜਿੰਨੇ ਵੀ ਦੁਨੀਆ ਭਰ ਦੇ ਮਲਟੀਨੈਸ਼ਨਲਸ ਜਿਹਦੇ ਵਿੱਚ ਉਬਰ ਤੇ ਜਿਹਦੇ ਵਿੱਚ ਐਪਲ ਤੇ ਬਹੁਤ ਸਾਰੀਆਂ ਇਦਾਂ ਦੀਆਂ ਕੰਪਨੀਆਂ ਆਉਂਦੀਆਂ ਜਿਨ੍ਹਾਂ ਦੀਆਂ ਤੁਸੀਂ ਬੈਲੈਂਸ ਸ਼ੀਟਾਂ ਚੱਕ ਕੇ ਦੇਖ ਲਓ ਵੀ ਉਹਨੇ ਕਿੰਨਾ ਕੁ ਪੈਸੇ ਦਿੱਤੇ ਆ, ਕਿੰਨਾ ਕੁ ਟੈਕਸ ਦਿੱਤਾ। ਉਸ ਤੋਂ ਵੱਧ ਟੈਕਸ ਤੁਸੀਂ ਆਮ ਇੱਕ ਲੋਅਰ ਅਰਨਰ ਨੇ ਦੇ ਦਿੱਤਾ। ਪਿਛਲੇ ਤੁਸੀਂ 3 ਮਹੀਨੇ 2.5 ਮਹੀਨੇ ਪਹਿਲਾਂ ਆਪਾਂ ਗੱਲ ਕੀਤੀ ਸੀ, ਤੇ ਜੇ ਤੁਸੀਂ ਉਹ ਦੁਬਾਰਾ ਰੇਡੀਓ ਪ੍ਰੋਗਰਾਮ ਇੱਕ ਵਾਰੀ ਸੁਣ ਲਓ ਤਾਂ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਸ ਦੇਸ਼ ਦੇ
ਜਿਹੜੇ ਅਮੀਰ ਲੋਕ ਹੈ ਹਾਂਜੀ 10% ਜੀ, ਉਹ ਇੱਕ ਲੋਅਰ ਅਰਨਰ ਤੋਂ ਵੀ ਘੱਟ ਟੈਕਸ ਦੇ ਰਹੇ ਆ। ਅੱਛਾ ਜੀ, ਇਹ IRD ਦੀ ਰਿਪੋਰਟ ਆ ਜੀ, ਮੇਰੀ ਨਹੀਂ ਹੈ। ਆਪਾਂ ਪਿਛਲੀ ਵਾਰ ਵੀ ਇਹ ਗੱਲ ਕੀਤੀ। ਬਿਲਕੁਲ ਠੀਕ ਹੈ। ਬਿਲਕੁਲ ਸੋ ਜਿਸ ਮੁਲਕ ਦੇ ਵਿੱਚ ਇੰਨਾ ਲੁਕਮਾ ਕਰਪਸ਼ਨ ਹੋਵੇ ਟੈਕਸ ਦਾ, ਜੀ। ਠੀਕ ਆ, ਉਸ ਮੁਲਕ ਦੇ ਵਿੱਚ ਆਪਾਂ ਗੱਲ ਕਰਨੀ ਤੇ ਚੁੱਪ ਰਹਿਣਾ ਆਪਣੇ ਆਪ ਦੀ ਮੌਤ ਹੈ। ਬਿਲਕੁਲ ਸਹੀ, ਪਹਿਲੀ ਗੱਲ ਇਹ। ਬਿਲਕੁਲ ਸਹੀ, ਦੂਸਰੀ ਹੈ ਕਿ ਇਸ ਮੁਲਕ ਦਾ, ਹੁਣ ਤੁਸੀਂ ਜਿੱਦਾਂ ਲੋਨ ਦੀ ਗੱਲ ਕੀਤੀ ਹੈ, ਹਾਂਜੀ ਜਿਹੜਾ ਕੈਪੀਟਲਿਸਟ ਮਾਡਲ ਹੈ, ਹਾਂਜੀ ਇਹ ਤੇ ਬਹੁਤ ਚਰਚਾ ਬੜੀ ਗੰਭੀਰ ਹੈ। ਜੀ। ਇਹ ਕੋਈ ਸੌਖਾ ਨਹੀਂ ਹੈ ਸਮਝਣਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਕਿਉਂਕਿ ਉਹ ਵੀ ਉਦੋਂ ਜਦੋਂ ਆਮ ਤੌਰ ਤੇ ਲੋਕੀ ਇਹ ਦੋਸ਼ ਲਾਉਂਦੇ ਆ ਵੀ ਕਾਮਰੇਡ ਇਹਨਾਂ ਮੁਲਕਾਂ 'ਚ ਜਾ ਕੇ ਠੰਡੀ ਬੀਅਰ ਦੀਆਂ ਚੁਸਕੀਆਂ ਲਾ ਕੇ ਤਾਂ ਕੈਪੀਟਲਿਜ਼ਮ ਦੀ ਵਿਰੋਧਤਾ ਕਰਦੇ ਹੋਏ ਨਜ਼ਰ ਆਉਂਦੇ ਆ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਆ, ਉਹਨਾਂ ਕਾਰਨਾਂ ਬਾਰੇ ਵੀ ਚਰਚਾ ਕਰਨ ਦੀ ਲੋੜ ਆ। ਜੀ, ਪਹਿਲੀ ਗੱਲ ਤਾਂ ਆਪਾਂ ਕਦੀ ਵੀ ਕਮਿਊਨਿਸਟ ਪਾਰਟੀ 'ਚ ਨਹੀਂ ਰਹੇ। ਸਹੀ, ਠੀਕ ਨਾ ਕਿਸੇ ਆਪਣੇ ਦੂਸਰੇ 'ਚ ਗਏ ਕਦੀ। ਹਾਂਜੀ ਪਰ ਅਸੀਂ ਸਿੱਖ ਗੁਰੂਆਂ ਤੋਂ ਲੈ ਕੇ, ਜੀ, ਗੁਰੂ ਕਾਲ ਤੋਂ ਲੈ ਕੇ, ਭਗਤੀ ਕਾਲ ਤੋਂ ਲੈ ਕੇ, ਉਸ ਤੋਂ ਪਹਿਲਾਂ ਚਾਰਵਾਕ ਤੇ ਬੁੱਧ ਤੋਂ ਲੈ ਕੇ, ਜੀ, ਬਿਲਕੁਲ। ਡਾਕਟਰ ਅੰਬੇਡਕਰ, ਭਗਤ ਸਿੰਘ ਉਹਨਾਂ ਨੂੰ ਲੈ ਕੇ, ਸਾਡੇ ਗਦਰੀ ਬਾਬਿਆਂ ਨੂੰ ਲੈ ਕੇ, ਠੀਕ ਕਿਆ ਹੈ, ਬਾਤ ਆ। ਅੱਜ ਤੱਕ ਜਿੰਨਾ ਕੁ ਸਫ਼ਰ ਆ ਕਿਤਾਬਾਂ ਦਾ, ਉਹ ਜੀ। ਆਪਣੇ ਨਾਲ ਰਿਹਾ। ਬਿਲਕੁਲ ਸਹੀ, ਹੁਣ ਜਦੋਂ ਇਹ ਸਾਰਾ ਕੁਝ ਵਰਲਡ ਦੀਆਂ ਜਿਹੜੀਆਂ ਦੋ ਧਰਾਵਾਂ ਸੀਗੀਆਂ, ਹਾਂਜੀ ਉਹ ਧਰਾਵਾਂ ਸੀ, ਇੱਕ ਕੈਪੀਟਲਿਜ਼ਮ ਸੀਗੀ, ਦੂਜੀ ਕਮਿਊਨਿਜ਼ਮ ਸੀਗੀ। ਬਿਲਕੁਲ ਸਹੀ, ਮੈਂ ਹੁਣ ਇੱਥੇ ਆਉਣ ਲੱਗਾ। ਪਹਿਲਾਂ ਇਸ ਦੇਸ਼ ਤੇ ਚਰਚਾ ਕਰਦੇ ਹਾਂ। ਪਹਿਲਾਂ ਕੈਪੀਟਲਿਜ਼ਮ ਸੀ, ਦੂਜੀ ਕਮਿਊਨਿਜ਼ਮ ਆਈ। ਜੀ, ਕੈਪੀਟਲਿਜ਼ਮ ਦਾ ਤੋੜ ਕਮਿਊਨਿਜ਼ਮ ਨੇ ਦਿੱਤਾ। 60 ਸਾਲ ਰਸ਼ੀਆ ਨੇ 60-70 ਦੇਸ਼ ਜੀ। ਆਪਣੇ ਕਮਿਊਨਿਸਟ ਨਾਲ ਲਾਈ ਰੱਖੇ। ਬਿਲਕੁਲ ਉਸ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ, ਲੈਨਨ ਆ, ਮਾਓ ਆ, ਜਾਂ ਕੋਈ ਵੀ ਹੋਇਆ, ਜੀ, ਉਹਨੂੰ ਆਪਾਂ ਅਲੱਗ ਰੱਖ ਲੈਂਦੇ ਆ। ਹੁਣ ਆਪਾਂ ਅੱਗੇ ਚੱਲਦੇ ਆਂ ਵੀ ਜਿਹੜੇ ਆਪਾਂ ਇਸ ਦੇਸ਼ 'ਚ ਰਹਿੰਦੇ ਆ, ਜੀ। ਉਹ ਹੈਗਾ ਕੈਪੀਟਲਿਸਟ ਸਿਸਟਮ। ਬਿਲਕੁਲ ਤੇ ਸਹੀ, ਜੇ ਕੈਪੀਟਲਿਸਟ ਸਿਸਟਮ ਦੀਆਂ ਖਾਮੀਆਂ ਤੇ ਗੱਲ ਨਾ ਕੀਤੀ ਜੀ, ਤਾਂ ਅਸੀਂ ਖੂਬੀਆਂ ਤੇ ਗੱਲ ਕਰਦੇ ਰਹੀ, ਤਾਂ ਇੱਕ ਠੁੰਮਣਾ ਮਨ ਨੂੰ ਦੇਣ ਵਾਲੀ ਗੱਲ। ਬਿਲਕੁਲ ਬਿਲਕੁਲ ਝੂਠੀਆਂ ਤਸੱਲੀਆਂ ਨਾਲ ਜ਼ਿੰਦਗੀ ਜਿਹੜੀ ਆ ਉਹ ਸ਼ਾਇਦ ਆਪਣੀ ਤਾਂ ਕੱਟ ਲਾਂਗੇ, ਜੀ। ਲੇਕਿਨ ਅਗਲੀ ਪੀੜ੍ਹੀ ਲਈ ਇਸ ਧਰਤੀ ਨੂੰ ਜੋੜ ਜੋਗੀ ਸ਼ਾਇਦ ਅਸੀਂ ਨਾ ਛੱਡ ਕੇ ਜਾਈਏ। ਉਹ ਹਾਂ, ਉੱਥੇ ਹੀ ਆਪਾਂ ਆ ਰਹੇ ਹਾਂ। ਜਦੋਂ ਕਮਿਊਨਿਜ਼ਮ ਫੇਲ ਹੋਇਆ, ਫੇਲ ਨਹੀਂ ਹੋਇਆ ਐਕਚੁਅਲ ਦੇ ਵਿੱਚ, ਇਹ ਜਦੋਂ ਟੁੱਟਿਆ ਰਸ਼ੀਆ, ਆਪਾਂ ਨੂੰ ਇਹ ਕਹਿੰਦੇ ਆ ਲਾਈਕ ਦੈਟ। ਠੀਕ ਹੈ, ਕਿਉਂਕਿ ਕਮਿਊਨਿਜ਼ਮ ਫੇਲ ਹੋਣ ਦਾ ਜਿਹੜਾ ਇੱਕ ਸ਼ਬਦ ਹੈ, ਹਾਂਜੀ। ਉਹ ਆਪਣੇ ਪੰਜਾਬੀਆਂ ਦੇ ਬਹੁਤ ਕਈਆਂ ਨੂੰ ਖੁਸ਼ਮਦੀਦ ਹੈਗਾ। ਪਰ 8 ਘੰਟੇ ਦਾ ਜਿਹੜਾ ਤੁਹਾਡੇ ਕੋਲ ਸਾਈਨ ਲੈਂਦਾ ਆ ਜੀ, ਇੱਕ ਮਾਲਕ, ਉਹ 8 ਘੰਟੇ ਕਮਿਊਨਿਸਟ ਮੈਨੀਫੈਸਟੋ ਦੇ ਵਿੱਚ ਹੋਇਆ। ਠੀਕ ਹੈ, ਕਮਿਊਨਿਸਟ ਮੈਨੀਫੈਸਟੋ ਦਾ 1842 ਦੇ ਵਿੱਚ ਲਿਖਿਆ ਗਿਆ। 1852 ਦੇ ਕਰੀਬ ਜਾ ਕੇ ਅਮਰੀਕਾ ਦੇ ਵਿੱਚ ਜੰਗ ਹੁੰਦੀ ਹੈ। ਠੀਕ ਹੈ, ਕਾਰਲ ਮਾਰਕਸ ਨੇ ਉੱਥੇ ਲਿਖਿਆ, ਜੀ, ਜਿਹਦੇ ਵਿੱਚ ਇਹ ਲਿਖਿਆ ਕਿ ਮਜ਼ਦੂਰ 8 ਘੰਟੇ ਤੋਂ ਉੱਤੇ ਕੰਮ ਨਹੀਂ ਕਰ ਸਕਦਾ, ਤੁਸੀਂ ਲੈ ਨਹੀਂ ਸਕਦੇ ਜੀ। ਬਿਲਕੁਲ ਸਹੀ, ਉਸ ਤੋਂ ਬਾਅਦ ਇੱਕ ਜੰਗ ਹੁੰਦੀ ਬਹੁਤ ਵੱਡੀ ਅਮਰੀਕਾ ਦੇ ਵਿੱਚ। ਜੀ, ਕੈਪੀਟਲਿਸਟ ਉਸ ਇੰਡਸਟਰੀਲਾਈਜੇਸ਼ਨ ਹੋ ਚੁੱਕੀ ਸੀਗੀ ਜਦੋਂ ਮਾਰਕਸ ਨੇ ਕੰਮ ਕੀਤਾ। ਹਾਂਜੀ, ਤੇ ਉਸ ਇੰਡਸਟਰੀਲਾਈਜੇਸ਼ਨ ਤੋਂ ਬਾਅਦ ਜਦੋਂ ਇਹ ਲੜਾਈ ਹੋਈ ਜੀ। ਮਜ਼ਦੂਰਾਂ ਦੇ ਨਾਲ, ਤਾਂ ਉੱਥੇ ਫਿਰ ਗੋਲੀ ਚੱਲੀ ਮਜ਼ਦੂਰਾਂ ਦੇ ਉੱਤੇ। ਬਿਲਕੁਲ ਬਿਲਕੁਲ। ਮੈਂ ਕਿਹਾ ਸ਼ਿਕਾਗੋ ਦੇ ਵਿੱਚ, ਹਾਂ, ਜਾਂ ਸ਼ਿਕਾਗੋ ਦੇ ਮੈਨੂੰ ਯਾਦ ਭੁੱਲ ਗਿਆ, ਇੱਕ ਸ਼ਹਿਰ ਦੇ ਸੈਂਟਰ ਆਫ ਸਿਟੀ ਵਿੱਚ। ਅੱਛਾ ਜੀ, ਸੈਂਟਰ ਆਫ ਸਿਟੀ ਦੇ ਉੱਤੇ ਗੋਲੀ ਚੱਲਦੀ ਆ, ਤੇ ਜਿਹੜੀ ਮਜ਼ਦੂਰ ਔਰਤ ਦਾ ਬੱਚਾ ਸੀਗਾ, ਉਸ ਵੇਲੇ ਜਿਹੜੀ ਇਨਕਲਾਬੀ ਰੰਗ ਸੀ, ਜਾਂ ਕਹ ਲਓ ਕਿ ਜਿਹੜਾ ਮਜ਼ਦੂਰਾਂ ਤੇ ਕਿਸਾਨਾਂ ਦਾ ਰੰਗ ਸੀ ਝੰਡੇ ਦਾ, ਉਹ ਚਿੱਟਾ ਸੀ। ਅੱਛਾ, ਹਾਂਜੀ, ਅਮਨ ਵਾਲਾ ਸੀ, ਚਿੱਟਾ ਸੀ। ਜਦੋਂ ਗੋਲੀ ਵੱਜੀ ਉਸ ਬੱਚੇ ਤੇ, ਉਹ ਔਰਤ ਨੇ ਆਪਣਾ ਬੱਚਾ ਓਏ ਹੋਏ, ਉਸ ਝੰਡੇ 'ਚ ਲਪੇਟ ਦਿੱਤਾ, ਫਟਾਫਟ ਉਹ ਲਹੂ ਨਾਲ ਲਾ ਲਓ, ਮਰ ਗਿਆ ਸੀ। ਓਏ ਹੋਏ, ਉਸ ਤੋਂ ਬਾਅਦ ਇਹ ਝੰਡਾ ਜਿਹੜਾ ਲਾਲ ਹੋ ਗਿਆ। ਕੀ ਬਾਤ ਆ। ਇਹ ਜਿਹੜੀਆਂ ਜਦੋਂ ਅਸੀਂ ਇਹ ਇਤਿਹਾਸ ਪੜ੍ਹਦੇ ਹਾਂ ਸਾਡਾ, ਜੀ, ਉਸ ਇਤਿਹਾਸ ਤੇ ਇੱਦੀ ਸਾਡਾ ਕੇਸਰੀ ਹੈ। ਸਾਡੇ ਉਹਦੇ ਕੇਸਰੀ ਪਿੱਛੇ ਕਾਰਨ ਹੈ। ਠੀਕ ਹੈ, ਸਾਡੇ ਇਕੱਲੇ ਰੰਗ ਹੀ ਨਹੀਂ ਕਦੇ ਰੰਗ ਹੈਗੇ, ਨਹੀਂ। ਸ਼ੋਖ ਰੰਗ ਨਜ਼ਰ ਆਉਂਦਾ ਜਿਹੜਾ ਦੇਖਣ ਨੂੰ। ਹਾਂਜੀ ਹਾਂਜੀ ਜੀ, ਜੇ ਭਗਮਾ ਰੰਗ ਦੇਖਿਆ ਜਾਵੇ ਤਾਂ ਸਾਡਾ ਬੁੱਧ ਦਾ ਰੰਗ ਸੀਗਾ। ਓਏ ਹੋਏ, ਇੰਟੈਲੀਜੈਂਸ ਦੇਖੋ ਕਿੱਥੇ ਗੱਲ ਚਲ ਗਈ, ਕਿੱਥੋਂ ਲੰਘ ਕੇ ਹੁਣ ਕਿੱਥੇ ਤੱਕ ਚਲੇਗੀ। ਇਹ ਬੁੱਧ ਦਾ ਰੰਗ ਸੀਗਾ। ਜੀ। ਬੁੱਧ ਜਿਹੜਾ ਹੈਗਾ, ਪਿੱਛੇ ਚਾਰਵਾਕ ਹੋਰ ਜਿਹੜੇ ਆਪਣੇ ਸਾਰੇ ਬੁੱਧੀਜੀਵੀ ਆਉਂਦੇ, ਜਾਂ ਕਹਿ ਲਓ ਉਸ ਵੇਲੇ ਯੁੱਗ ਪੁਰਸ਼ ਕਹਿ ਲਓ। ਉਸ ਤੋਂ ਬਾਅਦ ਸਾਡਾ ਗੁਰੂ ਕਾਲ ਆਉਂਦਾ, ਭਗਤੀ ਕਾਲ ਤੋਂ ਬਾਅਦ ਗੁਰੂ ਕਾਲ ਆਉਂਦਾ, ਗੁਰੂ ਕਾਲ ਤੋਂ ਬਾਅਦ ਸਾਡੇ ਗਦਰੀ ਬਾਬਿਆਂ ਦਾ ਇਤਿਹਾਸ ਹੈ, ਹੋਰ ਸਾਰਾ ਜਿਹੜਾ ਜਿਹਨਾਂ ਤੋਂ ਆਪਾਂ ਸਾਰੇ ਬਹੁਤ ਪ੍ਰਭਾਵਿਤ ਹੋਏ। ਜੀ, ਉਹ ਤੋਂ ਬੰਦਾ ਸਿੰਘ ਬਹਾਦਰ ਹੋਣਾ ਦਾ ਲੋਕਾਂ ਦੀ ਜਦੋਂ ਆਪਾਂ ਜ਼ਿੰਦਗੀ ਤੇ ਬੜਾ ਪ੍ਰਭਾਵ ਪਿਆ। ਜਦੋਂ ਆਪਾਂ ਦੋ ਵਿਚਾਰਤਾਵਾਂ ਨੂੰ ਪੜ੍ਹਦੇ ਹਾਂ, ਤੇ ਜਦੋਂ ਤੁਸੀਂ ਇਹ ਦੇਖਦੇ ਆ ਕਿ ਸਾਡਾ ਜਿਹੜਾ ਮੁਲਕ ਹੈ, ਜੀ, ਜਿੱਥੋਂ ਅਸੀਂ ਪੈਦਾ ਹੋਏ, ਹਾਂਜੀ, ਅਸੀਂ ਮਜ਼ਦੂਰੀ ਤੇ ਕਿਸਾਨੀ ਦੇ ਵਿੱਚੋਂ ਬਿਲਕੁਲ, ਜਿੰਨੇ ਵੀ ਤੁਸੀਂ ਦੇਖ ਲਓ, ਅੱਜ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਜੀ, ਮਜ਼ਦੂਰੀ ਕਿਸਾਨੀ ਦੇ ਵਿੱਚੋਂ ਸੀਗੇ। ਮਜ਼ਦੂਰੀ ਕਿਸਾਨੀ ਦੇ ਵਿੱਚ ਜਿਹੜਾ ਬੜਾ ਹੀ ਇੰਪੋਰਟੈਂਟ ਸੀਗਾ ਕਿਸੇ ਦੂਜੀ ਵਿਚਾਰਧਾਰਾ ਨੂੰ ਵੀ ਸਮਝਣਾ। ਪਰ ਅਸੀਂ ਕੀ, ਸਾਡੇ ਉੱਥੇ ਜਿਹੜਾ ਉਹ ਸਾਧ ਬੁਗਨੇ ਆ, ਉੱਥੇ ਕਿ ਕਮਾਈ ਘੁੰਮੀ ਜਾਂਦੇ ਸਾਰੇ। 1 ਲੱਖ ਤੋਂ ਉੱਤੇ ਡੇਰੇ ਆ ਜੀ 13,000 ਪਿੰਡਾਂ 'ਚ। ਜੇ 13,000 ਪਿੰਡ ਆ, 1 ਲੱਖ ਦੇ ਵਿੱਚ ਡੇਰੇ, ਤੇ ਪੂਰੇ ਸਕੂਲ ਹੈ ਨਹੀਂ ਸਾਡੇ ਕੋਲ, ਹਸਪੀਟਲ ਹੈ ਨਹੀਂ। ਚਲੋ ਇਹਦੇ ਤੇ ਆਪਾਂ ਚਰਚਾ ਨਹੀਂ ਕਰਦੇ, ਪਰ ਚਰਚਾ ਆਪਾਂ ਇਹ ਗੱਲ ਕਰਦੇ ਹਾਂ ਕਿ ਜੇ ਨਿਊਜ਼ੀਲੈਂਡ ਦੇਖਿਆ ਜਾਵੇ,
ਤਾਂ ਉਸ ਤੋਂ ਬਾਅਦ ਜਿਹੜਾ ਲੇਬਰ ਛੁੱਟੀ ਹੋਈ ਆ, ਲੇਬਰ ਲਾਅ ਜਦੋਂ ਚੇਂਜ ਪੂਰੇ ਵਰਲਡ ਤੇ ਆਇਆ ਜੀ, ਤਾਂ ਲੇਬਰ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਪਹਿਲਾ ਕਾਰਪੈਂਟਰ ਬੰਦਾ ਸੀ ਜਿਹਨੇ ਇਹ ਫਾਈਟ ਦਿੱਤੀ, ਜਿਹਨੇ ਝੰਡਾ ਚੱਕਿਆ ਜਿਹਨੇ ਝੰਡਾ ਚੱਕਿਆ। 8 ਘੰਟੇ ਉਸ ਤੋਂ ਬਾਅਦ 8 ਘੰਟੇ ਦਾ ਜਿਹੜਾ ਸਾਨੂੰ ਇਸ ਵੇਲੇ ਉਹ ਮਿਲ ਰਿਹਾ ਨਾ ਬੈਨੀਫਿਟ ਮਿਲ ਰਿਹਾ, ਬਿਲਕੁਲ ਉਹ ਕੰਟਰੈਕਟ ਦੇ ਵਿੱਚ ਹੈ, ਲੀਗਲ ਡਾਕੂਮੈਂਟ ਹੈ। ਉਹ ਲੀਗਲ ਡਾਕੂਮੈਂਟ ਸਾਨੂੰ ਕਮਿਊਨਿਸਟ ਮੈਨੀਫੈਸਟੋ ਚੋਂ ਆਇਆ। ਪਹਿਲੀ ਗੱਲ ਠੀਕ ਹੈ, ਅਸੀਂ ਪ੍ਰਵਾਨ ਕਰੀਏ ਚਾਹੇ ਨਾ ਕਰੀਏ, ਜਿੰਨਾ ਵੀ ਸੋਸ਼ਲ ਬੈਨੀਫਿਟਸ ਆ ਜਾ ਰਹੇ ਆ, ਤੁਹਾਨੂੰ ਅਨਐਮਪਲੋਇਮੈਂਟ, ਤੁਹਾਡਾ ਮੈਡੀਕਿਉਰ ਜੀ, ਅਮਰੀਕਾ 'ਚ ਪੁੱਛ ਕੇ ਦੇਖੋ, ਮਾਰੋ ਤਾਂ ਮਾੜਾ ਜਿਹਾ ਫੋਨ ਜੀ ਕਿਸੇ ਮਿੱਤਰ ਨੂੰ, ਮਿਲਦਾ ਕਿਤੇ ਕਿਸੇ ਨੂੰ ਗਵਰਨਮੈਂਟ ਅਸਿਸਟੈਂਸ ਮਿਲਦੀ, ACC ਦੀ ਗਵਰਨਮੈਂਟ ਅਸਿਸਟੈਂਸ ਮਿਲਦੀ ਹੈ। ਇਹ ਸਾਰਾ ਜਿਹੜਾ ਸੀਗਾ, ਇਹ ਸਾਰਾ ਇੱਕ ਸੋਸ਼ਲਿਜ਼ਮ, ਕਿਉਂਕਿ ਉਹ ਮਾਡਲ ਜਿਹੜਾ ਇਹਨਾਂ ਨੇ ਦਿਮਾਗ 'ਚ ਰੱਖਿਆ ਉਹਦੇ ਵਿੱਚ। ਹਾਂ, ਉਸ ਤੋਂ ਬਾਅਦ ਕੀ ਹੋਇਆ, ਜਦੋਂ ਬੜੀ ਇੰਪੋਰਟੈਂਟ ਗੱਲ ਚੱਲ ਪਈ, ਹੁਣ ਆਪਾਂ ਇਕਨੋਮੀ ਤੇ ਆਉਂਦੇ ਆ, ਕਿਉਂਕਿ ਕਾਰਲ ਮਾਰਕਸ ਜਿਹੜਾ ਸੀਗਾ ਉਹ ਇੱਕ ਸੋਸ਼ਲ ਇੰਜੀਨੀਅਰ ਸੀਗਾ। ਬਿਲਕੁਲ ਸਹੀ, ਦਰਅਸਲ ਉਹ ਸੋਸ਼ੋ ਇਕਨੋਮਿਕ ਇੰਜੀਨੀਅਰ ਸੀਗਾ। ਯੈਸ, ਇਹ ਸਹੀ ਲਫ਼ਜ਼ ਹੈ, ਇਹ ਸਹੀ ਲਫ਼ਜ਼ ਹੈ। ਆਪਾਂ ਉਹਨੂੰ ਸੋਸ਼ਲ ਕਰਕੇ ਕੀ ਕਰ ਲਿਆ, ਉਹ ਕਿਸੇ ਧਰਮ ਨੂੰ ਕਹਿ ਗਿਆ ਜੀ, ਉਹਨੂੰ ਕਹਿ ਗਿਆ ਜੀ, ਉਹ ਨਾਸਤਕ ਸੀ, ਉਹ ਆਸਤਕ ਸੀ। ਇਸ ਰੌਲੇ 'ਚ ਸਾਨੂੰ ਪੰਜਾਬੀਆਂ ਨੂੰ ਘੁਮਾਤਾ। ਪਰ ਜਦੋਂ ਅਸੀਂ ਡੂੰਘੀ ਸਟੱਡੀ ਕੀਤੀ ਪੂਰੇ ਵਰਲਡ ਦੀ, ਮੈਂ ਜਦੋਂ ਇਸ ਹੋਰ ਬਹੁਤ ਸਾਰੀਆਂ ਧਾਰਾਵਾਂ ਜਿਹੜੀਆਂ ਹੈਗੀਆਂ ਚੱਲੀਆਂ ਜੀ, ਠੀਕ ਹੈ, ਬਹੁਤ ਈਵਨ ਫਾਈਟ ਤਾਂ ਹੋਈ ਆ ਫਿਜੀ ਦੇ ਵਿੱਚ ਵੀ, ਆਪਣੇ ਦੇਸ਼ ਦੇ ਵਿੱਚ ਲੈਂਡੀਡਾਸ ਪਹਿਲਾ ਜਹਾਜ਼ ਆਇਆ ਸੀਗਾ। ਬਿਲਕੁਲ ਸਹੀ, ਉਸ ਵੇਲੇ ਗੋਰੇ 76 ਦੇ ਜ਼ੋਰ ਨਾਲ ਸਾਡੇ ਉਹਨਾਂ ਬੰਦਿਆਂ ਨੂੰ ਚੱਕ ਕੇ ਲਿਆਏ ਫਿਜੀ ਦੇ ਵਿੱਚ। ਉਹ ਵੀ ਅੱਧੀ ਰਾਤ ਨੂੰ ਚਲਾਉਂਦੇ ਸੀ ਜਹਾਜ਼, ਵੀ ਪਤਾ ਨਹੀਂ ਲੱਗੇ। ਠੀਕ ਹੈ ਜੀ, ਉਹਨੂੰ ਕਹਿੰਦੇ ਸੀ ਡਿਵੈਂਚਰ ਲੇਬਰ। ਡਿਵੈਂਚਰ ਲੇਬਰ ਜਿਹੜੀ ਸੀਗੀ, ਉਹ ਇੱਕ ਉਹੋ ਜਿਹੀ ਲੇਬਰ ਸੀਗੀ ਜਿਹੜੀ ਤੁਹਾਨੂੰ ਇਹ ਭਰਮ ਪੈਦਾ ਕੀਤਾ ਜਾਂਦਾ ਸੀ, ਤੁਹਾਨੂੰ ਉੱਥੇ ਪੈਸੇ ਮਿਲਣੇ ਆ, ਪਰ ਇੱਥੇ ਗੁਲਾਮੀ ਦੇ ਹਾਲਾਤ ਹੈ। ਮੇਰੇ ਕੋਲ ਕਿਤਾਬ ਪਈ ਹੈ ਜਿਹੜੀ ਪੜ੍ਹਨੀ ਹੈ, ਚਿਲਡਰਨ ਆਫ ਹਿੰਦੂਸ, ਮਤਲਬ ਹਿੰਦੁਸਤਾਨ ਦੇ ਬੱਚੇ, ਬਹੁਤ ਕਮਾਲ ਦੀ। ਔਰ ਬਹੁਤ ਉਸ ਤੋਂ ਬਾਅਦ ਕਿੰਨੀ ਇਹ ਮੂਵਮੈਂਟ ਉੱਥੇ ਚੱਲੀ ਹੈ। ਉਹ ਕਿਹੜਾ ਉੱਥੇ ਕਿਹੜਾ ਕਾਂਵੜ ਜਾਂ ਕਮਿਊਨਿਸਟ ਸੀ, ਜਾਂ ਕੋਈ ਨਕਸਲੀ ਸੀ, ਜਾਂ ਕੋਈ ਉੱਥੇ ਖਾਲਿਸਤਾਨੀ ਸੀ, ਜਾਂ ਕੋਈ ਹੋਰ ਸੀਗਾ। ਵਿਚਾਰਧਾਰਾ ਜਿਹੜੀ ਇਹਦੀ ਲੋੜ ਚੋਂ ਪੈਦਾ ਹੁੰਦੀ ਹੈ, ਤੁਹਾਡੀ ਲੜਾਈ ਲੋੜ ਚੋਂ ਪੈਦਾ ਹੁੰਦੀ ਹੈ। ਹੱਕ ਤੇ ਸੱਚ ਦੀ ਗੱਲ ਜਿਹੜੀ ਆ, ਉਹ ਭਾਵੇਂ ਸਾਡੇ ਗੁਰੂ ਸਾਹਿਬਾਨ ਨੇ ਕੀਤੀ, ਚਾਹੇ ਕਾਮਰੇਡਾਂ ਨੇ ਕੀਤੀ, ਚਾਹੇ ਗਦਰੀ ਬਾਬੇ ਨੇ ਕੀਤੀ, ਕਿਸੇ ਨੇ ਵੀ, ਉਹਨਾਂ ਵਿੱਚੋਂ ਤੁਸੀਂ ਉਹਨਾਂ ਦਾ ਪਰਸਨਲ ਬਲੀਫ ਆ ਜਿਹੜਾ, ਉਹਨੂੰ ਪਾਸੇ ਰੱਖ ਕੇ ਜੇ ਇਨਸਾਨੀਅਤ ਦੇ ਵੱਡੇ ਕੈਨਵਸ ਤੇ ਦੇਖਦੇ ਆ ਤਾਂ ਗੱਲ ਸਮਝ ਆਉਂਦੀ ਆ ਜੀ। ਉਸ ਤੋਂ ਬਾਅਦ ਆਪਾਂ ਹੁਣ ਨਿਊਜ਼ੀਲੈਂਡ ਤੇ ਆਉਂਦੇ ਆ। ਇਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਕਿ ਇਹਨਾਂ ਦੇਖਿਆ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਕੰਟਰੀਆਂ, ਕਿਉਂਕਿ ਆਪਣੇ ਹਾਲੈਂਡ ਤੋਂ ਲੈ ਕੇ ਉਧਰਲੀਆਂ ਜਿਹੜੀਆਂ ਸਾਈਡ ਦੀਆਂ ਕੰਟਰੀਆਂ ਸੀ, ਉਹ ਸਾਰੀਆਂ ਪ੍ਰਭਾਵੀ ਹੋ ਗਈਆਂ। ਜਰਮਨ ਤੇ ਹੋਰ ਸਾਰੀਆਂ ਸੀਗੀਆਂ, ਉਹ ਪ੍ਰਭਾਵੀ ਹੋ ਗਈਆਂ ਸੀ ਕਮਿਊਨਿਸਟਾਂ ਤੋਂ। ਕਮਿਊਨਿਸਟ ਬਣ ਰਹੇ ਸੀ ਹੌਲੀ ਹੌਲੀ। ਇਹਨਾਂ ਨੇ ਇਹ ਸੋਚਿਆ ਵੀ ਅੱਧਾ ਕਮਿਊਨਿਸਟਾਂ ਤੋਂ ਲੈ ਲਓ, ਅੱਧਾ ਲੈ ਲਓ ਕੈਪੀਟਲਿਜ਼ਮ ਤੋਂ, ਤਾਂ ਕਿ ਸਾਰੀਆਂ ਧਿਰਾਂ ਰਾਜ਼ੀ ਰਹਿਣ ਤੇ ਸਮਾਜ ਦਾ ਬੈਲੈਂਸ ਰਹੇ। ਹਾਂ, ਸੋਸ਼ਲਿਜ਼ਮ ਦਾ ਕਨਸੈਪਟ ਤੋਂ ਬਾਅਦ ਇਹਨਾਂ ਨੇ ਵੈਲਫੇਅਰ ਸਟੇਟ ਬਣਾਈ। ਬਹੁਤ ਇੰਪੋਰਟੈਂਟ ਹੈ ਪਰਮਿੰਦਰ ਦੀ, ਧਿਆਨ ਦੇਣ ਵਾਲੀ ਗੱਲ। ਬਿਲਕੁਲ, ਇਹਨਾਂ ਨੇ ਵੈਲਫੇਅਰ ਸਟੇਟ ਬਣਾਈ। ਵੈਲਫੇਅਰ ਸਟੇਟ, ਨਿਊਜ਼ੀਲੈਂਡ ਇਜ਼ ਅ ਪਾਰਟ ਆਫ ਦਾ ਵੈਲਫੇਅਰ ਸਟੇਟ, ਜਾਂ ਕਹ ਲਓ ਨਿਊਜ਼ੀਲੈਂਡ ਵੈਲਫੇਅਰ ਸਟੇਟ ਹੈ। ਬਿਲਕੁਲ ਸਹੀ। ਇਸ ਕਰਕੇ ਸਾਨੂੰ ਇਹ ਬੈਨੀਫਿਟ ਮਿਲਦੇ ਆ। ਬਹੁਤ ਲੰਮਾ ਇਤਿਹਾਸ ਹੈ ਸਾਡੀ ਲੜਾਈ ਦਾ, ਮਜ਼ਦੂਰ ਤੇ ਕਿਸਾਨ ਦੀ ਲੜਾਈ ਦਾ। ਕੋਈ ਅੱਜ ਦੀ ਲੜਾਈ ਨਹੀਂ ਇਹ ਹੋ ਰਹੀ ਜੀ। ਉਹਨਾਂ ਨੇ ਵੈਲਫੇਅਰ ਜਿਹੜੀ ਸਟੇਟ ਸੀਗੀ ਨਿਊਜ਼ੀਲੈਂਡ ਦੀ, ਉਹਦੇ ਵਿੱਚ ਸਾਡੇ ਰਾਈਟ ਰਿਜ਼ਰਵ ਹੈ। ਉਹ ਰਾਈਟ ਕੀ ਆ? ਉਹ ਰਾਈਟ ਹੈਗੇ ਆ, ਤੁਸੀਂ ਮੰਨ ਲਓ ਤੁਹਾਡਾ ਘਰ ਦਾ ਖਰਚਾ ਹੈਗਾ 800 ਜੀ, ਠੀਕ ਹੈ, ਤੁਹਾਨੂੰ ਤੁਹਾਡੇ ਹਸਬੰਡ ਤੇ ਵਾਈਫ ਤੁਸੀਂ 600 ਕਰਨੇ, ਜਿਹੜਾ $200 ਹੈ ਜੀ, ਜਿਹੜੀ ਸ਼ਾਰਟੇਜ ਆਫ ਮਨੀ ਆ, ਉਹ ਸਾਡੀ ਇਹ ਸਟੇਟ ਜਿਹੜੀ ਆ ਉਹ ਸਿਸਟਮ ਦੋਗੀ ਤੁਹਾਨੂੰ। ਬਿਲਕੁਲ ਸਹੀ, ਤੁਹਾਡੇ ਜੀਣ ਦੇ। ਬਿਲਕੁਲ ਸਹੀ, ਤੁਹਾਡੀ ਸਵੈਮਾਨ ਦੀ ਜ਼ਿੰਦਗੀ ਜੀਣ ਦੇ ਲਈ ਤੁਹਾਨੂੰ ਦੋ ਸੈਲਫ ਰਿਸਪੈਕਟ ਲਈ ਉਹ ਦੋ ਜੰਗੀ, ਉਹਨੂੰ ਅਸੀਂ ਕਹਿ ਲਓ ਕਿ ਕੰਪਨਸੇਸ਼ਨ ਸਪਲੀਮੈਂਟ ਦੇ ਤੌਰ ਤੇ, ਬੈਨੀਫਿਟ ਦੇ ਤੌਰ ਤੇ, ਕਿਸ ਬੱਚਿਆਂ ਦੇ ਫੈਮਿਲੀ ਸਿਸਟਮ, ਉਹ ਕੋਈ ਵੀ ਨਾਮ ਦਿੱਤਾ ਜਾ ਸਕਦਾ ਜੀ। ਹੁਣ ਜਿਹੜੀ ਇਹ ਕੰਟਰੀ ਸੀਗੀ ਜੀ, ਅੱਜ ਤੋਂ ਜਦੋਂ ਆਪਾਂ ਆਏ ਸੀ 16-17 ਸਾਲ ਪਹਿਲਾਂ, ਜਦੋਂ 20 ਸਾਲ ਤੁਹਾਡਾ ਹੋ ਸਕਦਾ, ਮੈਂ ਥੋੜਾ ਜਿਹਾ ਬਾਅਦ ਚ ਸੀਗਾ, ਤੇ ਆਪਾਂ ਇਹ ਕਰਕੇ ਮੰਨ ਕੇ ਚਲੋ ਕਿ ਚਲੋ 30 ਸਾਲ ਲਾ ਲਓ ਪਿਛਲਾ, ਠੀਕ ਹੈ, ਇਹਨੂੰ ਸੋਸ਼ਲਿਸਟ ਟੈਟੂਰੋਆ ਕਹਿੰਦੇ ਸੀਗੇ। ਇਸ ਦੇਸ਼ ਦਾ ਨਾਮ ਸੀਗਾ, ਔਰ ਦਿੱਖ ਵੀ ਉਹੋ ਜਿਹੀ ਦਿੱਖ ਸੀਗੀ। ਉਦੋਂ ਤੱਕ ਕਰਜ਼ੇ ਦੀ ਜਿਹੜੀ ਪਾਂਡਿਆ ਹੋਈ ਨਹੀਂ, ਭਾਰੀ ਨਹੀਂ ਸੀ। ਜਿੰਨੀ ਵੀ ਲੇਬਰ ਪਾਰਟੀ ਦੀ, ਮੈਂ ਲੇਬਰ ਪਾਰਟੀ ਤੇ ਪਕੜੇ ਫਿਰ ਗੱਲ ਕਰਾਂਗੇ। ਅਨਫੋਰਚੂਨੇਟਲੀ ਅੱਜ ਕੀ ਇਹਨਾਂ ਨੇ ਬਣਾਤਾ, ਬਹੁਤ ਦੁਖਦਾਈ ਆ। ਬਿਲਕੁਲ ਉਵੇਂ ਜਿਵੇਂ ਅਕਾਲੀ ਫੂਲਾ ਸਿੰਘ ਹੋਣੀ ਹੁੰਦੇ ਸੀ, ਤੇ ਅੱਜ ਅਕਾਲੀਆਂ ਦਾ ਕੀ ਹੁਣ ਕਿੱਥੇ ਚਲੇ ਗਏ। ਇਹ ਜਦੋਂ ਆਰਗੇਨਾਈਜੇਸ਼ਨਾਂ ਅੱਗੇ ਤੋਂ ਅੱਗੇ ਚੱਲਦੀਆਂ, ਇਹਦੇ ਚ ਕਰਪਸ਼ਨ ਹੁੰਦੀ ਹੈ ਬਹੁਤ ਜ਼ਿਆਦਾ, ਜਿਵੇਂ ਧਰਮਾਂ ਚ ਹੁੰਦੀ ਆ। ਜੀ ਬਿਲਕੁਲ, ਉਹ ਸਾਰੀ ਆਰਗੇਨਾਈਜੇਸ਼ਨਾਂ ਚ ਹੀ ਹੁੰਦੀ, ਕਮਿਊਨਿਸਟਾਂ ਚ ਵੀ ਹੋਈ ਆ। ਅੱਜ ਕੀ ਹੋ ਗਿਆ, ਹਾਲਾਤ ਕੀ ਬਣੇ ਪਏ ਆ। ਬਿਲਕੁਲ, ਤੇ ਜਿਹੜੀਆਂ ਹੋਰ ਵੀ ਤੁਹਾਡੇ ਸਾਡੇ ਵਰਗੇ ਵੀ ਪ੍ਰਗਤੀਸ਼ੀਲ ਕਰੀ ਜਾਂਦੇ ਆ, ਉਹਨਾਂ ਚ ਬਹੁਤ ਕਰਪਸ਼ਨ ਹੋ ਚੁੱਕੀ। ਸੋਫਿਆਂ ਤੇ ਬੈਠੇ ਇਨਕਲਾਬ ਭਾਲੀ ਜਾਂਦੇ ਆ ਅਸੀਂ, ਠੀਕ ਹੈ ਜੀ। ਬਿਲਕੁਲ, ਉਸ ਤੋਂ ਬਾਅਦ ਜਿਹੜਾ ਆਪਾਂ ਇੱਥੇ ਆਉਂਦੇ ਆ, ਕਿਉਂਕਿ ਆਪਾਂ ਨੂੰ ਇਕਨੋਮੀ ਦੇ ਉੱਤੇ ਆਉਣਾ ਪੈਣਾ। ਬਿਲਕੁਲ, ਇਹ ਤਾਂ ਸਿਰਫ ਬੈਕਗ੍ਰਾਉਂਡ ਚਰਚਾ ਹੋ ਰਹੀ ਹੈ। ਇਹਦਾ ਬੈਕਗ੍ਰਾਉਂਡ ਚਰਚਾ ਹੋ ਰਹੀ ਹੈ। ਜਦੋਂ ਇਹ ਵੈਲਫੇਅਰ ਸਟੇਟ ਬਣੀ ਨਿਊਜ਼ੀਲੈਂਡ ਜੀ, ਨਿਊਜ਼ੀਲੈਂਡ ਦਾ ਵੈਲਫੇਅਰ ਸਟੇਟ, ਉਹ ਮਾਰ ਕੇ ਦੇਖ ਲਓ ਗੂਗਲ ਦੇ ਉੱਤੇ,
ਵੈਲਫੇਅਰ ਸਟੇਟ ਦੇ ਵਿੱਚ ਤੁਹਾਡੀ ਜਿੰਨੀ ਸ਼ਾਰਟੇਜ ਸੀਗੀ, ਪਹਿਲੀ ਗੱਲ ਜੀ, ਤੁਹਾਡਾ ਘਰ ਅਗਰ ਨਹੀਂ ਹੈਗਾ ਤੁਹਾਡੇ ਕੋਲ ਤਾਂ ਗਵਰਨਮੈਂਟ ਅਸਿਸਟ ਕਰਦੀ ਹੈ ਅੱਜ ਵੀ। ਬਿਲਕੁਲ ਸਹੀ। ਜਿਹਨੂੰ ਆਪਾਂ ਨਿਊਜ਼ੀਲੈਂਡ ਹਾਊਸਿੰਗ ਬੋਰਡ ਕਹਿੰਦੇ ਆ, ਬਿਲਕੁਲ ਇਹ ਉਹਦਾ ਪਾਰਟ ਹੈ। ਬਿਲਕੁਲ ਸਹੀ। ਪਰ ਅਸੀਂ ਕੀ ਕੀਤਾ, ਅਸੀਂ ਸਾਰੇ ਦੀਆਂ ਸਾਰੀਆਂ ਪੰਡਾਂ ਆਪਣੀ ਲਾਲਚ ਦੇ ਕਰਕੇ ਅਸੀਂ ਸਾਰੇ ਦੀ ਸਾਰੀਆਂ ਪੰਡਾਂ ਆਪਣੇ ਸਿਰ ਤੇ ਰੱਖ ਲਈਆਂ। ਓਏ ਹੋਏ। ਤਿੰਨ ਦੋ ਸ਼ਿਫਟਾਂ, ਰਾਤ ਦਿਨ, ਘਰ ਵਾਲੇ ਵੀ ਭੱਜੀ ਫਿਰਦੀ, ਬੰਦਾ ਵੀ ਭੱਜਾ ਫਿਰਦਾ, ਨਿਆਣੇ ਰੁਲੀ ਜਾਂਦੇ, ਨਿਆਣੇ ਉਹ ਕਦੀ ਕਿਸੇ ਥਾਂ ਸਿੱਟਦੇ ਆ ਆਪਾਂ, ਕਦੀ ਉਹ ਉੱਥੋਂ ਚੱਕ ਉੱਥੋਂ ਰੱਖ, ਫਿਰ ਗੇਮਾਂ ਕਰਾਓ, ਉਹ ਕਰਾਓ, ਇਹ ਕਰਾਓ। ਬਾਕੀ ਤੁਹਾਡੇ ਸਾਡੇ ਇਹ ਵੀ ਕਹਿੰਦੇ ਮਾੜਾ ਮੋਟਾ ਭੰਗੜਾ ਵੀ ਪਾਓ ਇਹਨਾਂ ਨੂੰ, ਕਿਸੇ ਪਿੱਛੇ ਵੀ ਨਾ ਰਹਿ ਜਾ ਕਿਸੇ ਪਾਸੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਮੇਰਾ ਇੱਕ ਦੋਸਤ ਹੈ, ਹੁਣ ਮੈਂ ਨਾਂ ਨਹੀਂ ਇੱਥੇ ਲੈ ਸਕਦਾ, ਆਪਣੀ ਰੋਜ਼ ਮਿਲਦਾ ਆਪਾਂ ਨੂੰ, ਜਿਹਨਾਂ ਦੇਖੋ ਆਪਣੇ ਮੇਰੇ ਮਾਂ-ਬਾਪ ਵੀ ਇੱਥੇ ਨਹੀਂ ਆ ਸਕਦੇ। ਬਿਲਕੁਲ। ਜਿਨ੍ਹਾਂ ਦੇ ਮਾਂ-ਬਾਪ ਨਹੀਂ ਆ ਸਕੇ ਉਹਨਾਂ ਦੀ ਤਾਂ ਉਹ ਹਾਲਤ ਸੰਤਾਪ ਭੋਗਣਾ ਪਿਆ, ਜਿਨ੍ਹਾਂ ਨੂੰ ਸੰਤਾਪ ਭੋਗਣਾ ਪਿਆ, ਔਰ ਅਣਦਿਸ ਦਾ ਸੰਤਾਪ ਆ ਜਿਹਦੇ ਕਨਸੀਕੁਐਂਸਸ ਆਪਾਂ ਅਸੈਸ ਹੀ ਨਹੀਂ ਕਰ ਸਕਦੇ ਜੀ। ਜਦੋਂ ਅਸੀਂ ਜਦੋਂ ਇਹ ਸਾਰਾ ਕੁਝ ਦੇਖਿਆ, ਮੈਨੂੰ ਇੱਕ ਜਿਹੜੀ ਗ੍ਰੀਨ ਫਿਊਚਰ ਦੀ ਜਿਹੜੀ ਆ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਜਦੋਂ ਤੁਸੀਂ ਕਹਿੰਦੇ ਵੀ ਹਰਿਆਲੀ ਦੇਖਣ ਨੂੰ ਬਹੁਤ ਸੋਹਣੀ, ਪਰ ਇਹਨੂੰ ਖਾਧਾ ਨਹੀਂ ਜਾ ਸਕਦਾ। ਇੱਥੇ ਬੁਰਕੀਆਂ ਥੋੜੀ ਲੱਗਣੀਆਂ, ਬੁਰਕੀਆਂ ਤਾਂ 22 ਘੰਟੇ ਆਪਾਂ ਟੈਕਸੀ ਚਲਾਈ ਆ, ਚਲਾਉਣੀ ਪੈਣੀ, ਔਰ ਇਲੀਗਲ ਚਲਾਈ ਕੋਈ ਨਹੀਂ, ਔਰ ਅਸੀਂ ਰੇਡੀਓ ਤੇ ਕਹਿੰਦੇ ਇਲੀਗਲ ਚਲਾਈ ਆ। ਇੱਕ ਦਿਨ ਰਾਤ ਨੂੰ ਸਵੇਰੇ ਜਾਂਦੇ ਹੁੰਦੇ ਸੀ ਤੇ ਦੂਜੇ ਦਿਨ ਰਾਤ ਨੂੰ ਆਉਣਾ, ਲੋਕਾਂ ਦੀ ਇਹ ਹਾਲਤ ਸੀਗੀ ਉਸ ਟਾਈਮ। ਠੀਕ ਹੈ, ਇਹ ਨਹੀਂ ਪਤਾ ਨੀਂਦ ਕਦੋਂ ਪੂਰੀ ਕਰਨੀ ਆ, ਕਿਉਂਕਿ ਦੂਜੇ ਦਿਨ ਗੁਰਦੁਆਰੇ ਸੱਦਾ ਆਇਆ ਹੁੰਦਾ ਸੀ। ਹਾਂਜੀ। ਤੇ ਦੂਸਰੇ ਪਾਸੇ ਜਦੋਂ ਤੁਹਾਨੂੰ ਮੈਂ ਚਾਬੀ ਦੇ ਕੇ ਆਪ ਸੌ ਜਾਂਦਾ ਹੁੰਦਾ ਸੀ ਤੇ ਤੁਹਾਡੇ ਕੋਲ ਚਾਬੀ ਫੜ ਕੇ ਰੱਖ ਦੇਣੀ। ਹਾਂਜੀ। ਤੇ ਇਹ ਹਾਲਾਤ ਸੀਗੇ ਉਸ ਟਾਈਮ ਨਾ ਜੀ। ਸੋ ਮੇਰਾ ਕਹਿਣ ਦਾ ਮਤਲਬ ਜਿਹੜਾ ਇਹ ਸਾਰੇ ਦਾ ਸਾਰੀ ਪੰਡ ਅਸੀਂ ਆਪਣੇ ਲੈਵਲ ਤੇ ਚੱਕ ਲਈ, ਕਿਉਂਕਿ ਨਿਊਜ਼ੀਲੈਂਡ ਵੈਲਫੇਅਰ ਸਟੇਟ ਸੀ। ਅੱਛਾ, ਇਹ ਸਵਾਲ ਗੱਲਾਂ ਕਰ ਰਹੇ ਨਾ, ਮੈਂ ਹੁਣ ਦੇਖ ਰਿਹਾ ਸੀ, ਪਹਿਲਾਂ ਤਾਂ ਅਵਤਾਰ ਤਰਕਸ਼ੀਲ ਭਾਜੀ ਨੇ ਹੱਥ ਜੋੜਤੇ, ਫਿਰ ਭਾਜੀ ਅਮਰਜੀਤ ਸਿੰਘ ਲੱਖਾ ਆਪਣਾ ਬਹੁਤ ਪਿਆਰਾ ਮਿੱਤਰ ਆ, ਸ਼ਾਇਰ ਬਹੁਤ ਅੱਛਾ ਤੇ ਬੜੀ ਅੱਛੀ ਨਜ਼ਰਸਾਨੀ ਕਰਦਾ ਯੂਕੇ ਹਾਲਾਤਾਂ ਤੇ। ਫਿਰ ਰਾਹੁਲ ਸੋਹਤਾ ਜੀ ਕਹਿੰਦੇ ਵੀ ਬਹੁਤ ਸੁਲਝੇ ਹੋਏ ਵਿਚਾਰ ਨੇ ਮੁਖਤਿਆਰ ਭਾਜੀ ਦੇ। ਫਿਰ ਸੰਦੀਪ ਸਿੰਘ ਖਾਲਸਾ ਜੀ, ਵੈਰੀ ਗੁੱਡ ਨੌਲੇਜ ਭਾਜੀ। ਦੇਖੋ ਇਹ ਜਿਹੜਾ ਕੰਬੀਨੇਸ਼ਨ ਹੀ ਹੈ ਨਾ, ਪਹਿਲਾਂ ਇਹ ਆਪਣਿਆਂ ਦੇ ਵਿੱਚ ਇਹ ਤੈਅ ਕਰਦਾ ਵੀ ਅਸਲ ਦੇ ਵਿੱਚ ਜਿਹੜਾ ਸਿਧਾਂਤ ਹੱਕ ਤੇ ਸੱਚ ਨਾਲ ਜੁੜਿਆ ਹੋਇਆ, ਉਹਨੂੰ ਤੁਸੀਂ ਕਿਸੇ ਵਾਦ ਦੇ ਨਾਲ ਬੰਨ੍ਹ ਕੇ ਦਾਇਰੇ 'ਚ ਨਹੀਂ ਕੈਦ ਕਰ ਸਕਦੇ, ਕਿਉਂਕਿ ਇਹ ਗੱਲ ਹੱਕ ਤੇ ਸੱਚ ਦੀ ਆ। ਮੁਲਕ ਦੀ ਇਕਨੋਮੀ ਦੇ ਉੱਤੇ ਕੋਈ ਵੀ ਭੁਲੇਖਾ ਪਾਉ ਟਿੱਪਣੀ ਕਰਨੀ ਬੜੀ ਸੌਖੀ ਆ। ਇਹ ਜਿਹੜੀ ਲਿਫਾਫੇਬਾਜ਼ੀ ਆ, ਉਹ ਮੁਖਤਿਆਰ ਹੋਣੀ ਬਹੁਤ ਸੌਖੀ ਜਿਹੜੀ ਆ ਇੱਥੇ ਛੱਡ ਕੇ ਜਾ ਸਕਦੇ ਆ, ਤਾਂ ਕਿ ਸਾਡੇ ਕੰਨਾਂ ਨੂੰ ਤੇ ਸਾਡੀਆਂ ਅੱਖਾਂ ਨੂੰ ਦੇਖਣ ਨੂੰ ਬਹੁਤ ਸੋਹਣੀ ਲੱਗੇ ਕਿ ਬਹੁਤ ਵਧੀਆ ਵੀ, ਬਹੁਤ ਸੋਹਣਾ, ਬੜਾ ਸਭ ਕੁਝ ਪੋਜ਼ਿਟਿਵ ਸਾਰਾ ਕੁਝ ਬੜਾ ਵਧੀਆ। ਲੇਕਿਨ ਅਸਲ ਦੇ ਵਿੱਚ ਇਦਾਂ ਹੈ ਨਹੀਂ। ਜਿਹੜੀ ਕਰਜ਼ੇ ਦੀ ਗੱਲ ਆਪਾਂ ਕਰ ਰਹੇ ਆ, ਆਪਾਂ ਉੱਥੋਂ ਸ਼ੁਰੂ ਕਰਾਂਗੇ, ਉੱਥੋਂ ਥੋੜੀ ਜਿਹੀ ਅੱਗੇ ਆਉਣਾ ਪੈਣਾ। ਜਦੋਂ ਇਹ ਵੈਲਫੇਅਰ ਸਟੇਟ ਆਈ ਸਾਡੀ, ਵੈਲਫੇਅਰ ਸਟੇਟ ਦੇ ਵਿੱਚ ਇਹ ਇੱਥੇ ਆ ਕੇ ਉਸ ਤੋਂ ਬਾਅਦ ਅਸੀਂ ਇਹਦੀਆਂ ਸਾਰੀਆਂ ਜਿਹੜੀਆਂ ਸ਼ਿਫਟਾਂ ਦੀਆਂ ਪੰਡਾਂ ਵੀ ਆਪਣੇ ਸਿਰ ਤੇ ਰੱਖ ਲਈਆਂ। ਅਸੀਂ ਐਕਚੁਅਲ ਦੇ ਵਿੱਚ ਜ਼ਿੰਦਗੀ ਨੂੰ ਪੰਜਾਬ ਵਾਂਗੂ ਜਾਂ ਹਿੰਦੁਸਤਾਨ ਦੀ ਤਰ੍ਹਾਂ ਇੱਕ ਤਰੀਕੇ ਨਾਲ ਜੀਣ ਲੱਗ ਗਏ ਵੀ ਫਟਾਫਟ ਪਹਿਲਾਂ ਇੱਥੇ ਬਣਾਈਏ, ਫਿਰ ਅਸੀਂ ਪਿੱਛੇ ਕੋਠੀ ਪਾਈ ਤੇ ਆਪਣੇ ਆਪ ਨੂੰ ਮਨਫੀ ਕਰ ਲਿਆ, ਆਪਣੇ ਆਪ ਵਿੱਚੋਂ ਮਨਫੀ ਕਰ ਲਿਆ, ਆਪਣਾ ਆਪ ਸਾਰਾ ਕੁਝ, ਆਪਣੀ ਕਿਰਤ, ਆਪਣਾ ਟਾਈਮ ਮਨਫੀ ਕਰਕੇ ਅੱਜ ਦੇ ਹਾਲਾਤ ਜੋ ਬਣ ਗਏ ਆ ਉਹ ਇੰਨੇ ਭਿਆਨਕ ਬਣ ਗਏ ਆ ਨਿਊਜ਼ੀਲੈਂਡ ਦੇ। ਔਰ ਇਹਦੇ ਉੱਤੇ ਗੱਲ ਕਰਨੀ ਸਾਡੀ ਸਮਾਜਿਕ ਜ਼ਿੰਮੇਵਾਰੀ ਬਣ। ਮਕਾਨ ਤੁਸੀਂ ਨਹੀਂ ਲੈ ਸਕਦੇ, ਦੁਕਾਨ ਤੁਸੀਂ ਨਹੀਂ ਲੈ ਸਕਦੇ, ਉਤੋਂ ਸਰਕਾਰ ਕੋ ਬਹਾਨੇ ਬਹੁਤ ਆ ਰੋਕਣ ਦੇ ਲਈ। ਬਿਲਕੁਲ। ਉਹਦੇ ਵਿੱਚ ਕੰਪਲਾਈਂਸ ਇੰਨਾ ਜ਼ਿਆਦਾ ਇਹ ਨਹੀਂ ਰੱਖ ਦਿੱਤਾ, ਜਿਹਦੇ ਵਿੱਚ ਕੁਝ ਜੇਬਾਂ ਹੀ ਹੁਣ ਉਹਨੂੰ ਕੰਪਲਾਈ ਕਰਦੀਆਂ, ਕਿਉਂਕਿ ਅਲੱਗ-ਅਲੱਗ ਹੋ ਗਿਆ ਨਾ। ਕਿਉਂਕਿ ਮੈਂ ਫਾਈਨਾਂਸ ਦੇ ਸੈਕਟਰ ਦੇ ਵਿੱਚ ਬਿਲਕੁਲ ਚੰਗੀ ਤਰੀਕੇ ਦੇ ਨਾਲ ਲਾਗਿਓਂ ਦੇਖ ਲਿਆ, ਸਾਰਾ ਕੁਝ ਬਹੁਤ ਜ਼ਿਆਦਾ ਲਾਗਿਓਂ ਦੇਖ ਲਿਆ। ਔਰ ਮੈਂ ਇਹ ਮੰਨ ਕੇ ਚੱਲਦਾ ਹੈਗਾ ਵੀ ਜਿੰਨਾ ਫਾਈਨਾਂਸ ਸੈਕਟਰ ਦੇ ਵਿੱਚ ਕਰਪਸ਼ਨ ਹੈ ਦੁਨੀਆ ਦੀ, ਉਨੀ ਹੋਰ ਕਿਤੇ ਨਹੀਂ। ਮੈਨੂੰ ਲੱਗਾ ਕਹਿੰਦੇ ਨੰਬਰ ਬਰਾੜ ਨੂੰ ਵੀ ਲਿਆਉਣਾ ਹੀ ਪੈਣਾ, ਰਹਿੰਦੀ ਹੁੰਦੀ ਕਸਰ ਉਹ ਕੱਢ ਦੂਗਾ। ਹਾਂਜੀ। ਉਸ ਤੋਂ ਬਾਅਦ ਡਾਕਟਰ ਸੁਖਪ੍ਰੀਤ ਉਦੋਗਿਆ ਭਾਵੇਂ ਵਿਚਾਰਧਾਰਕ ਤੌਰ ਤੇ ਉਹ ਹੋਰ ਕਿਸਮ ਦੇ ਲੋਕ ਹੋਣਗੇ, ਤੇ ਨਾਲ ਇਹ ਵੀ ਗੱਲ ਯਾਦ ਰੱਖਣ ਯੋਗ ਉਹਨਾਂ ਦੇ ਬੇਸ ਤੇ ਵੀ ਤਰਕਸ਼ੀਲ ਰਸਾਲਾ ਪਿਆ ਹੁੰਦਾ। ਹਾਂਜੀ। ਕਮਾਲ ਦੀ ਗੱਲ ਇਹ ਆ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਐਲੋਮੈਂਟੀ ਗਰੁੱਪ ਦੇ ਉੱਤੇ, ਬਹੁਤ ਕਮਾਲ ਦੀ ਰਿਸਰਚ, 2 ਮਹੀਨੇ ਹੋਏ। ਹਾਂ, ਬਹੁਤ ਜ਼ਬਰਦਸਤ। ਠੀਕ ਹੈ। ਸੋ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਪੰਜਾਬ ਦੀ ਇੱਕ ਸਮਝ ਬਣ ਰਹੀ ਹੈ, ਸਾਡੇ ਸਿੱਖ ਬੁੱਧੀਜੀਵੀ ਜਿਹੜੇ ਹੈਗੇ ਆ, ਜਾਂ ਸਾਡੇ ਹੋਰ ਕਮਿਊਨਿਸਟ ਬੁੱਧੀਜੀਵੀ ਜਾਂ ਤਰਕਸ਼ੀਲ ਬੁੱਧੀਜੀਵੀ, ਜਾਂ ਸਾਡੇ ਕਿਸਾਨ ਬਹੁਤ ਜ਼ਬਰਦਸਤ ਵੀਡੀਓ ਸੀ ਉਹ, ਮਜ਼ਦੂਰ ਬੁੱਧੀਜੀਵੀ, ਪਹਿਲੀ ਵਾਰੀ ਹੋਇਆ ਵੀ ਉਹਨਾਂ ਨੇ ਇੰਨੇ ਪ੍ਰੋਗਰੈਸਿਵ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ। ਹਾਂ, ਉਹ ਜਿਹੜੀ ਇਹਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਆ, ਉਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੀਆਂ। ਬਿਲਕੁਲ। ਭਗਤ ਸਿੰਘ ਹੁਣਾਂ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ, ਉਹ ਕਹਿੰਦੇ ਵੀ ਜਦੋਂ ਦੁੱਖਾਂ ਦੀ ਘਾਗ ਦੇ ਵਿੱਚੋਂ ਘਾਗ ਹੁੰਦੀ ਆ, ਜਿੱਦਾਂ ਝੱਗ, ਦੁੱਖਾਂ ਦੀ ਘੱਗ ਦੇ ਵਿੱਚੋਂ ਝੱਗ ਨਿਕਲੇਗੀ, ਉਹ ਜਿਹੜੇ ਸਿਰ ਹੋਣਗੇ ਉਹ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਜਿਵੇਂ ਕਿਸਾਨ ਮੋਰਚੇ 'ਚ ਹੋਇਆ, ਸਾਰੀਆਂ ਤਰ੍ਹਾਂ, ਚਾਹੇ ਨਿਹੰਗ ਸਿੰਘ ਆ, ਚਾਹੇ ਸਾਡੇ ਖੱਬੇ ਪੱਖੀ ਤਰ੍ਹਾਂ ਆ, ਚਾਹੇ ਸਾਡੇ ਆਮ ਸਧਾਰਨ ਕਿਸਾਨ ਮਜ਼ਦੂਰ ਸਭਾਵਾਂ ਸੀ, ਚਾਹੇ ਆੜਤੀਏ ਸੀਗੇ, ਉਹਨਾਂ ਨੇ ਸਿਰ ਜੋੜ ਕੇ ਇਹਦਾ ਹੱਲ ਲੱਭਿਆ। ਦੇਖੋ, ਹਾਂਜੀ। ਇੱਥੇ ਮੈਂ ਇੱਕ ਹੋਰ ਗੱਲ ਕਰਦਾ ਕਿ ਕੈਨੇਡਾ ਜਾਣ ਵਾਲੇ, ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾਣ ਵਾਲੇ,
ਉਹਨਾਂ ਨੂੰ ਕਿਸੇ ਨੂੰ ਬਹੁਤੇ ਨੂੰ ਵਰਲਡ ਬੈਂਕ ਦਾ ਨਹੀਂ ਪਤਾ ਹੁਣ ਕੀ ਕਰਦੀ ਹੈ। ਅੱਜ ਸਾਡਾ ਕਿਸਾਨ ਖੋਲੀ ਦੇ ਪੱਠੇ ਪਾਉਣ ਵਾਲਾ ਵੀ ਉਹਨੂੰ ਇਹ ਵਰਲਡ ਬੈਂਕ ਦੀਆਂ ਸਾਰੀਆਂ ਕਰਪਸ਼ਨ ਪਤਾ ਹੈ ਜੀ, ਤੇ ਜਿਹੜਾ ਸਾਡਾ ਮਨੀ ਉੱਥੇ ਜਾਂਦਾ ਉਹੀ ਮੁੜ ਕੇ ਸਾਨੂੰ ਦਿੱਤਾ ਜਾਂਦਾ। ਬਿਲਕੁਲ ਸਹੀ। ਔਰ ਅਣਭਾਗਾ ਇਹ ਹੋ ਗਿਆ ਕਿ ਜਦੋਂ ਕਿਸੇ ਦੇਸ਼ ਦੇ ਉੱਤੇ ਬਹੁਤ ਜ਼ਿਆਦਾ ਨੈਸ਼ਨਲ ਡੈਟ ਹੋ ਜਾਂਦਾ ਹੈ ਜੀ, ਨੈਸ਼ਨਲ ਡੈਟ ਜਦੋਂ ਹੋ ਜਾਂਦਾ, ਹੁਣ ਨਿਊਜ਼ੀਲੈਂਡ ਦੇ ਉੱਤੇ ਆਉਂਦੇ ਆਪਾਂ ਜੀ, ਨੈਸ਼ਨਲ ਡੈਟ ਹੋ ਜਾਂਦਾ ਤਾਂ ਉਹਦੀ ਇੱਕ ਸਟੈਂਡਰਡ ਐਂਡ ਪੂਅਰਸ ਦੀ ਜਿਹੜੀ ਏਜੰਸੀਜ਼ ਹੈਗੀਆਂ ਆ ਜੀ, ਉਹਨੂੰ ਉਹਦੀ ਰੇਟਿੰਗ ਕਰਾਉਂਦੀਆਂ ਠੀਕ ਹੈ। ਜਿੱਦਾਂ A++ ਤੋਂ A- ਹੋ ਗਈ ਅੱਛਾ, ਠੀਕ ਹੈ। ਜਦੋਂ A- ਹੋ ਗਈ ਉਹ ਕਹਿੰਦੇ ਨਹੀਂ ਬਾਈ, ਜਿੱਦਾਂ ਇੱਥੇ ਸੈਕੰਡ ਬੈਂਕ ਕੋਲ ਨਹੀਂ ਪ੍ਰਾਈਵੇਟ ਬੈਂਕ ਕੋਲ ਜਾਣਾ ਪੈਂਦਾ ਪੈਸੇ ਦੇਣ ਲਈ, ਉਹ ਤੁਹਾਨੂੰ ਫਿਰ ਕਰਜ਼ਾ ਮਹਿੰਗਾ ਦਿੰਦੇ ਆ। ਬਿਲਕੁਲ। ਇਹਨਾਂ ਕੋਲ ਇੰਨੇ ਜ਼ਿਆਦਾ ਟੈਕਨੀਕਲ ਟੂਲ ਹੈ ਕਿ ਇਨਫਲੇਸ਼ਨ ਦਾ ਹੁਣ ਰੌਲਾ ਪਾ ਲਿਆ। ANZ ਨੇ ਕਹਿਤਾ ਵੀ 6 ਤੱਕ ਪਹੁੰਚ ਜਾਣੀ ਹੈ। ਬਿਲਕੁਲ। ਔਰ ਮੈਂ ਹੁਣੇ ਇੱਕ ਰਿਪੋਰਟ ਪੜ੍ਹ ਕੇ ਆਇਆ ਜਿਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ 96 ਤੋਂ 98 ਦੇ ਵਿੱਚ ਸਭ ਤੋਂ ਵੱਧ ਇਨਫਲੇਸ਼ਨ ਹੋਈ ਸੀ। 30 ਈਅਰ ਦੇ ਬਾਅਦ ਸਭ ਤੋਂ ਉੱਤੇ ਇਨਫਲੇਸ਼ਨ ਹੋ ਰਹੀ ਹੈ। ਇਹ ਹੁਣ ਇਨਫਲੇਸ਼ਨ ਹੈ ਕੀ ਆ, ਤੁਹਾਡਾ ਡਾਲਰ ਵੈਲਿਊ ਜਿਹੜਾ ਹੈ ਉਹ ਬਹੁਤ ਘਟ ਜਾਂਦੀ ਹੈ ਜੀ, ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਫਰੂਟ ਹੈ, ਜਿਹੜਾ ਆਮ ਜੀਣ ਦੀ ਜ਼ਿੰਦਗੀ ਆ, ਉਹ 4.7 ਤੱਕ ਉੱਪਰ ਚਲੀ ਗਈ। ਬਿਲਕੁਲ ਸਹੀ। ਤੁਸੀਂ ਇਹ ਅੱਜ ਦਾ ਨਹੀਂ ਹੈ, ਇਹ 15 ਦਾ ਚੱਲਦਾ ਹੈਗਾ। ਉਹ ਉਦੋਂ ਦਾ ਆਪਾਂ ਰੌਲਾ ਪਾਈ ਜਾਂਦੇ ਆ। ਮੈਂ ਕਹਿੰਦਾ 3 ਮਹੀਨੇ ਪਹਿਲਾਂ ਵੀ ਜਿਹੜੀ ਰੌਲਾ ਪਾ ਕੇ ਗਿਆ ਸੀ ਉਹ ਵੀ ਸੱਚੋ ਸੱਚ ਹੋ ਗਿਆ। ਬਿਲਕੁਲ ਉਹ ਸਾਰਾ ਕੁਝ ਸਾਹਮਣੇ। ਉਹ ਜਿੰਨੀ ਕੁ ਪੇਸ਼ੈਂਟ ਹੋਈ ਤੁਸੀਂ ਕੀਤੀ ਸੀ, ਉਹ ਮੈਂ ਹੁਣ ਆਉਣ ਤੋਂ ਪਹਿਲਾਂ ਚੈੱਕ ਕਰ ਰਿਹਾ ਸੀ, ਉਹ ਲਗਭਗ ਸਾਰੀ ਠੀਕ ਹੈ, ਇਦਾਂ ਹੀ ਹੋਈ। ਹਾਂਜੀ, ਉਹਦੇ ਵਿੱਚ ਉਹ ਠੀਕ ਕਿਵੇਂ ਆ? ਉਹ ਠੀਕ ਤੁਹਾਡੇ ਮੇਰੇ ਵਰਗੇ ਸੁਣ ਕੇ ਨਹੀਂ ਹੁੰਦਾ। ਪਰਮਿੰਦਰ ਰੌਲਾ ਪਾਈ ਜਾ, ਮੁਖਤਾਰ ਰੌਲਾ ਮਾਰ ਪਾਉਣਾ ਪਾਈ ਜਾਵੇ। ਰੌਲਾ ਜਦੋਂ ਜੌਨ ਕਿਉਂ ਨਹੀਂ ਪਾਉਂਦੇ ਆ, ਉਹਦਾ ਕੋਈ ਮਤਲਬ ਹੁੰਦਾ। ਇਸ ਦੇਸ਼ ਦਾ ਸਾਰਾ ਆ। ਪਰ ਜਿਹੜੇ ਪੰਗੇ 'ਚ ਉਹ ਪਾ ਕੇ ਗਿਆ ਕਿਸੇ ਲੋਕਾਂ ਨੂੰ, ਹੋਰ ਦੁਨੀਆ ਦੇ ਭਰੇ ਮੇਲੇ ਛੱਡ ਗਿਆ। ਉਹਨਾਂ ਦਾ ਚੇਲਾ ਕੀ ਕਰੂ ਕ੍ਰਿਸ ਲਾਕਸਨ? ਉਹ ਤੇ ਆਉਂਦੇ ਆਪਾਂ। ਉਹ ਚੇਲੇ ਤਾਂ ਹੁਣ ਪੱਪੂ ਬੜਾ ਕੇ ਛੱਡ ਦਿੱਤਾ ਉਹਨੂੰ, ਤਾਂ ਉਹਨੂੰ ਤਾਂ ਸਮਝ ਹੀ ਨਹੀਂ ਆ ਰਹੀ ਵਿਚਾਰੇ ਨੂੰ ਵੀ ਮੋਰੇ ਜਿਹੜੀ ਬੀਬੀ ਆ ਉਹ ਤਾਂ ਐਂ ਲੱਗਦਾ ਜਿਵੇਂ ਮੋਦੀ ਵਰਗੀ ਹੋਵੇ। ਸੋ ਇਸ ਗੱਲ ਦੇ ਉੱਤੇ ਜਿਹੜਾ ਆਪਾਂ ਨੂੰ, ਮੈਨੂੰ ਅੰਦਰ ਖਾਤੇ ਪਤਾ ਲੱਗਾ ਵੀ ਇਧਰੋਂ ਜਿਹੜੀ ਨੰਬਰ 2 ਲੀਡਰ ਆ ਨਿਕੋਲਾ ਵਿਲਿਸ, ਉਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਵੈਸੇ ਪ੍ਰਧਾਨ ਮੰਤਰੀ ਦੇ ਲਈ। ਹੁਣ ਉਹ ਕਿਉਂਕਿ ਇੱਕ ਫੀਮੇਲ ਲੇਡੀ, ਇਹਨਾਂ ਨੂੰ ਫੀਮੇਲ ਫੇਸ ਲੈ ਕੇ ਆਉਣਾ ਪੈਣਾ। ਉਹ ਖੈਰ ਮੇਰਾ ਤਾਂ ਉਹ ਵਿਸ਼ਾ ਹੈ ਨਹੀਂਗਾ ਨਾ। ਮੈਨੂੰ ਉਹ ਆਪਾਂ ਕ੍ਰਿਸ ਲਾਕਸਨ ਦੇ ਪੁੱਛਾਂਗੇ ਨਾ, ਉਹਨਾਂ ਨੂੰ ਪੁੱਛ ਲਓ। ਵੈਸੇ ਇੱਕ ਮੁੰਡਾ ਸਿਮੀਅਨ ਬਰਾਊਨ ਆ, ਪਾਕੂਰੰਗਾ ਤੋਂ ਨੈਸ਼ਨਲ ਪਾਰਟੀ ਦਾ MP ਆ, ਤੁਹਾਡਾ ਵਾਂਗੂ ਨੌਜਵਾਨ ਆ, ਉਹਨੂੰ ਪੁੱਛਾਂਗੇ ਸ਼ੁੱਕਰਵਾਰ ਨੂੰ। ਉਹ ਆ ਰਿਹਾ। ਹਾਂਜੀ, ਵਧੀਆ ਗੱਲ ਹੈ ਜੀ। ਜਿਹੜੇ ਮੇਰੇ ਪੰਜਾਬੀ ਦੇ ਵਿੱਚ ਸਾਡੇ ਲੀਡਰ ਜਿਹੜੇ ਹੈਗੇ ਆ, ਜਿਹੜੇ ਇਸ ਪਾਸੇ ਨੂੰ ਹੈਗੇ ਆ, ਮੈਂ ਤਾਂ ਪੋਲੀਟੀਕਲ ਐਨਾਲਿਸਿਸ ਕਰ ਸਕਦਾ ਹਾਂ ਤੇ ਮੈਂ ਪੋਲੀਟੀਕਲ ਹੈ ਨਹੀਂਗਾ। ਪਰ ਇੱਕ ਚੀਜ਼ ਆ ਨਾ, ਜਿਹੜੀ ਹੁਣ ਗੱਲ ਆਪਾਂ ਅੱਗੇ ਜਾ ਕੇ ਕਰਨੀ ਆ, ਉਹਦੇ ਵਿੱਚ ਬਹੁਤ ਸਾਰੇ ਪੰਜਾਬੀ ਭੈਣਾਂ ਭਰਾ ਆ, ਨਿਤ ਦਿਨ ਤੁਸੀਂ ਬਹੁਤ ਸਾਰੀਆਂ ਮਹਿਫਲਾਂ ਮਸਾਵਿਆਂ ਦੇ ਵਿੱਚ ਜਾਂਦੇ ਹੋ ਤੇ ਦੱਬੀ ਜ਼ਬਾਨ ਦੇ ਵਿੱਚ ਲੋਕ ਇਹੀ ਗੱਲ ਕਹਿੰਦੇ ਆ ਕਿ ਜਦੋਂ ਹੁਣ ਤੁਸੀਂ ਪੋਲੀਟੀਕਲ ਲੀਡਰਸ ਵੱਲ ਵੀ ਦੇਖਦੇ ਹੋ, ਇੱਕ ਬਹੁਤ ਵੱਡਾ ਖਿਲਾਫ ਪੈਦਾ ਹੋ ਗਿਆ। ਭਾਰਤੀ ਮੂਲ ਦੇ ਜਿਹੜੇ ਹਰੀਆਂ ਸੀਟਾਂ ਤੇ ਬਹਿਣ ਵਾਲੇ MP ਸੀ, ਉਹ ਬਹੁਤੇ ਕਾਰਗਰ ਸਿੱਧ ਨਹੀਂ ਹੋਏ, ਤੇ ਜਿਹੜੇ ਹੁਣ ਅੱਗੋਂ ਲਾਈਨ ਦੇ ਵਿੱਚ ਵੀ ਲੱਗੇ ਹੋਏ ਆ, ਉਹਨਾਂ ਲਈ ਵੀ ਸਿੱਖਣ ਨੂੰ ਕੀ ਕੁਝ ਆ, ਮੁਲਕ ਦੀ ਇਕਨੋਮੀ ਨੂੰ ਲੈ ਕੇ ਜਾਂ ਮੁੱਖ ਵਿਰੋਧੀ ਧਿਰਾਂ ਨੂੰ ਲੈ ਕੇ, ਉਹਨਾਂ ਵੱਲੋਂ ਵੀ ਉਹ ਤਿੱਖੀ ਗੱਲ ਸਾਹਮਣੇ ਆ ਨਹੀਂ ਰਹੀ ਜਿਹਦੀ ਉਮੀਦ ਕਰਕੇ ਬੈਠੇ ਸੀ ਆਪਾਂ। ਪਰਮਿੰਦਰ ਜੀ, ਇੱਕ ਗੱਲ ਧਿਆਨ ਨਾਲ ਸਮਝ ਲਈਏ ਆਪਾਂ ਜੀ। ਜਿੱਦਾਂ ਜਸੰਡਾ ਹੋ ਗਏ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣ ਲੱਗਾ ਮੈਂ। ਜਸੰਡਾ ਹੋਈ, ਮੋਦੀ ਹੋਇਆ, ਮਨਮੋਹਨ ਹੋਇਆ, ਚਾਹੇ ਟਰੂਡੋ ਹੋਇਆ, ਚਾਹੇ ਓਬਾਮਾ ਹੋਇਆ, ਇਹ ਨਹੀਂ ਚੱਲਦੇ ਹੈਗੇ। ਇਹ ਕਠਪੁਤਲੀਆਂ ਆ। ਇਹਨਾਂ ਨੂੰ ਸਟੇਟ ਚਲਾਉਂਦੀ ਆ। ਉਹ ਸਟੇਟ ਜਿਹੜੀ ਇਸ ਵੇਲੇ ਜਿਹਨੂੰ ਉਹ ਮੋਨਿਟਰੀ ਫੰਡ, ਉਹ ਵਰਲਡ ਬੈਂਕ, ਜਿਹਨੂੰ ਤੁਸੀਂ ਕਦੇ ਵੀ ਆਡਿਟ ਨਹੀਂ ਕਰ ਸਕਦੇ, ਕਦੇ ਆਡਿਟ ਕਰਨ ਦਾ ਤੁਸੀਂ ਸੋਚ ਵੀ ਨਹੀਂ ਸਕਦੇ, ਤੇ ਉਹਦੇ ਵਿੱਚ 10-15 ਫੈਮਲੀਆਂ ਹੀ ਸਾਰੀ ਜਿਹੜੀਆਂ ਚਲਾ ਰਹੀਆਂ ਇਸ ਵਰਲਡ ਨੂੰ। ਬਿਲਕੁਲ ਸਹੀ। 1932 ਤੋਂ ਭਗਤ ਸਿੰਘ ਨੂੰ, ਸੌਰੀ ਮੈਂ ਯਾਦ ਭੁੱਲ ਗਿਆ, ਭਗਤ ਸਿੰਘ ਦੀ ਤਾਂ ਫਾਂਸੀ ਹੋਈ ਸੀ। ਉਹਨਾਂ ਤੋਂ ਪਹਿਲਾਂ 3 ਸਾਲ ਪਹਿਲਾਂ ਭਗਤ ਸਿੰਘ ਹੁਣਾਂ ਨੇ ਇਸੇ ਕਰਕੇ ਇਨਕਲਾਬ ਸ਼ੁਰੂ ਕੀਤਾ ਸੀ ਕਿ ਇੰਗਲੈਂਡ ਮਰ ਰਿਹਾ ਆ। ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਸੀ ਇਕਨੋਮਿਕਲੀ ਇਹ ਮਰ ਗਿਆ, ਇਸ ਕਰਕੇ ਇੱਥੋਂ ਇਨਕਲਾਬ ਸ਼ੁਰੂ ਕਰੋ, ਇੱਥੋਂ ਲੜਾਈ ਸ਼ੁਰੂ ਕਰੋ। ਉਹ ਮੁੰਡੇ ਬਹੁਤ ਇੰਟੈਲੀਜੈਂਟ ਸੀ, ਬਹੁਤ ਪੜ੍ਹਦੇ ਸੀ, ਕਿਤਾਬ ਨਾਲ ਰਿਸ਼ਤਾ ਸੀ। ਅੱਜ ਕੀ ਹੋਇਆ ਕਿਤਾਬ ਨਾਲ? ਅਸੀਂ ਕਦੋਂ ਲੜਾਂਗੇ? ਅੱਜ ਸਾਡਾ ਕਿਤਾਬ ਨਾਲ ਰਿਸ਼ਤਾ ਤੋੜ ਕੇ ਜਿੰਨਾ ਟਾਈਮ ਟਿਕਟੌਕ ਤੇ ਫੇਸਬੁੱਕ ਤੇ ਸਾਡਾ ਜਾ ਰਿਹਾ ਯੰਗਸ ਦਾ, ਠੀਕ ਹੈ, ਸਾਰਾ ਪੰਜਾਬ ਨੱਚਣ ਲਾਤਾ ਉਹਦੇ ਤੇ, ਠੀਕ ਹੈ। ਉਹ ਜਦੋਂ ਇਹ ਸਾਰਾ ਕੁਝ ਤੁਸੀਂ ਟੁੱਟਦੇ ਆ, ਜਦੋਂ ਅਸੀਂ ਧਰਾਤਲ ਨਾਲ ਟੁੱਟ ਗਏ, ਤੇ ਹੁਣ ਸਾਡਾ ਦੇਸ਼ ਨਹੀਂ ਹੈਗਾ ਕੋਈ ਵੀ। ਜਦੋਂ ਬੜਾ ਵਧੀਆ ਗਾਇਆ ਗਦਰੀ ਬਾਬਿਆਂ ਨੇ, ਉਹ ਕਹਿੰਦਾ ਵੀ ਸਾਡਾ ਕੀ, ਹੁਣ ਸਾਡਾ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ, ਠੀਕ ਹੈ। ਹੁਣ ਜਦੋਂ ਇਹ ਅੰਦਰੋਂ ਚੀਜ਼ ਪੈਂਦੀ ਹੈ, ਜਦੋਂ ਆਪਾਂ ਕਹਿੰਦੇ ਆ ਵੀ ਸਾਡਾ ਦੇਸ਼ ਹੀ ਹੈ ਨਹੀਂ ਕੋਈ, ਯਾਰ ਹੈ ਨਹੀਂ, ਸੱਚੀ ਨਹੀਂ, ਇੱਥੇ ਵੀ ਨਹੀਂ ਹੈਗਾ, ਉੱਥੇ ਵੀ ਨਹੀਂ ਹੈਗਾ। ਸੋ ਹੁਣ ਜਿਹੜਾ ਨਿਊਜ਼ੀਲੈਂਡ ਦੇ ਉੱਤੇ ਆਉਂਦੇ ਆਪਾਂ, ਨਿਊਜ਼ੀਲੈਂਡ ਦੇ ਵਿੱਚ ਜਦੋਂ ਬੀਬਾ ਗਈ ਸੀ, ਮੈਂ ਪਿਛਲੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ, ਜਦੋਂ ਹੈਲਨ ਕਲਰਕ ਛੱਡ ਕੇ ਗਿਆ, ਜਦੋਂ ਆਪਾਂ ਇੱਥੇ ਸੀਗੇ ਦੋਨੋਂ ਜਣੇ, ਹੈਲਨ ਕਲਰਕ ਛੱਡ ਕੇ ਗਿਆ, $13 ਬਿਲੀਅਨ ਨੈਸ਼ਨਲ ਡੈਟ ਸੀ। ਬਿਲਕੁਲ। ਔਰ ਉਦੋਂ ਉਹ ਵੀ ਜ਼ਿਆਦਾ ਲੱਗਦਾ ਹੁੰਦਾ ਸੀ, ਉਸ ਵੇਲੇ ਬਹੁਤ ਜ਼ਿਆਦਾ। ਅਸੀਂ ਕਹਿਣਾ ਯਾਰ ਅੱਛਾ ਵੀ ਸਾਨੂੰ ਤਾਂ ਕੁਝ ਹੋਰ ਦੱਸਿਆ ਜਾ ਰਿਹਾ ਵੀ ਅਸਲ 'ਚ ਕਹਾਣੀ ਆ। ਹਾਂਜੀ। ਉਸ ਤੋਂ ਬਾਅਦ
ਜੌਨ ਕੀ ਹੁਣੀ ਛੱਡ ਕੇ ਗਏ, ਇਹ ਉਹ ਸਰਕਾਰ ਆ ਜਿਹੜੀ ਆਪਣੇ ਆਪ ਨੂੰ ਬਿਜ਼ਨਸਮੈਨਾਂ ਦੀ ਸਰਕਾਰ ਰੀਟੇਲ ਇੰਡਸਟਰੀ ਦੇ ਨਾਲ ਜੁੜੀ ਹੋਈ ਸਮਝਦੀ। ਨਹੀਂ, ਇਹ ਆਪਣੇ ਆਪ ਨੂੰ ਬਿਜ਼ਨਸਮੈਨ ਸਰਕਾਰ ਕਹਿੰਦੇ ਆ ਮਾਸਟਰਾਂ ਦੀ ਆ, ਆ ਜਿਹੜੀ ਲਾਲ ਜਮ ਹੈਗੀ ਆ ਨਾ, ਤੁਹਾਡਾ ਵੀ ਰੰਗ ਹੋ ਜਾਈ। ਉਹ ਕਹਿੰਦੇ ਇਹ ਮਾਸਟਰਾਂ ਦੀ ਆ ਪਾਰਟੀ, ਤੇ ਜਿਹੜੀ ਆਪਣੇ ਜੌਨ ਕੀ ਹੋਣਾ ਦੀ ਸੀਗੀ ਉਹ ਕਹਿੰਦੇ ਇਹ ਜੀ ਬਿਜ਼ਨਸਮੈਨਾਂ ਦੀ ਆ। ਬਿਲਕੁਲ ਸਹੀ। ਤੇ ਜੇ ਬਿਜ਼ਨਸਮੈਨਾਂ ਦੀ ਪਾਰਟੀ ਆ, ਜੇ ਭੜੋ ਵਰਲਡ ਬੈਂਕ ਤੋਂ ਲੈ ਕੇ ਦੇਣਾ ਸੀ ਮੈਨੂੰ ਪ੍ਰਧਾਨ ਮੰਤਰੀ ਬਣਾਉਂਦੇ, ਜਿਹਨੂੰ ਮਰਜ਼ੀ ਬਣਾ ਜਿਹਨੂੰ ਮਰਜ਼ੀ ਬਣਾ ਦੇ, ਇਹ ਤਾਂ ਪ੍ਰੋਪਰਟੀ ਚਾਹੀਦਾ ਹਾਂ, ਮੂਰੇ ਪ੍ਰੋਪਰਟੀ ਚਾਹੀਦਾ। ਉਹਨੇ $66 ਬਿਲੀਅਨ ਨਿਊਜ਼ੀਲੈਂਡ ਤੇ ਛੱਡ ਕੇ ਗਿਆ, 60 to 66 ਤੱਕ। ਹੁਣ ਆ ਗਈ ਇਹ ਬੀਬਾ, ਇਹਦੀ ਮਾੜੀ ਕਿਸਮਤ ਹੈ, ਪਤਾ ਨਹੀਂ ਇਹਦਾ ਵਿਆਹ ਦਾ ਕੀ ਚੱਕਰ ਹੈ ਕੀ ਨਹੀਂ। ਵਿਆਹ ਤਾਂ ਚਲੋ ਇਦਾਂ ਉਹਨੇ ਹਮਦਰਦੀ ਲੈ ਲਈ। ਮੈਂ ਦੇਖ ਰਿਹਾ ਸੀ ਉਹ ਪੰਜਾਬ ਦੇ ਵਿੱਚ ਕਈ ਲੋਕਾਂ ਨੇ ਇਹਨੂੰ ਉਦਾਹਰਨ ਦੇ ਤੌਰ ਤੇ ਮੁਖਤਿਆਰ ਜੀ ਕਹਿਣਾ ਸ਼ੁਰੂ ਕਰਤਾ ਵੀ ਦੇਖੋ ਜੀ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਕਿੱਡੀ ਮਹਾਨ ਆ, ਉਹਨੇ ਹਦਾਇਤਾਂ ਲਾਉਣ ਵੇਲੇ ਇਹ ਵੀ ਨਹੀਂ ਦੇਖਿਆ ਕਿ ਮੇਰਾ ਵਿਆਹ ਜਿਹੜਾ ਲੇਟ ਹੋ ਰਿਹਾ। ਮੈਨੂੰ ਤਾਂ ਇਹ ਲੱਗੀ ਜਾਂਦਾ ਵੀ ਇਹਨੂੰ ਲੈ ਕੇ ਵੋਟ ਬੈਂਕ ਜਿਹੜਾ ਉਹਨੂੰ ਸ਼ਾਇਦ ਕੀਤਾ ਜਾ ਸਕਦਾ, ਹਮਦਰਦੀ ਲਈ ਜਾ ਸਕਦੀ ਆ ਵੀ ਦੇਖੋ ਜੀ ਮੈਂ ਤਾਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਪੋਲੀਟੀਕਲ ਬੰਦਿਆਂ ਦੇ ਜਿਹੜੇ ਪੈਂਤੜੇ ਆ ਉਹ ਬੜੇ ਵੱਖਰੇ ਹੁੰਦੇ ਆ। ਹਾਂਜੀ, ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ 1924 ਤੋਂ 25 ਦੇ ਵਿੱਚ $126 ਬਿਲੀਅਨ ਕਿਹਾ ਸੀ। ਇੱਥੇ ਰੱਖ, ਅਸੀਂ ਪੰਜਾਬ ਦੀ ਆਰਥਿਕਤਾ ਦਾ 126 ਬਿਲੀਅਨ, 13 ਬਿਲੀਅਨ ਤੋਂ ਗੱਲ ਸ਼ੁਰੂ ਹੋਈ। ਜਿਹੜੀ ਬੀਬੀ ਯੂਐਨਓ ਚ ਜਾ ਕੇ ਆਪਣੀ ਸੀਟ ਸਿਕਿਉਰ ਕਰਕੇ ਬੈਠੀ ਆ, ਉਸੇ ਰਾਹ ਦੇ ਉੱਤੇ ਆਂਟੀ ਸ਼ਿੰਦੇ ਵੀ ਤੁਰਨਾ ਚਾਹੁੰਦੀ ਆ, ਲੇਕਿਨ ਹਾਲਾਤ ਇਹ ਆ ਵੀ 13 ਬਿਲੀਅਨ ਤੋਂ 126 ਬਿਲੀਅਨ ਤੇ ਗੱਲ ਆ ਗਈ ਆ। ਹੁਣ ਦੇਖ ਲਓ ਵੀ ਜਿਹੜੀ ਅਗਲੀ ਪੀੜ੍ਹੀ ਆ ਜਾਂ ਸਾਡੀ ਪੀੜ੍ਹੀ ਆ, ਜਿਹੜੀ ਜਦੋਂ ਉਹਨੇ ਬਜ਼ੁਰਗ ਹੋਣਾ, ਉਹਨੇ ਪੈਨਸ਼ਨ ਭਾਲਣੀ ਆ, ਤਾਂ ਸਾਡੇ ਇਸੇ ਆਉਣਾ ਕੀ ਆ? ਤੁਹਾਡੇ ਇਸੇ ਆਉਣਾ ਇਹ ਹੈ ਕਿ ਤੁਹਾਡੀਆਂ ਲੋੜਾਂ ਨੂੰ ਘੱਟ ਕੀਤਾ ਜਾਣਾ, ਬਿਲਕੁਲ ਉਸ ਤਰ੍ਹਾਂ ਤੁਹਾਨੂੰ ਜਿਵੇਂ ਇੱਕ ਡਰਿੰਕ ਤੇ ਪਾਈ ਤੇ ਰੱਖਿਆ ਜਾਣਾ, ਕਿਉਂਕਿ ਤੁਹਾਡੇ ਜਿਹੜੇ ਦੇਖੋ ਕਿੱਡੀ ਵੱਡੀ ਕੋਫਤਾ ਨਹੀਂ ਮਿਲਣਾ ਮੇਰੇ ਵਰਗੇ ਨੂੰ। ਨਹੀਂ, ਬਟ ਵੱਡੀ ਬੱਬਲ ਜਿਹੜੀ ਆ ਆਪਾਂ ਉੱਥੇ ਫਿਰ ਰੀਅਲ ਸਟੇਟ ਤੇ ਆਉਂਦੇ, ਕਿਉਂਕਿ ਦੋ ਭੈਣ ਭਰਾ ਆ, ਫਾਈਨਾਂਸ ਸੈਕਟਰ ਤੇ ਰੀਅਲ ਸਟੇਟ ਭੈਣ ਭਰਾ ਹੈ, ਬਰਾਬਰ ਹੀ ਚੱਲਣਾ। ਤੇ ਸੋ ਇਹ ਜਦੋਂ OCR ਦਾ ਰੌਲਾ ਜੀ ਵਿੱਚ ਪੈਣਾ। ਹਾਂਜੀ, ਜਦੋਂ ਇਹ ਇੰਨਾ ਵੱਡਾ ਨੈਸ਼ਨਲ ਡੈਟ ਹੋ ਗਿਆ, ਨੈਸ਼ਨਲ ਡੈਟ ਦੇ ਵਿੱਚ ਇੱਕ ਹੋਰ ਬੈਡ ਜਿਹੜੀ ਨਿਊਜ਼ ਹੈਗੀ ਆ, ਬੈਡ ਨਿਊਜ਼ ਆਪਾਂ ਘੱਟ ਲਈ। ਪਰ ਉਤਾਰ ਜੀ ਬੋਲਿਆ ਕਿਉਂ ਨਹੀਂ? ਮੈਂ ਪਹਿਲਾਂ ਵੀ ਉਹ ਇਸ਼ਾਰਾ ਕੀਤਾ, ਪੋਲੀਟੀਕਲ ਪਾਰਟੀਆਂ ਵਿੱਚੋਂ ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ ਸੀ, ਉਹਨਾਂ ਦੇ ਵਿੱਚ ਏਡੇ ਤਿੱਖੇ ਬੰਦੇ ਬੈਠੇ, ਉਹ ਬੋਲੇ ਕਿਉਂ ਨਾ? ਉਹ ਕਿਉਂ ਕਿੱਦਾਂ ਬੋਲਦੇ ਹੋ? ਸਾਰੇ ਤਾਂ ਸਟੇਟ ਦੇ ਪਪਟ ਆ, ਕਿਵੇਂ ਬੋਲਣ? ਉਹ ਗਾਹਾਂ ਉਹਨਾਂ ਨੂੰ ਵੀ ਤੇ ਸੀਟ ਦੇ ਉੱਤੇ ਬਿਠਾਉਣਾ। ਚਿਹਰੇ ਬਦਲਦੇ ਆ, ਬਿਲਕੁਲ ਚਿਹਰੇ ਬਦਲਦੇ ਆ, ਸਿਸਟਮ ਨਹੀਂ ਬਦਲ ਰਿਹਾ। ਹੈਂਡਓਵਰ ਟੇਕ ਓਵਰ ਹੀ ਆ ਬਸ। ਤੂੰ ਕਹਿੰਦਾ ਉੱਤਰ ਕਾਟੋ ਮੈਂ ਚੜਾ, ਜਿਹੜਾ ਪੰਜਾਬੀ ਚ ਕਹਿੰਦੇ ਆ, ਵੀ ਤੂੰ ਹੁਣ ਮੈਨੂੰ ਚੜ ਲੈਂਦੇ, ਕੋਈ ਗੱਲ ਨਹੀਂ, ਤੂੰ ਬੀਬਾ ਉੱਤਰ ਜਾ, ਤੇਰੀ ਵਾਲੀ ਬੇਇੱਜ਼ਤੀ। ਜੇ ਹਾਲਾਤ ਏਡੇ ਹੀ ਮਾੜੇ ਆ, ਤੇ ਜਿਹੜੇ ਹੁਣ ਅਸੀਂ ਦਮਗਜੇ ਮਾਰਦੇ ਫਿਰਦੇ ਆ, ਛੋਟੀ ਜੀ ਪ੍ਰਾਪਤੀ ਦੇ ਅਸੀਂ ਜਸ਼ਨ ਮਨਾਉਂਦੇ ਆ, ਦੈਟ ਮੀਨਸ ਉਹ ਤਾਂ ਸਿਰਫ ਸ਼ੁਰੂਆਤਾਂ ਆ, ਲੇਕਿਨ ਅੱਗੇ ਘਾਟੀ ਜਿਹੜੀ ਬਹੁਤ ਸਖਤ ਆ। ਜਿਹੜਾ ਦੇਖੋ ਆਪਣੇ 1,65,000 ਜਿਹੜੇ ਬੱਚੇ ਮੇਰੀਆਂ ਭੈਣਾਂ ਭਰਾ ਜਿਹੜੇ ਹੈਗੇ ਆ, ਉਹ ਪੱਕੇ ਹੋ ਰਹੇ, ਬਿਲਕੁਲ ਮੁਬਾਰਕ ਆ ਉਹਨਾਂ ਨੂੰ। ਪਰ ਇੱਕ ਗੱਲ ਜਿਹੜੀ ਜ਼ਿੰਮੇਵਾਰੀ ਨਾਲ ਫੇਰ ਕਹਿ ਰਹੇ ਆਪਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ 24-26 ਤੱਕ ਇਹਨਾਂ ਨੇ ਸਾਰਾ ਕੁਝ ਜਿਹੜੀਆਂ ਪਾਲਿਸੀਜ਼ ਚੇਂਜ ਕਰਨੀਆਂ, ਇਹ ਪਾਲਿਸੀਆਂ ਇੱਥੋਂ ਚੇਂਜ ਨਹੀਂ ਹੋਣੀਆਂ, ਇਹ ਵਰਲਡ ਬੈਂਕ ਦੀਆਂ ਪਾਲਿਸੀਜ਼ ਚੇਂਜ ਹੋ ਰਹੀਆਂ। ਅੱਛਾ, ਜਦ ਤੱਕ ਉਹ ਟਾਈਟਨੈਸ ਤੇ ਉਹਨਾਂ ਨੇ ਕੀਤਾ ਜੀ, ਜਦ ਤੱਕ ਉਹ ਰਿਲੈਕਸ ਨਹੀਂ ਕਰਦੇ ਕਿਸੇ ਨੂੰ ਜੀ, ਜਦ ਤੱਕ ਬੈਂਕ ਰਿਲੈਕਸ ਨਹੀਂ ਕਰਦੀ, ਦੁਨੀਆ ਦਾ ਕੋਈ ਵੀ ਸਿਸਟਮ ਰਿਲੈਕਸ ਨਹੀਂ ਹੋ ਸਕਦਾ। ਹੁਣ ਫਿਰ OCR ਦੀ ਗੱਲ ਕਰ ਲਈਏ, ਉੱਥੇ ਆਓ, ਉਹਦੇ ਪ੍ਰਭਾਵ ਵੀ ਦੇਖ ਲਈਏਗਾ ਕੀ ਹੋਣੇ, ਕਿਹੜੇ ਭਾਅ ਵੇਖਣੀ ਫਿਰ। ਬਿਲਕੁਲ। ਉਸ ਤੋਂ ਪਹਿਲਾਂ ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਐਕਨੋਲੇਜ ਕਰ ਲਵਾਂ। ਸਾਡਾ ਯੂਨੀਵਰਸਿਟੀ ਮਿੱਤਰ ਜਿਹੜਾ ਕਹਿੰਦਾ ਵੀ ਬਹੁਤ ਖੂਬ ਚਰਚਾ, ਬਿਕਰਮਜੀਤ ਸਿੰਘ ਮਟਰਾ ਹੋਣੀ ਕਹਿੰਦੇ ਜਿਹੜੇ ਮਸਲੇ ਮੁਖਤਿਆਰ ਬਾਈ ਉਠਾਉਂਦਾ, ਸਮਾਜ ਉਹਨਾਂ ਵੱਲ ਪਿੱਠ ਕਰਕੇ ਖੜਾ, ਅਸੀਂ ਚਿੰਤਨ ਹੀ ਨਹੀਂ ਕਰਦੇ। ਬਿਲਕੁਲ ਸਹੀ ਗੱਲ ਆ। ਸਾਨੂੰ 9 to 5 ਦੇ ਚੱਕਰ 'ਚ ਜਾਂ ਸ਼ਿਫਟਾਂ ਦੇ ਚੱਕਰ 'ਚ ਇੰਨਾ ਜ਼ਿਆਦਾ ਇਹਨਾਂ ਨੇ ਇਨਵੋਲਵ ਕਰਤਾ ਵੀ ਸਾਡੇ ਕੋਲ ਸਮਾਂ ਹੀ ਨਹੀਂ ਹੈ। ਤੇ ਰਘਵੀਰ ਸਿੰਘ JP ਸਾਡੇ ਸੀਨੀਅਰ, ਉਹ ਕਹਿੰਦੇ ਵੀ ਤੁਹਾਡਾ ਕੈਮਰਾ ਸੈੱਟ ਕਰਨ ਵਾਲਾ ਭਾਜੀ ਮੈਂ ਗੁਜ਼ਾਰੇ ਯੋਗਾ ਕਰ ਲਿਆ, ਓਮਿਕਰੋਨ ਦਾ ਰੌਲਾ ਪੈ ਗਿਆ ਕਰਕੇ ਅਸੀਂ ਅਸਲ 'ਚ 1 ਮੀਟਰ ਦੇ ਡਿਸਟੈਂਸ ਤੇ ਬੈਠੇ ਆ। ਮੈਂ ਕਿਹਾ ਵੀ ਹੋਰ ਨਾ ਸ਼ਿਕਾਇਤ ਲੱਗ ਜਾਵੇ, ਮੁੜ ਕੇ ਇੱਥੋਂ ਬਹਿਣੋਂ ਵੀ ਜਾਂਦੇ ਲੱਗੀਏ। ਬਿਲਕੁਲ ਇਹ ਵੀ ਡਰ ਲੱਗਾ ਰਹਿੰਦਾ। ਉਹ ਕਹਿੰਦੇ ਕਿ ਜਿਹਨੇ ਸ਼ਿਕਾਇਤ ਕਰਨੀ ਠੀਕ ਆ, ਨਾਲੇ ਸਾਨੂੰ ਵੀ ਅਕਲ ਆ ਜਾਊਗੀ ਵੀ ਅਸੀਂ ਵੈਸੇ ਤਾਂ ਫਾਸਲੇ ਦਲਾਂ ਤੇ ਬਹੁਤ ਪਏ ਹੋਏ ਆ, ਹਰ ਇੱਥੇ 1-2 ਮੀਟਰਾਂ ਦਾ ਨਹੀਂ, 10-10 ਮੀਟਰਾਂ ਦਾ ਪਿਆ ਕਿ 10-20 ਸਾਲਾਂ ਦਾ ਪਿਆ। ਠੀਕ ਹੈ, ਕਿਉਂਕਿ ਇਨਸਾਨ ਨਾਲ ਹੁਣ ਗੱਲ ਹੀ ਉਸ ਤਰੀਕੇ ਨਾਲ ਕਰਦਾ। ਆਪਣਾ ਸ਼ੇਅਰ ਜਿਹੜਾ ਉਹ ਜ਼ਰੂਰ ਸੁਣਾਇਓ, ਜਿਹੜਾ ਮਾਵਾਂ ਤੋਂ ਫਾਸਲਾ ਜਿਹੜਾ, ਉਹ ਬਹੁਤ ਵੱਡੀ ਗੱਲ ਆ। ਉਹਦੇ ਬਾਰੇ ਵੀ ਚਰਚਾ ਕਰਾਂਗੇ। ਉਹ ਇਸੇ ਸਾਡੀ ਜਿਹੜੀ ਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਆ, ਚਾਹੇ ਕਿਸੇ ਵੀ ਭਾਈਚਾਰੇ ਨਾਲ ਜੁੜੇ ਪ੍ਰਵਾਸੀ ਲੋਕ ਆ, ਉਹਨਾਂ ਨੂੰ ਸੰਤਾਪ ਬਣਾਉਣਾ ਪੈਂਦਾ। ਲਫ਼ਜ਼ਾਂ ਦੀ ਜਿਹੜੀ ਬਸਾਤ ਆ ਉਹ ਵੱਖੋ ਵੱਖਰੀ ਹੋ ਸਕਦੀ ਹੈ। ਖੁਸ਼ਬੂਆਂ ਦਾ ਜਿਵੇਂ ਕੋਈ ਦੇਸ਼ ਨਹੀਂ, ਸੰਗੀਤ ਦੀ ਕੋਈ ਸਰਹੱਦ ਨਹੀਂ, ਇਸੇ ਤਰ੍ਹਾਂ ਜਿਹੜੇ ਸਾਹਿਤਕਾਰੀ ਦੇ ਖਿਆਲ ਆ ਜਾਂ ਪ੍ਰਵਾਸੀਆਂ ਦੀ ਜ਼ਿੰਦਗੀ ਉੱਤੇ ਜਿਹੜਾ ਵੀ ਚਿੰਤਨ ਹੁੰਦਾ, ਉਹਦੇ ਵਿੱਚ ਕਿਸੇ ਵੀ ਬੰਦੇ ਦੀ ਜਿਹੜੀ ਮਨੋਦਸ਼ਾ ਉਹ ਵੱਖਰੀ ਨਹੀਂ ਹੈ, ਉਹ ਸੇਮ ਆ। ਮੈਂ ਅੱਜ ਦਿਨੇ ਮੇਰੀ ਇਰਾਕ ਦੀ ਕਮਿਊਨਿਟੀ ਨਾਲ ਕਿਸੇ ਮਾਮਲੇ ਦੇ ਵਿੱਚ ਮੈਨੂੰ 2-4 ਗੱਲਾਂ ਕਰਨ ਦਾ ਮੌਕਾ ਮਿਲਿਆ। ਕਿਸੇ ਗੱਲੋਂ ਵੀ ਵੱਖਰੇ ਨਹੀਂ ਜੀ, ਬਿਲਕੁਲ ਉਹੀ ਸਮੱਸਿਆਵਾਂ ਉਹਨਾਂ ਦੀਆਂ, ਉਹੀ ਘਰੇਲੂ ਜਿਹੜੇ ਉਹਨਾਂ ਦੇ ਮਸਲੇ ਮਸਾਇਲ ਆ, ਉਹਨਾਂ ਦੇ
ਇਨਸਾਨੀ ਰਿਸ਼ਤਿਆਂ ਨੂੰ ਲੈ ਕੇ ਜਿੰਨੀ ਤੇਜ਼ੀ ਦੇ ਨਾਲ ਬੌਂਦਲੇ ਉਹ ਜਿੰਨੀ ਤੇਜ਼ੀ ਨਾਲ ਬਾਕੀ ਕਮਿਊਨਿਟੀਜ਼ ਜਿਹੜੀਆਂ ਉਹ ਬੌਂਦਲ ਗਈਆਂ ਨਾ ਮੁਲਕਾਂ 'ਚ ਆ ਕੇ, ਇਹਦੇ ਵਿਚਾਰੇ ਉਹ ਬੌਂਦਲੇ ਫਿਰਦੇ, ਸਮਝ ਹੀ ਨਹੀਂ ਆ ਰਹੀ ਵੀ ਅੱਗੇ ਹੋਣਾ ਕੀ ਆ, ਔਰ ਬੱਚੇ ਰੁਲ ਰਹੇ ਆ ਜੀ। ਜਦੋਂ ਆਪਾਂ 2008 ਦੇ ਰਿਸੈਸ਼ਨ ਤੇ ਗੱਲ ਕਰਦੇ ਹਾਂ, ਬਿਲਕੁਲ ਐਕਚੁਅਲ ਦੇ ਵਿੱਚ ਰੋਬਰਟ ਕਿਓਸਕੀ ਅਵਤਾਰ ਦਾ ਬੜਾ ਫੇਵਰਿਟ ਆ, ਜੇ ਸੁਣਦੇ ਬੜੀ ਸੋਹਣਾ ਕੀਤਾ ਰੋਬਰਟ ਕਿਓਸਕੀ ਦੀ ਗੱਲ ਕੀਤੀ, ਇੱਕ ਚਾਹੁੰਦਾ ਸੀ ਇਹ ਗੱਲ ਹੁੰਦੀ। ਹਾਂਜੀ, ਰੋਬਰਟ ਕਿਓਸਕੀ ਨੇ ਇੱਕ ਕਿਤਾਬ ਲਿਖੀ ਆ ਰਿਚ ਡੈਡ ਪੂਅਰ, ਬਿਲਕੁਲ ਬਹੁਤ ਮਸ਼ਹੂਰ, ਬਹੁਤ ਮਸ਼ਹੂਰ ਆ ਤੇ ਬੜੀ ਵਿਕੀ ਆ ਜੀ। ਰੋਬਰਟ ਕਿਓਸਕੀ ਦੇ ਕੋਲ ਆਪਣੇ ਕੋਲ 8000 ਘਰ ਹੈ। ਮੈਂ ਦੁਬਾਰਾ ਬੋਲਾਂ ਜੀ, ਜੇ ਕੰਨਾਂ ਨੂੰ ਠੀਕ ਨਹੀਂ ਲੱਗਾ ਤਾਂ 8000 ਘਰ, ਬੋਲੋ ਅਵਤਾਰ ਭਾਜੀ ਕਾਫੀ ਪਿੱਛੇ ਰਹਿ ਗਿਆ ਫਿਰ। 8000 ਘਰ ਹੈ, ਅਵਤਾਰ ਤਾਂ ਆਪਣੇ ਵਰਗੇ ਹੀ ਆ, ਠੀਕ, ਉਹ ਵੀ ਰੌਲਾ ਹੀ ਪੈਂਦਾ। ਤੇ 8000 ਘਰ ਰੋਬਰਟ ਕਿਓਸਕੀ ਦਾ ਆ। ਅੱਛਾ, 8000 ਰੋਬਰਟ ਕਿਓਸਕੀ ਨੇ 22 ਜਨਵਰੀ ਨੂੰ ਉਹਦੇ ਚ 22 ਜਨਵਰੀ ਨੂੰ ਉੱਥੇ ਆਇਆ ਆਪਣੇ ਆਸਟ੍ਰੇਲੀਆ ਚ। ਅੱਛਾ ਜੀ। ਇਹ ਆ ਕੇ ਪਤਾ ਕੀ ਕਹਿੰਦਾ? ਕਹਿੰਦਾ ਇਹ ਬੰਦ ਕਰੋ ਵੇ ਸਬਸਿਡੀਆਂ ਦੇਣੀਆਂ ਲੋਕਾਂ ਨੂੰ, ਅੱਛਾ, ਤੁਸੀਂ ਕਾਮੜ ਹੋਈ ਜਾਂਦੇ ਸਾਰੇ। ਹੀ ਲਿਟਰਲੀ ਸੈਡ ਦੈਟ ਯੂ ਗਾਇਜ਼ ਟਰਨਿੰਗ ਇਨਟੂ ਦ ਮਾਰਕਸਿਜ਼ਮ, ਰਾਈਟ? ਕਿੱਡੀ ਖਤਰਨਾਕ ਗੱਲ ਹੈ ਇਸ ਵੇਲੇ। ਚਰਚਾ ਕਿੰਨਾ ਹੋਇਆ ਇਸ ਗੱਲ ਦਾ? ਚਰਚਾ ਅਖਬਾਰਾਂ ਦੇ ਵਿੱਚ ਆਇਆ, ਤੇ ਜਿਹੜੀ ਅਖਬਾਰਾਂ ਦੇ ਵਿੱਚ ਪੜ੍ਹਨ ਵਾਲੇ ਗੋਰੇ ਵੀ ਆ। ਮੈਂ 3-4 ਵੱਡੇ ਗਰੁੱਪਾਂ ਦੇ ਵਿੱਚ ਆ, ਜਿਹੜੇ ਸੈਕੂਲਰ ਹੋਏ, ਜੀ ਹੋਇਆ ਉਹ ਹੋਇਆ, ਕਿਸੇ ਨੂੰ ਕੱਖ ਨਹੀਂ ਸਮਝ ਲੱਗ ਰਹੀ ਵੀ ਇਹ ਹੋ ਕੀ ਰਿਹਾ। ਐਕਚੁਅਲ ਦੇ ਵਿੱਚ ਸਾਨੂੰ ਸਰਮਾਏਦਾਰੀ ਦਾ ਚਿਹਰਾ ਮੋਹਰਾ ਸਮਝ ਨਹੀਂ ਆ ਰਿਹਾ। ਓਕੇ, ਇਹ ਵੱਡੀ ਪ੍ਰੋਬਲਮ ਹੈ। ਅੱਛਾ, ਅਸੀਂ ਤਾਂ ਮੈਂ ਕਹਿੰਦਾ ਇੰਨੇ ਜੀ ਫੁੱਲ ਜਿਹਦਾ ਜਦੋਂ ਕੋਈ ਮੇਰੇ ਵਰਗਾ ਟੈਕਸੀ ਇੱਕ ਸ਼ੇਅਰ ਖਰੀਦ ਲੈਂਦਾ, ਉਹ ਉਨੇ ਜੀ ਬਿਜ਼ਨਸਮੈਨ ਬਣ ਜਾਂਦਾ। ਨਹੀਂ ਅਸੀਂ ਸਾਡੇ ਤਾਂ ਪੰਜਾਬੀ ਟਾਈ ਨਹੀਂ ਲਾਉਂਦਾ। ਨਹੀਂ, ਗੀਤ ਹੀ ਬਹੁਤ ਵਧੀਆ ਸਾਡੇ ਕੋਲ ਤਾਂ। ਹਾਂਜੀ, ਵੀ ਅਸੀਂ ਥਾਰ ਘੁੰਮਣ ਨੂੰ ਰੱਖੀ ਆ, ਤੇ ਪਟਾਕੇ ਪਾਉਣ ਨੂੰ ਅਸੀਂ ਬੁਲਟ ਰੱਖਿਆ ਆ। ਤੇ ਹੁਣ ਭੜੂਆ ਬੁਲਟ ਦਾ $3 ਨੂੰ ਤੇਲ ਪੈਣਾ ਹੈ, ਤੇ ਹੁਣ ਬੁਲਟ ਦੇ ਪਟਾਕੇ ਤੁਹਾਡੇ ਪੈਣੇ ਆ। ਸਹੀ ਗੱਲ, ਸਾਡੀ ਜੇਬ ਦੇ ਪਟਾਕੇ ਪੈਣੇ, ਜੇਬ ਦੇ ਪਟਾਕੇ ਆਹੋ ਬਲੋ ਹੀ ਨਾ। ਤੇ ਕਹਿਣ ਦਾ ਮਤਲਬ ਹੈ ਕਿ ਰੋਬਰਟ ਕਿਓਸਕੀ ਨੇ ਬਹੁਤ ਚਰਚਾ ਗੰਭੀਰ ਹੈ। ਉਹ ਕਹਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਐਂਟਰਪ੍ਰੀਨਿਓਰਸ਼ਿਪ ਜਿਹੜੀ ਆ ਟੌਪ ਤੇ ਰਹੂਗੀ। ਅੱਛਾ, ਜਿਹੜੀ ਟੌਪ ਦੀ ਐਂਟਰਪ੍ਰੀਨਿਓਰਸ਼ਿਪ ਹੈ ਉਹ ਲੋਕਾਂ ਉਹ ਵੱਧ ਬੈਨੀਫਿਟ ਚ ਆਊਗੀ। ਉਹਨੇ ਨਾਲੇ ਕਿਹਾ ਕਿ 2008 ਤੋਂ ਵੀ ਖਤਰਨਾਕ ਰਿਸੈਸ਼ਨ ਆ ਰਿਹਾ। ਅੱਛਾ, ਜਦੋਂ ਇਹ ਲੋਕ ਕਹਿਣਾ ਸ਼ੁਰੂ ਕਰ ਮਤਲਬ ਪਕਾਨਾ ਫਟੂਗਾ, ਤੇ ਜਿਹੜਾ ਮੀਡੀਆ ਆ, ਮੇਨ ਸਟ੍ਰੀਮ ਮੀਡੀਆ ਆ, ਇਹ ਗੱਲ ਉਹਨਾਂ ਨੂੰ ਅੱਗੇ ਲੈ ਕੇ ਲੋਕਾਂ ਨੂੰ ਵਰਤਾ ਦੇਵੇ, ਸਮਝ ਲਓ ਕੁਝ ਹੋਣ ਵਾਲਾ। ਅੱਛਾ, ਹਾਂਜੀ, 2008 ਦੇ ਵਿੱਚ ਕਹਿੰਦਾ ਜੋ ਹੋਇਆ ਸੀ ਉਸ ਤੋਂ ਕਿਤੇ ਖਤਰਨਾਕ ਹੁਣ ਹੋ ਸਕਦਾ ਹੈ। ਅੱਛਾ, ਕਿਉਂਕਿ ਅੱਜ 30 ਈਅਰ ਤੇ ਇੱਕ ਉੱਤੇ ਸਭ ਤੋਂ ਵੱਧ ਇਨਫਲੇਸ਼ਨ ਜਿਹੜੀ ਆ ਉਹ ਨਿਊਜ਼ੀਲੈਂਡ ਦੇ ਡਾਲਰ ਤੇ ਹੋ ਚੁੱਕੀ ਹੈ। ਅੱਛਾ, ਹਰਪਾਲ ਸਿੰਘ ਹੋਣੀ ਕਹਿੰਦੇ ਭਾਜੀ ਹੌਲੀ ਹੌਲੀ ਅਕਲ ਆਉਂਦੀ ਆ, ਇੱਥੇ ਰਹਿ ਕੇ ਸੋਚਿਆ ਕੁਛ ਸੀ ਤੇ ਨਿਕਲਿਆ ਕੁਛ, ਨਾ ਤੇ ਆਪਾਂ ਨੂੰ ਇੱਥੇ ਫੇਅਰ ਜਸਟਿਸ ਮਿਲਦਾ ਤੇ ਨਾ ਹੀ ਅਨਬਾਇਸਡ ਫ੍ਰੀ ਹੈਲਥ ਕੇਅਰ। ਇਹ ਦੋ ਚੀਜ਼ਾਂ ਇੰਡੀਆ 'ਚ ਮਿਸਿੰਗ, ਬਾਕੀ ਤੇ ਆਪਾਂ ਟੈਕਸ ਦਿੰਦੇ ਹਾਂ। ਬੀ ਅਰੋੜਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ, ਵੈਰੀ ਨਾਈਸ ਮੁਖਤਾਰ ਜੀ, ਇਜ਼ ਵੈਰੀ ਇੰਟੈਲੈਕਚੁਅਲ। ਬਹੁਤ ਭਿਆਨਕ ਤੇ ਬੜਾ ਖਤਰਨਾਕ ਸ਼ਬਦ ਇੰਟੈਲੈਕਚੁਅਲ ਜਿਹੜਾ ਉਹਦੇ ਨਾਲ ਸ਼ਲਾਘਾ ਹੋਈ ਆ, ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਇੰਟੈਲੈਕਚੁਅਲਿਟੀ ਤੋਂ ਲਾਹਾ ਜ਼ਰੂਰ ਲੈਣਾ, ਕਿਉਂਕਿ ਅੱਜ ਜਿਹੜੇ ਸਪਾਂਸਰਸ ਨੂੰ ਮੈਂ ਅੱਜ ਪ੍ਰੋਗਰਾਮ ਸੱਦਣਾ ਸੀ, ਉਹਨਾਂ ਨੂੰ ਮੈਂ ਦੋਏ ਹੱਥ ਜੋੜ ਕੇ ਬੇਨਤੀ ਕਰਕੇ ਮਾਫੀ ਮੰਗ ਕੇ ਅੱਜ ਵਿਸ਼ੇਸ਼ ਤੌਰ ਤੇ ਮੁਖਤਾਰ ਜੀ ਨੂੰ ਲੈ ਕੇ ਆਇਆ। ਮੈਂ ਕਿਹਾ ਜਿਹੜੇ ਸਪਾਂਸਰ ਆ ਉਹਨਾਂ ਨੂੰ ਅਗਲੇ ਸੋਮਵਾਰ ਤੋਂ ਲਾਵਾਂਗੇ। ਪਹਿਲਾਂ ਆਪਾਂ ਜਿਹੜਾ ਉਹਨਾਂ ਨੂੰ ਕਾਊਂਟਰ ਕਰਨਾ, ਪਹਿਲਾਂ ਉਹ ਬੰਦਾ ਪਹਿਲਾਂ ਲੈ ਕੇ ਆਈਏ। ਹਾਂਜੀ, ਨਹੀਂ ਕੋਈ ਗੱਲ ਨਹੀਂ। ਜਿਹੜੇ ਹੁਣ ਆਪਾਂ ਇੱਥੇ ਆਉਣੇ ਆ, ਜਿਹੜੇ ਸਪਾਂਸਰ ਆ ਆਪਣੇ ਜੀ, ਉਹ ਮੇਰੇ ਵਰਗੇ ਵੀ, ਮੈਂ ਵੀ ਇੱਕ ਛੋਟਾ ਜਿਹਾ ਬਿਜ਼ਨਸ ਕਰਦਾ ਬਿਲਕੁਲ ਨਾ, ਤੇ 2-3 ਕੀਤੇ ਆ, ਬਿਲਕੁਲ ਸਹੀ, ਠੀਕ ਹੈ, ਜਿਨ੍ਹਾਂ ਚ ਆਪਾਂ ਕਿਤੇ ਚ ਸਫਲ ਹੋ ਗਏ, ਕਿਸੇ ਚ ਸਫਲ ਹੋ ਗਏ। ਇਹ ਸਫਲਤਾ ਸਾਡੀ ਸਾਰੀ ਜ਼ਿੰਦਗੀ। ਔਰ ਨਿਊਜ਼ੀਲੈਂਡ ਦੇ ਵਿੱਚ ਇੱਕ ਬੰਦਾ ਜੀ 15 ਸਾਲ ਦੇ ਵਿੱਚ 3 ਤੋਂ 4 ਬਿਜ਼ਨਸ ਕਰਦਾ ਹੈ। ਤੁਸੀਂ 5 ਸਾਲ ਇੱਕ ਮੈਕਸਿਮਮ ਕਰਦਾ ਆ, 5 ਸਾਲਾਂ ਬਾਅਦ ਉਹ ਬਿਜ਼ਨਸ ਬਦਲ ਦਿੰਦਾ। ਅਸਲ ਵਿੱਚ ਸੈਲਫ EMPLOYE ਹੁੰਦਾ। ਹੁਣ ਇੱਥੇ ਆਉਣੇ ਆ ਜਿਹੜੇ ਸਾਡੇ ਸਪਾਂਸਰ ਵੀ ਆ ਨਾ, ਉਹ ਐਕਚੁਅਲ ਦੇ ਵਿੱਚ ਆਪਣੀ ਕੰਪਨੀ ਦੇ ਹੀ EMPLOYE ਹੁੰਦੇ ਆ ਜੀ। ਸੈਲਫ EMPLOYE ਜਿਹੜਾ ਬਿਜ਼ਨਸਮੈਨ ਆ ਜੀ, ਉਹ ਇਹ ਹੁੰਦਾ ਆ ਕਿ ਉਹ ਆਸਟ੍ਰੇਲੀਆ ਦੀ ਛੁੱਟੀਆਂ ਕੱਟਣ ਗਿਆ, ਜਾਂ ਵੀਅਤਨਾਮ ਛੁੱਟੀਆਂ ਕੱਟਣ ਗਿਆ, ਜਾਂ ਇੰਗਲੈਂਡ ਛੁੱਟੀਆਂ ਕੱਟਣ ਗਿਆ। ਉਹਦਾ ਇੱਕ ਮੈਨੇਜਡ ਸਟਾਫ ਜਿਹੜਾ ਮੈਨੇਜ ਕਰਦਾ, ਚਾਹੇ ਉਹ 3 ਮੈਂਬਰੀ ਚਾਹੇ 5 ਮੈਂਬਰੀ, ਉਹ ਬਿਜ਼ਨਸ ਹੁੰਦਾ। ਹੁਣ ਸਾਡੇ ਵਰਗੇ ਕੀ ਕਹਿੰਦੇ ਆ, ਅਸੀਂ ਸਾਰੀ ਦਿਹਾੜੀ ਤੱਕ ਘਾਹ ਗੱਠੀ ਜਾਣਾ ਹੁੰਦਾ, ਤੇ ਉਹ ਸੈਲਫ EMPLOYE ਆ। ਅੱਛਾ, ਮੈਂ ਨਾ ਪੁਰਾਣੀ ਦਿੱਲੀ ਗਿਆ, ਤੇ ਉੱਥੇ ਤੁਹਾਡੀ ਪਸੰਦ ਦੇ ਜਿਹੜੇ ਸ਼ਾਇਰ ਆ ਮਿਰਜ਼ਾ ਗਾਲਿਬ, ਉਹਨਾਂ ਨੇ ਜ਼ਿੰਦਗੀ ਦਾ ਆਖਰੀ ਲੰਮਾ ਸਮਾਂ ਉੱਥੇ ਗੁਜ਼ਾਰਿਆ। ਤੇ ਜਦੋਂ ਮੈਂ ਉਹਨਾਂ ਦੀ ਹਵੇਲੀ 'ਚ ਗਿਆ, ਇੱਕ ਕਸ਼ਮੀਰੀ ਮੂਲ ਦੇ ਸਿਪਾਹੀ ਨੂੰ 200 ਰੁਪਈਆ ਰਿਸ਼ਵਤ ਦੇ ਕੇ, ਤਾਂ ਅੰਦਰ ਜਾਂਦੇ ਸਾਰੇ ਗੇਟ ਦੇ ਅੰਦਰ ਸ਼ੇਰ ਲਿਖਿਆ, ਕਿਉਂਕਿ ਸੋਮਵਾਰ ਨੂੰ ਬੰਦ ਸੀ ਹਵੇਲੀ, ਉਹ ਖੋਲੇ ਨਾ। ਮੈਂ ਕਿਹਾ ਮੈਂ ਤਾਂ ਬੜੀ ਦੂਰੋਂ ਤੁਰ ਕੇ ਆਇਆ। ਅੰਦਰ ਉਹੀ ਤੁਹਾਡੇ ਵਾਲੀ ਗੱਲ ਲਿਖੀ ਸੀ, ਕਹਿੰਦਾ ਉਹ ਘਬਰਾ ਕੇ ਇਹ कहते हैं कि मर जाएंगे, मर के भी चैन ना मिला तो कहां जाएंगे। ਹੁਣ ਮੈਂ ਇਹ ਦੇਖ ਰਿਹਾ ਵੀ ਸਿੰਘ ਕਮਲ ਰਾਜ ਨਹੀਂ ਹੋਰ ਪਾਸੇ ਸਾਨੂੰ ਭੰਬਲ ਭੂਸਾ ਬਾਤਾ। ਉਹ ਕਹਿੰਦਾ ਭਾਜੀ ਨਿਊਜ਼ੀਲੈਂਡ ਨਾਲੋਂ ਆਸਟ੍ਰੇਲੀਆ ਵਧੀਆ, ਬਹੁਤ ਪੰਜਾਬੀ ਮੂਵ ਹੋ ਰਿਹਾ ਹੈ ਨਿਊਜ਼ੀਲੈਂਡ ਤੋਂ। ਉਹਦੇ ਬਾਰੇ ਵੀ ਜਾਣਨਾ ਭਾਈ। ਬਿਲਕੁਲ ਮੈਂ ਇੱਥੇ ਆਉਣ ਲੱਗਾ। ਜਿਹੜੇ ਬੱਚੇ ਸਾਡੇ
ਮੇਰੇ ਛੋਟੇ ਭੈਣ ਭਰਾ ਜਾਂ ਸਾਡੇ ਬੱਚੇ ਵਰਗੇ ਵੱਡੇ ਵੀ ਯਾਰ ਵੱਡਿਆਂ ਦਾ ਤਾਂ ਪਰ ਮੁੜ ਕੇ ਆ ਰਿਹਾ ਵੱਡਿਆਂ ਦੇ ਫਿੱਟ ਦੀ ਬੈਠਦਾ ਮੈਂ ਨਾਂ ਨਹੀਂ ਲੈਣੇ ਬੰਦੇ ਗੁੱਸਾ ਕਰਦੇ ਗੁੱਸਾ ਕਰ ਜਾਂਦੇ ਆ ਤੇ ਜਾਣ ਵਾਲੇ ਗੁੱਸਾ ਕਰ ਦਿੰਦੇ ਆ ਮੈਂ ਜਾਣਦਾ ਵੀਰ ਜੀ 6 ਤੋਂ 7 ਮੇਰੀਆਂ ਫੈਮਲੀਆਂ ਜਦੋਂ ਜਾਣ ਚ ਮੂਵ ਹੋ ਗਈਆਂ ਠੀਕ ਹੈ ਇਹ ਕੀ ਨਾਮ ਭਾਈ ਸਾਹਿਬ ਉਹਨਾਂ ਦਾ ਇਹ ਬਾਈ ਜੀ ਉਹਨਾਂ ਦਾ ਨਾਮ ਹੈਗਾ ਸਿੰਘ ਕਮਲ ਰਾਜ ਅੱਛਾ ਸਿੰਘ ਕਮਲ ਰਾਜ ਹਾਂਜੀ ਸਿੰਘ ਕਮਲ ਰਾਜ ਕਹਿੰਦੇ ਅੱਛਾ ਜੀ ਸਿੰਘ ਕਮਲ ਰਾਜ ਹੁਣੀ ਜੀ ਇਹ ਗੱਲ ਬਿਲਕੁਲ ਠੀਕ ਹੈ ਮੈਂ ਇਹ ਸਮਝਦਾ ਵੀ ਜੇ ਕੋਈ ਸਿਟੀਜ਼ਨ ਹੋਣ ਵਾਲਾ ਹੈ ਜਾਂ ਹੋ ਗਿਆ ਉਹ ਇਸ ਦੇਸ਼ ਨੂੰ ਛੱਡ ਜਾਵੇ ਤਾਂ ਚੰਗੀ ਗੱਲ ਹੈ ਬੜਾ ਅਨਫੋਰਚੂਨੇਟ ਹੈ ਮੇਰੇ ਸੁਪਨਿਆਂ ਦਾ ਦੇਸ਼ ਸੀ ਕਹਿਣ ਨੂੰ ਦਿਲ ਨਹੀਂ ਕਰਦਾ ਜਦੋਂ ਮੈਂ ਪਿੰਡੋਂ ਜਦੋਂ ਆਪਣਾ ਹਰਾ ਜਿਹਾ ਬੈਗ ਸੀ ਮੇਰੇ ਕੋਲ ਉਹ ਕਿੰਨੀ ਦੇਰ ਉੱਥੇ ਰੁੜਦਾ ਰਿਹਾ ਸਹੀ ਗੱਲ ਆ ਉਹ ਕਿੰਨੀ ਵਾਰ ਇੰਡੀਆ ਘੁਮਾਤਾ ਉਹਦੇ ਚ ਘੱਟੋ ਘੱਟ ਦੀ ਤਾਂ 10 ਫੈਮਲੀਆਂ 10 ਸਾਲਾਂ ਚ ਫਿਰ ਇੱਕ ਵਾਰ ਹੈਂਡ ਬੈਗ 100 ਵਾਰੀ ਜਾ ਆਇਆ ਬਿਲਕੁਲ ਬਿਲਕੁਲ ਸਾਡੇ ਨਾਲ ਤਾਂ ਬੈਗ ਚੰਗਾ ਜਿਹੜਾ ਪਿੰਡ ਦੀ ਕਿਹੜੀ ਲਾਉਂਦਾ ਸੋ ਉਹ ਜਿਹੜਾ ਬੈਗ ਸੀ ਉਹ ਮੇਰਾ ਕਹਿੰਦਾ ਵੀ ਇਹ ਤਾਂ ਹਰਾ ਜਿਹਾ ਬੈਗ ਲੈ ਕੇ ਇੱਥੇ ਬਈ ਆ ਕੇ ਬੈਗ ਹੈ ਸਾਡਾ ਇੱਕ ਸੁਪਨਿਆਂ ਦਾ ਦੇਸ਼ ਸੀ ਸਾਡਾ ਕਮਾਇਆ ਹੋਇਆ ਦੇਸ਼ ਸੀ ਅਸੀਂ ਇਹ ਮੰਨਦੇ ਸੀ ਅਸੀਂ ਇੰਜੀਨੀਅਰਿੰਗਾਂ ਕੀਤੀਆਂ ਠੀਕ ਹੈ ਉਸ ਤੋਂ ਬਾਅਦ ਅਸੀਂ ਬੜੇ ਔਖੇ ਆਇਲਟ ਉਹਨਾਂ ਦਿਨਾਂ ਚ ਵੀ ਆਇਲਟ ਸੀਗੇ ਬਿਲਕੁਲ ਆਇਲਟ ਕੀਤੇ ਪਿੰਡੋਂ ਜਾਣਾ ਪਿੰਡ ਜਾ ਕੇ ਉੱਥੇ ਅੰਗਰੇਜ਼ੀ ਸਿੱਖਣੀ ਮੇਰੀ ਚੱਕ ਕੇ ਬਾਹਰ ਬਣਾਉਣੀ ਹੁਣ ਲੋਕਾਂ ਨੇ ਮਿਹਣੇ ਮਾਰਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਇੱਥੇ ਆ ਕੇ ਤੁਸੀਂ ਕਹਿੰਦੇ ਨਿਆਣੇ ਨੂੰ ਪੰਜਾਬੀ ਸਿਖਾਓ ਪਹਿਲਾਂ ਸਾਡੀ ਜਾਨ ਉੱਥੇ ਅੰਗਰੇਜ਼ੀ ਦੀ ਕੱਢੀ ਰੱਖੀ ਹੁਣ ਤੁਸੀਂ ਪ੍ਰਬੰਧਕ ਜੀ ਤੁਸੀਂ ਵੀ ਉਹਦੇ ਆਪਣੇ ਬਿੱਕਰ ਵੀ ਸੁਣਦਾ ਕਈ ਸੁਣਦੇ ਹੋਣਗੇ ਉਹ ਹੁਣ ਸਾਡੇ ਆਰ ਦਿੱਤੀ ਪਈ ਆ ਯਾਰ ਪੰਜਾਬੀ ਸਿਖਾਓ ਇਹ ਆਪਾਂ ਕਿਤੇ ਕਲਚਰਲ ਇਹ ਸਾਡੀ ਇਹਦਾ ਵੱਖਰਾ ਹੈਗਾ ਇਹ ਕਲਚਰਲ ਸਾਡਾ ਕ੍ਰਾਈਸਿਸ ਹੈ ਪੰਜਾਬੀਆਂ ਦਾ ਜਾਂ ਹਿੰਦੁਸਤਾਨੀਆਂ ਦਾ ਪਰ ਉਹਨੂੰ ਮੁੰਡਾ ਕੀ ਕਹਿੰਦਾ ਵੀ ਆਸਟ੍ਰੇਲੀਆ ਚਲ ਜਾਈਏ ਹੁਣ ਦੇਖੋ ਉਹ ਆਸਟ੍ਰੇਲੀਆ ਵੀ ਕੋਈ ਉਹ ਨਹੀਂ ਕੀਤਾ ਹੈਗਾ ਪਰ ਉੱਥੇ ਘਰ ਸਸਤੇ ਹਨ ਅੱਛਾ ਆਸਟ੍ਰੇਲੀਆ ਵੱਡਾ ਹੋਣ ਕਰਕੇ ਮੈਂ ਤੁਹਾਨੂੰ ਦੱਸਦਾ 4 ਬੈਡਰੂਮ ਜਿਹੜਾ ਘਰ ਹੈ ਆਹ ਕੱਲ ਆਪਣਾ ਮੁੰਡਾ ਮਨ ਇੱਥੋਂ ਮੂਵ ਹੋਇਆ ਸੀਗਾ ਹੀ ਵਾਸ ਇਨ ਰੀਅਲ ਏਸਟੇਟ ਉਹਨੇ ਮੈਂ ਕਾਫੀ ਲੰਮੀ ਜਿਹੜੀ ਗੱਲ ਕੀਤੀ ਹੈ ਆ ਤੁਹਾਡੇ ਘਰਾਂ ਦੇ ਕੋਲ ਹੀ ਰਹਿੰਦਾ ਸੀ ਇੱਥੇ ਜਦੋਂ ਗੁਰੂ ਘਰ ਦੇ ਸਾਹਮਣੇ ਅੱਛਾ ਜੀ ਉਹ ਕਹਿੰਦਾ ਵੀ 5 ਲੱਖ ਤੇ 50,000 ਦੇ ਵਿੱਚ 4 ਬੈਡਰੂਮ 250 ਸਕੁਅਰ ਮੀਟਰ ਪੂਰਾ ਪਲਾਟ ਦੇ ਵਿੱਚੋਂ 170 ਸਕੁਅਰ ਮੀਟਰ ਦਾ ਜਿਹੜਾ ਘਰ ਹੈ ਉਹ 5.5 ਦਾ ਵਿਕੀ ਜਾਂਦਾ ਅੱਛਾ ਤੁਹਾਡੀ ਗੱਲ ਵਿਚਾ ਲਿਆ ਦੀਪ ਚੌਧਰੀ ਹੁਣੀ ਵੀ ਕਹਿੰਦੇ ਬਹੁਤ ਵਧੀਆ ਡਿਸਕਸ਼ਨ ਆ ਜਸ ਬਾਠ ਹੁਣੀ ਨਵੇਂ ਮਾਈਗ੍ਰੈਂਟਸ ਦੇ ਵਿੱਚੋਂ ਆ ਇਹ ਕਹਿੰਦੇ ਬਹੁਤ ਖੂਬ ਚਰਚਾ ਅਵਤਾਰ ਤਰਕਸ਼ੀਲ ਉਹਨਾਂ ਨੇ ਠੇਠ ਪੰਜਾਬੀ 'ਚ ਲਿਖਿਆ ਵੱਧ ਟੈਕਸ ਹਮੇਸ਼ਾ ਮਿਡਲ ਕਲਾਸ ਨੂੰ ਹੀ ਦੇਣਾ ਪੈਂਦਾ ਜੋ ਕਿ ਦੁੱਖ ਵਾਲੀ ਗੱਲ ਹੈ ਤੇ ਇਧਰੋਂ ਡਾਰ ਨਾਲੋਂ ਵਿਛੜੀ ਕੂੰ ਜਾਂ ਜਗਦੀਪ ਮਾਨ ਲੈ ਉਹਨੇ ਨਵੀਂ ਸ਼ੋਲੀ ਛੱਡਤੀ ਕਹਿੰਦਾ ਕੈਨੇਡਾ ਵੱਲ ਨੂੰ ਆ ਜਾਓ ਤੇ ਪੰਮੀ ਬਾਈ ਹੁਣੀ ਸੋਨਾ ਭੱਟੀ ਕਹਿੰਦੇ ਵੀ ਐਸਐਸਏ ਭਾਜੀ ਨਾਈਸ ਡਿਸਕਸ਼ਨ ਪੰਮੀ ਬਾਈ ਤੁਸੀਂ ਤਾਂ ਕਹਿਣਾ ਹੀ ਆ ਕਿ ਬੰਦਾ ਤੁਹਾਡਾ ਮੈਨ ਰਵੇ ਤੋਂ ਆ ਹਾਂਜੀ ਇਹ ਪੰਮੀ ਬਾਈ ਤਾਂ ਸਾਡੇ ਰੋਜ਼ ਦੇ ਬਹੁਤ ਪਿਆਰੇ ਮਿੱਤਰ ਹੈ ਉਹ ਜੱਗੀ ਮਾਨ ਨੂੰ ਕੀ ਕੈਨੇਡਾ ਨੂੰ ਜਾਣਾ ਬੜਾ ਔਖਾ ਨਹੀਂ ਉਹ ਜੱਗੀ ਮਾਨ ਤੂੰ ਹੀ ਰਹਿਦਾ ਭਰਾਵਾ ਸਾਨੂੰ ਸਾਡੇ ਹਾਲ ਤੇ ਛੱਡ ਦੇ ਇਹ ਬਾਈ ਆਪਣਾ ਛੋਟਾ ਆ ਬੜਾ ਪਿਆਰਾ ਕਲਚਰਲ ਮੁੰਡਾ ਆ ਤੇ ਵਧੀਆ ਸਾਹਿਤ ਨਾਲ ਜੁੜਿਆ ਹੋਇਆ ਧੰਨਵਾਦ ਜੱਗੀ ਤੂੰ ਸਾਨੂੰ ਯਾਦ ਕੀਤਾ ਯਾਰ ਤੇ ਆਪਾਂ ਜਿਹੜੀ ਅੱਗੇ ਗੱਲ ਕਰਦੇ ਆ ਕਿ ਜਿਹੜਾ ਤਾਰ ਭਾਜੀ ਵਾਲੀ ਗੱਲ ਤੇ ਵੀ ਆਪਾਂ ਹਾਂਜੀ ਬਿਲਕੁਲ ਆਉਂਦੇ ਤੇ ਰੋਬਰਟ ਕਿਓਸਕੀ ਕਹਿੰਦਾ ਵੀ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ ਅੱਛਾ ਜਿਹੜਾ ਤੁਸੀਂ ਵੇਟ ਸਬਸਿਡੀਆਂ ਦੇ ਕੇ ਤੁਸੀਂ ਦੇਸ਼ਾਂ ਦੇ ਉੱਤੇ ਉਹ ਦੇਈ ਜਾਂਦੇ ਆ ਉਹ ਕਹਿੰਦਾ ਵੀ ਮੈਂ ਤਾਂ ਉਹ ਬੜੇ ਕਮਾਲ ਦੀ ਗੱਲ ਕਹੀ ਇਹਦੇ ਨਾਲ ਲੋਕ ਵੀ ਨਕੰਮੇ ਹੋ ਰਹੇ ਅੱਗੇ ਸੁਣੋ ਕੀ ਹੋ ਰਿਹਾ ਮੈਂ ਕਹਿੰਦਾ ਹੈਰਾਨ ਆ ਗੁਰੇ ਸੁਣ ਕੇ ਵੀ ਚੁੱਪ ਕਰਕੇ ਘਰਾਂ ਨੂੰ ਆ ਗਿਆ ਉਹ ਕਹਿੰਦਾ ਅੱਗੇ ਜਾ ਕੇ ਉਹਨੇ ਅਗਲੀ ਲਾਈਨ ਪੜ੍ਹ ਕੇ ਦਿੱਤਾ ਮੈਨੂੰ ਆਰਟੀਕਲ ਭੇਜਦਾ ਅੱਛਾ ਰੋਬਰਟ ਕਿਓਸਕੀ ਦਾ ਹੈਰਾਨ ਤੇ ਲਾਇਆ ਸੀ ਇਹ ਉਹ ਕਹਿੰਦਾ ਵੀ ਮੈਂ ਇਨਵੈਸਟਰ ਹੈ ਅੱਛਾ ਮੈਂ ਕੈਪੀਟਲਿਸਟ ਹੈ ਮੈਂ ਤਾਂ ਹੀ ਬੋਲੂ ਮੈਂ ਕਹਿੰਦਾ ਸਲਾਮ ਹੈ ਉਸ ਬੰਦੇ ਨੂੰ ਇੰਨੀ ਬਲੰਟਲੀ ਆਪਣੀ ਗੱਲ ਕਹਿ ਕੇ ਗਿਆ ਉਹਦੀ ਉਹ ਜੌਬ ਹੈ ਉਹ ਆਪਣੇ ਕੰਮ ਦੇ ਲਈ ਆਪਣੇ ਬਿਜ਼ਨਸ ਦੇ ਲਈ ਆਪਣੀ ਵਿਚਾਰਧਾਰਾ ਦੇ ਲਈ ਜੋ ਉਹ ਇੰਨਾ ਇਮਾਨਦਾਰ ਹੈ ਤੁਸੀਂ ਕਿਉਂ ਚੁੱਪ ਬੈਠੇ ਵੱਡੀ ਗੱਲ ਹੈ ਅਸੀਂ ਮਾਊ ਬਣ ਗਏ ਨਾ ਅਸੀਂ ਮਾਊ ਬਣ ਗਏ ਸਾਡੀਆਂ ਲੱਤਾਂ ਵੈਸੇ ਹੀ ਕੰਬੀ ਜਾਂਦੀਆਂ ਜਸੰਡਾ ਦਾ ਨਾਮ ਲੈਂਦੇ ਆ ਪਰ ਸਾਨੂੰ ਚੱਕ ਕੇ ਮਾਰੋ ਮਾਨ ਯਾਰ ਸਮੁੰਦਰੀ ਸੜਕ ਤੋਂ ਵੱਧ ਤੋਂ ਵੱਧ ਕੁਝ ਨਹੀਂ ਹੋਣ ਵਾਲਾ ਇੱਕ ਆਪਸ਼ਨ ਵੈਸੇ ਸੇਵਕ ਸਾਈਮਨ ਨੇ ਦਿੱਤੀ ਆ ਕਹਿੰਦੇ ਆਈ ਬਲੀਵ ਕੰਟਰੀ ਸਾਈਡ ਇਜ਼ ਆਪਸ਼ਨਲ ਰੀਲੀ ਗੁੱਡ ਆਈ ਲਾਈਕ ਇਟ ਦੇਖੋ ਸਾਹ ਸੌਖਾ ਹੀ ਜਾਂਦਾ ਦੇਖੋ ਸਾਡੇ ਲਈ ਤਾਂ ਮਿੱਟੀ ਹੋਈ ਆ ਇਹ ਵਧੀਆ ਗੱਲ ਹੈ ਕਿ ਜੇ ਕੋਈ ਕੰਟਰੀ ਸਾਈਡ ਨੂੰ ਮੂਵ ਹੋ ਜਾਂਦਾ ਅਸੀਂ ਤਾਂ ਮਿੱਟੀ ਆਪਾਂ ਤਾਂ ਪਿੰਡਾਂ ਵਾਲੇ ਅਸੀਂ ਤਾਂ ਸਾਡਾ ਤਾਂ ਰੰਗ ਹੀ ਮਿੱਟੀ ਵਰਗਾ ਰੰਗ ਆ ਤੇ ਇਹ ਤਾਂ ਅਸੀਂ ਤਾਂ ਕਰਦੇ ਹੀ ਆ ਹਨਾ ਸਾਨੂੰ ਤਾਂ ਇਹ ਵਧੀਆ ਲੱਗਦਾ ਹੈਗਾ ਪਰ ਕੰਟਰੀ ਸਾਈਡ ਦੀ ਆਪਸ਼ਨ ਕਰਕੇ ਜੇ ਉੱਥੇ ਵੀ ਟਾਈਟ ਹੁੰਦੇ ਆ ਫਿਰ ਕੀ ਸਵਾਲ ਹੈ ਮੈਂ ਇੱਕ ਫਿਲਮ ਦੀ ਗੱਲ ਕਰਦਾ ਹਾਂ ਕਿਉਂਕਿ ਮੈਂ ਫਿਲਮ ਇੰਡਸਟਰੀ ਚ ਇਹ ਨਹੀਂ ਇਹਦੇ ਉੱਤੇ ਜਿਹਦੇ ਭਾਜੀ ਹੁਣੀ ਕਿਹਾ ਨਾ ਬਹੁਤ ਇੰਪੋਰਟੈਂਟ ਹੈ ਅੱਛਾ ਰਾਜ ਬੱਬਰ ਦੀ ਇੱਕ ਫਿਲਮ ਹੈ ਮੈਨੂੰ ਨਾਮ ਭੁੱਲ ਗਿਆ ਅੱਛਾ ਉਹਦੀ ਵਾਈਫ ਉਸ ਫਿਲਮ ਦੇ ਵਿੱਚ ਕਤਲ ਹੁੰਦਾ ਦੇਖ ਲੈਂਦੀ ਹੈ ਮੈਂ ਕੰਟਰੀ ਸਾਈਡ ਵਾਲੀ ਦੀ ਗੱਲ ਤੇ ਆਉਣ ਲੱਗਾ ਅੱਛਾ ਉਹਦੀ ਘਰ ਵਾਲੀ ਇੱਕ ਜਿਹੜਾ ਕਤਲ ਹੁੰਦਾ ਦੇਖ ਲੈਂਦੀ ਹੈ ਉਹ ਕਤਲ ਤੋਂ ਬਾਅਦ ਪੁਲਿਸ ਆਉਂਦੀ ਆ ਵੀ ਉਹ ਬੜਾ
ਜਿਹੜਾ ਜਿਹਨੇ ਕਤਲ ਕੀਤਾ ਉਹ ਬਹੁਤ ਵੱਡਾ ਗਰੁੱਪ ਹੈ ਗੈਂਗਸਟਰਾਂ ਦਾ। ਤੁਸੀਂ ਪੁਲਿਸ ਸਿਕਿਉਰਿਟੀ ਲੈ ਲਓ, ਥੋੜੀ ਦੇਰ ਲਈ ਇਹ ਘਰ ਛੱਡ ਦਿਓ। ਅੱਛਾ, ਉਹ ਵਿਚਾਰੇ ਘਰ ਛੱਡ ਦਿੰਦੇ ਆ, ਕਿਤੇ ਦੂਜੇ ਮਹੱਲੇ ਚੱਲ ਜਾਂਦੇ ਆ, ਲੋਕ ਕੇ ਨਿਆਣੇ ਨਿੱਕੇ ਉਹ ਸਾਂਭਦਾ ਤੇ ਹੈ। ਗਵਾਹ ਹੁੰਦੇ, ਫਿਟਨੈਸ ਹੁੰਦੇ। ਹਾਂ, ਪਰ ਉਹ ਫੇਰ ਲੱਭ ਲੈਂਦੇ ਆ ਵੀ ਇੱਥੇ ਆ, ਉੱਥੇ ਇੱਕ ਗੋਲੀ ਫੇਰ ਮਾਰ ਦਿੰਦੇ ਤੇ ਸ਼ੀਸ਼ੇ ਤੇ। ਉਸ ਤੋਂ ਬਾਅਦ ਇੱਕ ਲੈਟਰ ਛੱਡ ਦਿੰਦੇ ਆ, ਪੁੱਤ ਸਾਨੂੰ ਪਤਾ ਹੈ ਜਦੋਂ ਸਾਡੇ ਡਿੱਕੇ ਚੜ ਗਏ ਇੱਥੇ ਠੋਕਾਂਗੇ। ਠੀਕ। ਰਾਜ ਬੱਬਰ ਡਰ ਗਿਆ, ਫੇਰ ਉਹਨੇ ਪੁਲਿਸ ਨੂੰ ਫੋਨ ਕੀਤਾ, ਇਹ ਤਾਂ ਇੱਥੇ ਵੀ ਪਹੁੰਚ ਗਏ। ਪੁਲਿਸ ਨੇ ਚੱਕਿਆ ਉਹ ਕਹਿੰਦੇ ਬਾਈ ਤੂੰ ਐ ਕਰ, ਤੂੰ ਮਹੱਲਾ ਨਹੀਂ ਬਦਲਣਾ, ਹੁਣ ਤੂੰ ਸ਼ਹਿਰ ਬਦਲਣਾ। ਇੱਕ ਸ਼ਹਿਰ ਤੋਂ 2, ਦੂਜੇ ਤੋਂ ਤੀਜੇ ਤੋਂ ਚੌਥੇ। ਮੈਂ ਆਪਸ਼ਨ ਦਿੱਤੇ ਆਉਣ ਲੱਗਾ। ਆਪਸ਼ਨ ਕੀ ਹੁੰਦੀ ਹੈ? ਐਂਡ ਆਫ ਦਾ ਡੇ ਰਾਜ ਬੱਬਰ ਨੇ ਤੇ ਉਹਦੀ ਵਾਈਫ ਨੇ ਆਪ ਇੱਕ ਡਿਸੀਜਨ ਲਿਆ ਉਸ ਫਿਲਮ ਦੇ ਵਿੱਚ। ਉਹ ਕਹਿੰਦੇ ਵੀ ਹੁਣ ਤੁਸੀਂ ਪਾਸੇ ਹਟ ਜਾਓ, ਸਿਕਿਉਰਿਟੀ ਸਾਨੂੰ ਨਹੀਂ ਚਾਹੀਦੀ, ਹੁਣ ਆਪਣੇ ਹਿਸਾਬ ਨਾਲ ਦੇਖਾਂਗੇ। ਉਹ ਕਹਿੰਦੇ ਹੁਣ ਅਸੀਂ ਆਪ ਲੜਾਂਗੇ। ਮੈਂ ਸੋਚਦਾ ਵੀ ਤੁਸੀਂ ਆਕਲੈਂਡ ਰਹੋ ਤੇ ਇਹ ਗੱਲ ਕਰੋ, ਕਿਉਂਕਿ ਤੁਹਾਡਾ ਰਾਈਟ ਹੈ ਘਰ ਲੈਣ ਦਾ ਇੱਥੇ। ਇਟ ਇਜ਼ ਯੋਰ ਰਾਈਟ। ਜਦੋਂ ਸਾਡੇ ਲੀਡਰ ਇੱਥੇ ਆਉਂਦੇ ਆ ਤੁਹਾਡੇ ਕੋਲ ਵੋਟਾਂ ਲੈਣ, ਚਾਹੇ ਉਹ ਪੰਜਾਬੀ ਹੋਣ, ਚਾਹੇ ਉਹ ਗੋਰੇ ਹੋਣ, ਚਾਹੇ ਉਹ ਕਾਲੇ ਪੀਲੇ ਜਿਹੜੇ ਵੀ ਹੈਗੇ ਆ, ਉਹਨਾਂ ਨੂੰ ਸਵਾਲ ਪੁੱਛੋ ਕਿ ਸਾਡਾ ਇੱਥੇ ਰਾਈਟ ਕੀ ਹੈ। ਵੀ ਹੈਵ ਅ ਰਾਈਟ ਟੂ ਸਟੇ ਔਨ ਦਿਸ ਕੰਟਰੀ विद सेल्फ रिस्पेक्ट। सितमगर, अगर तुम्हें जिद है हमी पे बिजलियां गिराने की, तो हमें भी जिद है यहीं पे आशियां बनाने की। वो आशियां बनाना ਹੁਣ ਜੀ ਇਹ ਹੈ ਜੀ। ਆਪਸ਼ਨਾਂ ਦੇਖੀ ਗਏ ਤੇ ਉਸ ਆਪਸ਼ਨ ਨੂੰ ਵੀ ਇਹਨਾਂ ਨੇ ਮਹਿੰਗਾ ਬਹੁਤ ਕਰ ਦਿੱਤਾ। ਭੱਜ ਲਓ ਜਿੱਧਰ ਨੂੰ ਮਰਜੀ, ਹੁਣ ਭੱਜ ਲਓ ਨਿਊਜ਼ੀਲੈਂਡ ਦੇ ਵਿੱਚ। ਇਹਨਾਂ ਨੇ ਮੈਨੂੰ ਲੱਗਦਾ ਚੰਗੇ ਟਾਈਮਾਂ ਤੇ ਕੰਟਰੀ ਸਾਈਡ ਮੂਵ ਕਰ ਗਿਆ, ਦੋਹੀ ਹੱਥੀ ਲੱਡੂ ਆ ਇਹਨਾਂ ਦੇ। ਤੇ ਲੇਕਿਨ ਹੁਣ ਜਿਹੜੇ ਨਵੇਂ 1,65,000 ਮੁਖਤਿਆਰ ਜੀ ਵਾਰ-ਵਾਰ ਜਿਹਨਾਂ ਦਾ ਜ਼ਿਕਰ ਅਸੀਂ ਕਰਦੇ ਆ, ਉਹ ਵਿਚਾਰੇ ਕਿੱਧਰ ਨੂੰ ਜਾਣ? ਦੇਖੋ ਮੈਂ ਫੇਰ ਅੱਗੇ ਕਹਿੰਦਾ ਆ, ਗੁੱਸੇ ਵਾਲੀ ਗੱਲ ਤੁਸੀਂ ਵੀ ਕਹੀ ਪ੍ਰੇਮ ਨਹੀਂ ਜਿਹੜੀ ਮਾਤਾ ਨੇ ਸੁੱਖਣਾ ਸੁੱਖੀ ਹੋਵੇ, ਪਹਿਲਾਂ ਉਹਦੇ ਪੈਸੇ ਲੱਗਣੇ। ਹੁਣ ਪਰਵਿੰਦਰ ਜੀ ਦੇਖੋ, ਆਪਾਂ ਦੋਵੇਂ ਮਿੱਤਰ ਆ, ਪਰ ਆਪਾਂ ਸੱਚ ਬੋਲ ਲਈਏ। ਬੋਲੋ ਦੀ ਖੋਲ ਕੇ ਤੁਸੀਂ ਇਸੇ ਕਰਕੇ ਅੱਜ ਮੈਂ ਸਪਾਂਸਰਾਂ ਨੂੰ ਨਹੀਂ ਸੱਦਿਆ, ਕਿਉਂਕਿ ਤੁਸੀਂ ਕਹੀ ਗਏ ਬਈ ਵਾਹ ਵੀ ਵਾਹ ਅਸੀਂ ਵੀ ਈਮੇਲਾਂ ਕੀਤੀਆਂ। ਹਾਂ, ਅਸੀਂ ਵੀ ਕਹੀ ਗਏ ਵਾਹ ਜੀ ਵਾਹ ਅਸੀਂ ਬੜੇ ਉੱਥੇ ਕਰੜ ਵਾਰ ਹੋਈ ਸਾਡੀ ਨਾ। ਸਾਡੇ ਹੋਰ ਅਦਾਰੇ ਵੀ ਕਹੀ ਗਏ, ਸਾਡੀਆਂ ਤਾਂ ਬਈ ਈਮੇਲਾਂ ਗਈਆਂ। ਮੈਂ ਇੱਕ ਗੱਲ ਸਾਰਿਆਂ ਨੂੰ ਬੇਨਤੀ ਕਰਕੇ ਕਹਿ ਦੇਣੀ ਚਾਹੀਦਾ, ਬਾਈ ਜੀ ਸਟੇਟ ਦੀ ਲੋੜ ਸੀ ਇਹ। 1,65,000 ਸਾਡਾ ਪੱਕਾ ਕਰਨਾ, ਇਹ ਸਟੇਟ ਨੂੰ ਲੋੜ ਹੈ ਹੈਗੀ ਆ। ਉਹਨਾਂ ਨੂੰ ਵਰਕਰਾਂ ਦੀ ਲੋੜ ਹੈ ਕਿ ਕੋਈ ਪਿਛਲੇ ਵਰਕਰ ਦੀ ਜਿਹੜੀ ਸਪਲਾਈ ਸੀ, ਪਰ ਰੱਬ ਕਰੇ ਇਹੀ ਨੀਤੀ ਆਫਸ਼ੋਰ ਸਟਾਕ ਵਾਲਿਆਂ ਨੂੰ ਵੀ ਲਾਗੂ ਹੋ ਜਾਵੇ। ਨਹੀਂ, ਉਹਦਾ ਵਿਚਾਰਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਅੱਜ ਹੋਵੇ। ਕਈਆਂ ਦੇ ਰਿਸ਼ਤੇ ਸਵਾਲ ਇਸ ਗੱਲ ਦਾ ਨਹੀਂ, ਸਵਾਲ ਇਸ ਗੱਲ ਦਾ ਕਿ ਸਟੇਟ ਦੀ ਲੋੜ ਸੀ। ਮੈਂ ਉਸ ਪੁਆਇੰਟ ਤੇ ਆਉਣਾ ਚਾਹੁੰਦਾ ਵੀ 1,65,000 ਉਹੀ ਨਹੀਂ ਪੱਕਾ ਕੀਤਾ। 8 ਸਾਲ 9 ਸਾਲ ਇਹਨਾਂ ਨੇ ਬੰਦੀ ਰੱਖੇ ਸਾਡੇ ਭੈਣ ਭਰਾ, ਉਸ ਵੇਲੇ ਕਿਉਂ ਨਹੀਂ ਪੱਕੇ ਕੀਤੇ? ਇਹਨਾਂ ਨੂੰ 1 ਸਾਲ ਦੇ ਵਿੱਚ ਕੀ। ਪਰਮਿੰਦਰ ਮਧਾਰ ਉਹਨਾਂ ਨੇ ਜਿਹੜੀ ਤੁਸੀਂ ਗੱਲ ਕਹਿੰਦੇ ਨਾ, ਉਹਦੇ ਨਾਲ ਹਾਮੀ ਭਰੀ, ਕਹਿੰਦੇ ਇਨਵੈਸਟਰਸ ਜ਼ਿੰਮੇਵਾਰ ਨੇ ਇਨਫਲੇਸ਼ਨ ਦੇ। ਹਾਂਜੀ, ਦੇਖੋ ਹੁਣ ਪ੍ਰੋਬਲਮ ਕਿੱਥੇ ਖੜੀ ਹੋਈ ਹੈ? ਇਹ ਸਾਰੀ ਜਿਹੜੀ ਇਨਫਲੇਸ਼ਨ ਹੁੰਦੀ ਕਿੱਦਾਂ ਆ, ਪਹਿਲਾਂ ਦੇਖੀ ਜਿਹੜੀ ਬੈਂਕ ਹੈ ਉਹਨੇ 60 ਤੋਂ 70% ਜਿਹੜਾ ਆ ਪੈਸਾ ਉਹ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ 'ਚ ਬਾੜ ਦਿੱਤਾ। ਠੀਕ ਹੈ। ਉੱਥੇ ਜਾ ਕੇ ਹੁਣ ਅਨਐਥੀਕਲ ਕੰਮ ਬਹੁਤ ਹੋਇਆ। ਤਾਂ ਹੀ ਸਭ ਮੈਂ ਫੇਸਬੁੱਕ ਤੇ ਵੀ ਪਾਇਆ ਸੀ, ਤੁਸੀਂ ਮੇਰੀ ਫੇਸਬੁੱਕ ਦੇਖ ਲਓ। ਅੱਛਾ, ਜਿਹੜੀ ਮੇਗਨ ਹੈ ਹਾਊਸ ਮਿਨਿਸਟਰ ਹੈ ਨਾ, ਠੀਕ ਹੈ, ਸਾਨੂੰ ਉਹਦਾ ਸਵਾਲ ਪੁੱਛਣਾ ਬਣਦਾ। ਜਿੱਦਣ ਉਹ ਸਾਡੇ ਡਿੱਕੇ ਆਈ, ਅਸੀਂ ਹੱਥ ਖੜਾ ਕਰਕੇ ਸਵਾਲ ਕਰੀਏ। ਹੋਊਗੀ, ਪਰ ਸਾਡੀ ਤਾਂ ਜਾਨ ਲੈ ਲਈ ਨਾ ਉਹਨੇ। ਉਹਨਾਂ ਨੇ ਪਰਵਿੰਦਰ ਜੀ 48,000 ਦੇ ਕਰੀਬ ਇਸ ਸਾਲ ਘਰਾਂ ਨੂੰ ਬਣਾਉਣ ਦੀ ਪਰਮਿਸ਼ਨ ਮਿਲ ਗਈ ਹੈ। 48,000, ਠੀਕ ਹੈ। ਕਿੰਨੇ ਬਣਦੇ ਹੋ ਇੱਕ ਵੱਖਰਾ ਵਿਸ਼ਾ ਹੈ। ਹਾਂ, ਉਸ ਤੋਂ ਪਹਿਲਾਂ ਪਿਛਲੇ ਸਾਲ ਉਹ ਇਹ ਕਹਿ ਕੇ ਉਹਨੇ ਪੰਗਾ ਪਾ ਲਿਆ ਕਿ ਇੱਥੇ ਆਕਲੈਂਡ 'ਚ ਘਰਾਂ ਦੀ ਸ਼ਾਰਟੇਜ ਹੈ। ਹੁਣ ਜੀ ਵੋਟਾਂ ਲਈਆਂ, ਦੇਖੋ ਇਹ ਵੋਟਾਂ ਲਈਆਂ ਘਰਾਂ ਦੀ ਸ਼ਾਰਟੇਜ ਹੈ। ਹੁਣ ਨੂੰ ਭੜੂ ਨੂੰ ਪੁੱਛਣ ਵਾਲਾ ਹੋਵੇ ਕੋਈ ਬੀਬਾ, ਤੂੰ ਤਾਂ ਕਹਿਤਾ ਰੀਅਲ ਏਸਟੇਟ ਦੀ ਜਿਹੜੀਆਂ ਏਜੰਸੀ ਸੀਗੀਆਂ ਉਹਨਾਂ ਨੇ ਇਸ ਗੱਲ ਨੂੰ ਮਾਰਕੀਟਿੰਗ ਟੂਲ ਦੇ ਉੱਤੇ ਲਿਆ। ਓਕੇ, ਉਹਨਾਂ ਨੇ ਕਿਹਾ ਵੀ ਘਰ ਹੁਣ ਹੈ ਨਹੀਂਗੇ, ਵਿਚ ਇਜ਼ ਫੇਅਰ ਇਨਫ। ਰੀਅਲ ਏਸਟੇਟ ਦਾ ਕੋਈ ਕਸੂਰ ਨਹੀਂ, ਉਹ ਤਾਂ ਦੀਦਾ ਹੀ ਸੀ ਉਹਨਾਂ ਨੂੰ। ਇਹ ਦੀਦਾ ਸੀ ਕਿਉਂਕਿ ਉਹਨਾਂ ਨੇ ਤਾਂ ਉਹੀ ਡਾਟੇ ਚੱਕੇ ਸੀ ਨਾ, ਉਹ ਡਾਟੇ ਚੱਕ ਕੇ ਉਹਨਾਂ ਨੇ ਕਲਾਇੰਟ ਤੱਕ ਲੈ ਗਏ। ਉਹਨਾਂ ਨੇ ਆਪਣੀ ਸੇਲ ਕਰ ਰਹੀ ਹੈ, ਬਿਲਕੁਲ, ਤੇ ਉਹ ਸੇਲ ਦੇ ਉੱਤੇ ਹੀ ਸਰਵਾਈਵਲ ਆ ਉਹਨਾਂ ਦੀ। ਬਿਲਕੁਲ ਸਹੀ। ਜਿਹੜੀ ਜ਼ਿੰਮੇਵਾਰਾਨਾ ਆਰਗੇਨਾਈਜੇਸ਼ਨ ਸੀ ਉਹ ਸੀ ਗਵਰਨਮੈਂਟ, ਬਿਲਕੁਲ, ਤੇ ਆਹ ਜਿਹੜਾ ਤੁਹਾਡਾ ਕੌਂਸਲ ਨੂੰ ਡਾਟਾ ਦੇ ਕੇ ਆਪਣੀਆਂ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਇਹ ਡਾਟਾ ਲਾਉਣੇ ਚਾਹੀਦੇ, ਪਰ ਇਹ ਜਾਣ ਕੇ ਨਹੀਂ ਲਾਉਂਦੇ ਹੁੰਦੇ ਕਿਉਂਕਿ ਇਹਨਾਂ ਨੇ ਪ੍ਰਾਪਰਟੀ ਹੀ ਹੈ ਜਿਹੜੀ ਉੱਪਰ ਤੇ ਥੱਲੇ। ਪਰ ਮੁਖਤਾਰ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ, ਮੇਰਾ ਆਪਣਾ ਨਿੱਜੀ ਤਜਰਬਾ ਰਿਹਾ ਵੀ ਜਦੋਂ ਵੀ ਕੌਂਸਲ ਦੇ ਕੋਲ ਕਿਸੇ ਗੱਲ ਲਈ ਜਾਓ, ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ 30 ਸਾਲਾਂ ਦਾ ਵੈਟਰਨ ਲੀਡਰ ਆਕਲੈਂਡ ਸਿਟੀ ਦਾ ਮੇਅਰ ਹੋਵੇ, ਜਿਹੜੀ ਬ੍ਰਿਸਬੇਨ ਦੀ ਤਰਜ਼ ਤੇ ਸੁਪਰ ਸਿਟੀ ਬਣਾ ਦਿੱਤੀ ਗਈ, ਇਸ ਆਸ ਨਾਲ ਕਿ ਤੁਹਾਡੇ ਰੀਜਨਲ ਮਸਲੇ ਵੀ ਹੱਲ ਕਰਾਂਗੇ,
ਇਹਨੂੰ ਐਂ ਕਰ ਦਿਆਂਗੇ, ਇਹਨੂੰ ਓਂ ਕਰ ਦਿਆਂਗੇ। ਹੁਣ ਤੁਸੀਂ ਇਹ ਦੇਖੋ ਵੀ ਏਡੇ ਵੈਟਰਨ ਲੀਡਰ ਜਦੋਂ ਮੇਅਰ ਬਣ ਗਏ, ਇਸ ਦੇ ਬਾਵਜੂਦ ਆਕਲੈਂਡ ਸਿਟੀ ਕੌਂਸਲ ਦੇ ਹਾਲਾਤ ਇੰਨੇ ਮਾੜੇ ਆ ਕਿ ਰਹੇ ਰੱਬ ਦਾ ਨਾ। ਕੋਈ ਗੱਲ ਨਹੀਂ। ਦੇਖੋ ਪ੍ਰਵਿੰਦਰ ਜੀ, ਸੰਪੂਰਨ ਆਜ਼ਾਦੀ ਦੀ ਜੰਗ ਜਿਹੜੀ ਭਗਤ ਸਿੰਘ ਹੋਣਾ ਨੇ ਲੜੀ ਸੀ, ਉਹ ਕਿਤੇ ਵੀ ਕਾਬਲ ਸੀਗੀ। ਤੁਸੀਂ ਵੀ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਤੁਹਾਡੇ ਲੈਂਡ ਰੇਟ ਉਧਰ ਮਨਪ੍ਰੀਤ ਬਾਦਲ ਕਹੀ ਜਾਂਦਾ ਹਰਸ਼ਾਨਾ ਕਰ ਲਈ, ਹੁਣ ਜਾਈਏ ਕਿੱਥੇ? ਮੈਂ ਤੁਹਾਨੂੰ ਇਹ ਦੱਸਣਗਾ ਵੀ ਜੇ ਆਪਾਂ ਇੱਥੇ ਲੈਂਡ ਰੇਟ ਜਿਹੜੇ ਆ ਅਸੀਂ ਕਹਿੰਦੇ ਵੀ ਅਸੀਂ ਨਹੀਂ ਲੈਂਡ ਰੇਟ ਦੇਣੇ, ਕਿਉਂਕਿ ਸਾਡੇ ਪੁਰਖਿਆਂ ਨੇ ਦੇ ਦਿੱਤੇ ਆ ਜੀ। ਜਿਹੜੇ ਪੁਰਾਣੇ ਏਰੀਏ ਆ ਉਹਨਾਂ ਵਿੱਚ ਤਾਂ ਪਾਈਪ ਪਏ ਹੋਆ, ਬਿਲਕੁਲ ਨਵੇਂ ਲੈਂਡ ਰੇਟ ਕਿੱਦਾਂ ਲਾ ਸਕਦੇ, ਪਰ ਹਰ ਘਰ ਨੂੰ ਲੈਂਡ ਰੇਟ ਦੇਣਾ ਪੈ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਸ ਵੇਲੇ ਇਹ ਸਾਰੇ ਦਾ ਦਾਰੋਨਾਰ ਹੈ, ਇਹ ਚ ਆਪ ਵੀ ਸਰਕਾਰਾਂ ਉਲਝ ਗਈਆਂ, ਸਾਨੂੰ ਵੀ ਉਲਝਾ ਲਿਆ। ਅੱਛਾ, ਇੱਕ ਬਹੁਤ ਡਿਫਰੈਂਟ ਪੁਆਇੰਟ ਚੱਕਿਆ ਬਖਤਿਆਰ ਜੀ, ਗੱਲ ਕਰਦਿਆਂ ਸਿੰਘ ਕਮਲ ਰਾਜ ਉਹਨਾਂ ਨੇ। ਉਹ ਕਹਿੰਦਾ ਭਾਜੀ ਲੇਬਰ ਨਹੀਂ ਮਿਲਦੀ ਕੰਟਰੀ ਸਾਈਡ, ਬਿਜ਼ਨਸ ਕਰਨਾ ਬਹੁਤ ਔਖਾ, ਮੈਂਟਲ ਹੈਲਥ ਤੇ ਅਦਰ ਕ੍ਰਾਈਮਸ ਬਹੁਤ ਜ਼ਿਆਦਾ ਨੇ ਹੁਣ ਉੱਥੇ। ਤੇ ਨਾਲ ਭਾਜੀ ਅਮਰੀਕ ਜਿਨ੍ਹਾਂ ਦੀ ਉਂਗਲ ਫੜ ਕੇ ਮੇਰੇ ਵਰਗਿਆਂ ਨੇ ਰੇਡੀਓ ਤੇ ਬੋਲਣਾ ਸਿੱਖਿਆ, ਉਹ ਕਹਿੰਦੇ ਸੱਚ ਬੋਲਣਾ ਚਾਹੀਦਾ। ਕਈ ਕਹਿੰਦੇ ਵੀ ਕੌੜਾ ਹੁੰਦਾ, ਪਰ ਬਹੁਤ ਵਧੀਆ ਪ੍ਰੋਗਰਾਮ ਜੀ। ਧੰਨਵਾਦ। ਇਹ ਵਧੀਆ ਗੱਲ ਆ, ਆਪਣੇ ਤੋਂ ਵੱਡੇ ਜਦੋਂ ਤੁਹਾਨੂੰ ਇਹ ਗੱਲ ਕਹਿ ਦੇਣ ਫਿਰ ਸਾਡਾ ਗਲਾ ਸੁੱਕ ਗਿਆ, ਚਾਹ ਪੀ ਕੇ ਆਈਏ ਸਾਨੂੰ। ਸੋ ਜਿਹੜਾ ਇਹਦਾ ਕੌਂਸਲ ਦਾ, ਆਪਾਂ ਕੌਂਸਲ ਤੇ ਆਉਂਦੇ ਆ ਜੀ। ਜਦ ਤੱਕ ਲੋਕ, ਦੁਨੀਆ ਦੇ ਲੋਕ ਦੇਖੋ, ਜੇ ਕਿਸਾਨ ਤੇ ਪ੍ਰੋਬਲਮ ਆਈ, ਉਹਨਾਂ ਨੇ ਬੈਰੀਕੇਡ ਤੋੜ ਕੇ ਉੱਠ ਖੜੇ ਹੋ ਦਿੱਲੀ ਤੱਕ ਚਲੇ ਗਏ। ਔਰ ਸਭ ਤੋਂ ਵੱਡਾ ਫਾਇਦਾ ਉਸ ਸੰਘਰਸ਼ ਦਾ ਪਤਾ ਕੀ ਹੋਇਆ? ਉਹ ਇਹ ਹੋਇਆ ਕਿ ਲੋਕਾਂ ਨੂੰ, ਪੰਜਾਬ ਦੇ ਤੇ ਭਾਰਤ ਦੇ ਕਿਸਾਨ ਤੇ ਮਜ਼ਦੂਰਾਂ ਨੂੰ ਲੜਾਈ 'ਚ ਵਿਸ਼ਵਾਸ ਜਾਗਿਆ। ਬਿਲਕੁਲ ਸਹੀ। ਉਹ ਕਹਿੰਦੇ ਸੰਘਰਸ਼ ਦੇ ਨਾਲ ਲਿਆ ਜਾ ਸਕਦਾ, ਜਿੱਤ ਲਈ ਜਾ ਸਕਦਾ। ਹਰਿਆਣੇ ਦਾ ਤੇ ਪੰਜਾਬ ਦਾ ਕਦੀ ਇੱਕ ਹੋ ਹੀ ਨਹੀਂ ਸੀ ਸਕਦਾ ਇਸ ਮੋਰਚੇ ਤੋਂ ਬਿਨਾਂ। ਇੱਥੇ ਅਸੀਂ, ਮੈਂ ਮਾਫੀ ਚਾਹੁੰਦਾ ਵੀ ਹਾਲਾਤ ਇਹ ਬਣ ਗਏ ਆ ਵੀ 26-27 ਤੇ ਸਾਡੇ ਕੋਲ ਬਹੁਤ ਵਧੀਆ ਗਾਇਕ ਆ। ਮੈਂ ਇੰਦਰ ਜੜੀਏ ਨਾਲ ਕੰਮ ਕੀਤਾ, ਮੈਂ ਦੇਖਿਆ ਕਿ ਮੁੰਡੇ ਬਹੁਤ ਸੋਹਣਾ ਗਾਉਂਦੇ ਆ, ਪਰ ਗਾਉਂਦੇ ਕੀ ਆ? ਇਹ ਮਸਲਾ ਹੈ। ਜਦ ਤੱਕ ਤੁਸੀਂ ਸਮਾਜ ਦੀ ਉਸ ਨਰ ਨੂੰ ਨਹੀਂ ਫੜਦੇ, ਠੀਕ ਹੈ, ਜਦ ਤੱਕ ਤੁਸੀਂ ਉਹ ਗਾਇਕੀ, ਉਹ ਫਿਲਮਾਂ, ਉਹ ਰੰਗਮੰਚ, ਉਹ ਵਾਰਤਾ, ਉਹ ਰੇਡੀਓ ਪ੍ਰੋਗਰਾਮਸ ਨਹੀਂ ਸਿੱਟਦੇ ਲੋਕਾਂ ਦੇ ਸਿੱਟਦੇ ਲਿਆਉਣੇ ਪੈਣੇ। ਹਾਂ, ਹੁਣ ਇਹਦੇ ਵਿੱਚ ਹੈ ਕਿ ਮੈਨੂੰ ਲੱਗਦਾ 3 ਮਹੀਨੇ ਬਾਅਦ ਮੈਂ ਕੋਈ ਬਹੁਤਾ ਫਰਕ ਨਹੀਂ ਪਾ ਸਕਦਾ, ਵੱਧ ਤੋਂ ਵੱਧ ਕਿੰਨਾ 500-700 ਬੰਦਾ ਹੋਰ ਸੁਣਦਾ ਹੋਊਗਾ। ਨਹੀਂ, ਇਹ ਤੋਂ ਬਾਅਦ ਚ ਬਹੁਤ ਲੋਕਾਂ ਨੇ ਸੁਣਨਾ। ਚਲੋ ਉਹ ਇੱਕ ਵੱਖਰਾ ਵਿਸ਼ਾ, ਕਿਉਂਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਹਿਸਾਬ ਦੇ ਨਾਲ। ਦੂਜੀ ਗੱਲ ਆ ਵੀ ਜਿਹੜੀ ਲੋਕ ਵਿਚਾਰੇ ਹੁਣ ਨੌਕਰੀ ਦੇ ਉੱਤੇ ਆ, ਉਹਨਾਂ ਨੇ ਬਾਅਦ ਚ ਦੇਖਣਾ। ਇਹ ਇੱਕ ਬਹੁਤ ਵੱਡੀ ਟੈਕਨੋਲੋਜੀ ਨੂੰ ਜੇ ਸਹੀ ਤਰੀਕੇ ਨਾਲ ਵਰਤੋਂ ਕਰੀਏ ਆਪਾਂ, ਇਹ ਇੱਕ ਬੜੀ ਪਰਫੈਕਟ ਐਗਜ਼ਾਮਪਲ ਆ। ਦੇਖੋ ਜੀ ਜੀ ਬਿਲਕੁਲ, ਜਿਹਦੇ ਕੋਲ ਜਦੋਂ ਸਮਾਂ ਉਦੋਂ ਸੁਣ ਲੈਣਾ ਉਹਨੇ। ਤੁਸੀਂ ਇੱਕ ਫਿਲਮ ਦੇਖੀ ਹੋਣੀ ਹੈ ਜਿਹਦੇ ਵਿੱਚ ਉਹ ਰੇਡੀਓ ਸਟੇਸ਼ਨ ਦੇ ਉੱਤੇ ਕਬਜ਼ਾ ਕਰ ਲੈਂਦੇ, ਫਿਰ ਉਹ ਆਪਣੀ ਗੱਲ ਕਹਿੰਦੇ ਉੱਥੇ ਆ। ਸੋ ਤੁਹਾਡਾ ਰੇਡੀਓ ਸਟੇਸ਼ਨ ਜਾਂ ਹੋਰ ਜਿੰਨੇ ਵੀ ਆਪਣੇ ਅਦਾਰੇ ਕੰਮ ਕਰਦੇ ਆ, ਉਹ ਬਹੁਤ ਵਧੀਆ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਸਕਦੇ ਆ। ਪਰ ਅਫਸੋਸ ਇਹ ਆ ਕਿ ਉੱਥੇ ਵੀ ਅੱਖਾਂ 'ਚ ਟੀਰ ਹੈ। ਬਿਲਕੁਲ, ਇਹ ਗੁੱਸੇ ਵਾਲੀ ਗੱਲ ਨਹੀਂ, ਉਹ ਤਾਂ ਪਤਾ ਹੀ ਹੈ, ਇਹਨੂੰ ਮੰਨ ਲੈਣਾ ਚਾਹੀਦਾ। ਮੈਂ ਤਾਂ ਆਪ ਆਪਣੇ ਮੂੰਹੋਂ ਗਈ ਆ ਨਾ ਵੀ ਤੁਹਾਡੀ ਥਾਂ ਤੇ ਇੱਥੇ ਸਪਾਂਸਰ ਬੈਠੇ ਹੋਣੇ ਸੀ, ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਕੇ ਉਹਨਾਂ ਅਗਲੇ ਸੋਮਵਾਰ ਤੱਕ ਪੋਸਟਪੋਨ ਕੀਤਾ। ਹਾਂ, ਖੁਸ਼ੀ ਦੀ ਗੱਲ ਇਹ ਆ ਕਿ ਮੈਂ ਇੱਥੇ ਪ੍ਰਿੰਟ ਮੀਡੀਆ ਦੇ ਵਿੱਚ ਜਾਂ ਹੋਰ ਜਿਹੜੀਆਂ ਆਪਣੀ ਐਂਜਲ ਪੰਜਾਬੀ ਨਿਊਜ਼ ਜਾਂ ਹੋਰ ਮਿੱਤਰ ਵੀ ਜਾਂ ਤੁਸੀਂ ਹੁਣ ਤੁਸੀਂ ਇਕਨੋਮੀ ਦੀ ਗੱਲ ਕਰਨੀ ਸ਼ੁਰੂ ਕੀਤੀ 13-14 ਸਾਲਾਂ ਬਾਅਦ। ਬਿਲਕੁਲ, ਪਹਿਲਾਂ ਤਾਂ ਆਪਾਂ ਵੀ ਢੋਲੇ ਵਜਾਈ ਗਏ, ਕਈ ਹੋਰੇ ਗੱਲਾਂ ਹੋਰੇ ਪਾਸੇ ਲੈ ਕੇ ਤੁਰੇ ਫਿਰਦੇ ਰਹੇ। ਬਿਲਕੁਲ, ਸਾਨੂੰ ਵੀ ਸਮਝ ਹੁਣੇ ਆਈ ਆ 5-7 ਸਾਲ ਤੋਂ ਵੀ ਆਹ ਇਦਾਂ ਹੋਣੀ ਹੈ। ਬਿਲਕੁਲ ਸਹੀ, ਠੀਕ ਹੈ ਜੀ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਅਮਤਿਆਰ ਜੀ ਕਿ ਲੋਕ ਵੀ ਹੁਣ ਇਸ ਚੀਜ਼ ਨੂੰ ਸੁਣਨ ਲੱਗੇ। ਤੁਸੀਂ ਦੇਖੋ ਵੀ ਇਸ ਵੇਲੇ ਜਿਹੜੇ ਸੱਜਣ ਜੁੜੇ ਹੋਏ ਆ, ਸਾਡੀਆਂ ਕਿ ਭੈਣਾਂ ਜੁੜੀਆਂ ਹੋਈਆਂ, ਘੱਟੋ ਘੱਟ ਜੇ ਇੱਕ ਬੰਦਾ ਅੱਗੋਂ 3 ਬੰਦਿਆਂ ਤੱਕ ਵੀ ਇਹ ਮੈਸੇਜ ਪਹੁੰਚਾਊਗਾ ਵੀ ਅਸਲ ਦੇ ਵਿੱਚ ਕਹਾਣੀ ਇਸ ਮੁਲਕ ਦੀ ਇੱਥੋਂ ਤੱਕ ਇਵੇਂ ਵਿਗੜ ਰਹੀ ਆ ਵੀ ਆਪਾਂ ਜੇ ਅੱਜ ਨਾ ਬੋਲੇ, ਅੱਜ ਨਾ ਸੰਭਲੇ, ਇਹ ਕਹਾਣੀ ਹੋਰ ਵਿਗੜ ਜਾਣੀ। ਹਾਂਜੀ, ਉਸ ਤੇ ਤੁਹਾਡੇ ਜਿਹੜੇ ਬੱਚੇ ਆ ਉਹ ਕਹਿਣਗੇ ਕਿ ਪਾਪਾ ਉਹ ਤਾਂ ਬੋਲਿਆ ਨਹੀਂ ਹੈ ਜੀ, ਹੁਣ ਤੂੰ ਕਹਿੰਦਾ ਵੀ ਮੈਨੂੰ ਆਹ ਨਹੀਂ ਮਿਲਦਾ ਤਾਂ ਮੈਨੂੰ ਉਹ ਨਹੀਂ ਮਿਲਦਾ। ਬਿਲਕੁਲ ਸਹੀ। ਜਦੋਂ ਤੁਹਾਡੇ ਘਰਾਂ ਦੀਆਂ ਫਰਜ਼ਾਂ ਤੱਕ ਲੋਕ ਆ ਗਏ ਨਾ ਇੱਕ ਦੂਜੇ ਦੇ ਚੱਕਰ, ਫਿਰ ਸਾਨੂੰ ਅਸੀਂ ਬੋਲਾਂਗੇ। ਹਾਲਾਤ ਇਹ ਬਣ ਗਏ ਆ ਕਿ ਤੁਸੀਂ, ਮੈਂ ਖੁਦ ਨਹੀਂ ਡਰਦਾ ਉੱਥੇ ਜਾਂਦਾ ਕਾਉਂਟਡਾਊਨ ਜੀ, ਉਹ ਇੱਕ ਟਰਾਲੀ ਜਿਹੜੀ 250-300 ਦੀ ਭਰਦੀ ਆ। ਨਹੀਂ, ਘਰ ਵਾਲੀ ਖੂਣੀਆਂ ਨਹੀਂ ਮਾਰਦੀ ਹੈ? ਮਾਰਦੇ ਜੀ, ਬਹੁਤ ਕੁਝ ਹੁੰਦਾ ਆ। ਮੇਰਾ ਸਵਾਲ ਇਹ ਗੱਲ ਦਾ ਬਣਦਾ ਕਿ ਜਿਹੜੀ ਉਹ ਟਰਾਲੀ ਆ, ਤੁਹਾਨੂੰ ਯਾਦ ਹੋਣਾ ਕਿ $80 ਦੀ, $70 ਦੀ ਬਹੁਤ ਹੁੰਦੇ ਸੀ। ਅਸੀਂ ਬਹੁਤ $50 ਚ ਲੰਚ ਹੁੰਦਾ ਸੀ। ਬਿਲਕੁਲ, ਮਤਲਬ ਹੁਣ ਤੁੰਨ ਕੇ ਖਾ ਲਓ ਜੋ ਖਾਣਾ ਤੇ। ਸੋ ਇਸ ਵੇਲੇ, ਉਸ ਵੇਲੇ ਹਾਲਾਤ ਤੇ ਅੱਜ ਦੇ ਹਾਲਾਤ ਮੈਂ ਬੜੇ ਵੱਡੇ ਦੇਖਦਾ, ਔਰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਹੁਣ ਇਹ ਸਾਡੇ ਕੀ ਸੁਪਨਿਆਂ ਦਾ ਦੇਸ਼ ਰਿਹਾ ਜਾਂ ਨਹੀਂ ਰਿਹਾ, ਇਹ ਸਵਾਲ ਹੈ ਵੱਡਾ। ਕਿਉਂਕਿ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਤੁਸੀਂ 1.5 ਮਿਲੀਅਨ ਤੱਕ ਮਿਨੀਮਮ ਤੁਸੀਂ 10 ਸਾਲਾਂ ਦੇ ਧੱਕ ਦੇਵੋਗੇ ਉਹਨੂੰ, ਧੱਕ ਦੇਵੋਗੇ ਕਰਜ਼ਾ, ਤੇ ਉਹ ਬੱਚਾ ਕਿਵੇਂ ਦੇਊਗਾ? $20 ਤੋਂ ਉੱਤੇ ਇਹ ਤਨਖਾਹ ਅਫੋਰਡ ਨਹੀਂ ਕਰਦਾ। ਆਬਵੀਅਸਲੀ ਜਿਹੜਾ ਵੈਲਫੇਅਰ ਸਿਸਟਮ ਆ ਜਾਂ OCR ਦੀ ਜੋ ਰੇਸ਼ੋ ਆ ਜਾਂ ਪਰਸੈਂਟੇਜ ਆ, ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਪ੍ਰਭਾਵਿਤ ਹੁੰਦੀਆਂ ਇਸ ਹੱਦ ਤੱਕ ਚਲੀਆਂ ਜਾਣੀਆਂ ਵੀ ਸ਼ਾਇਦ ਸਾਡੀ ਪਹੁੰਚ ਤੋਂ ਬਾਹਰ ਹੀ ਹੋ ਜਾਏ ਕਹਾਣੀ। ਮੇਰੇ ਆਪਣੇ ਬੱਚੇ ਕਹਿਣ ਲੱਗ ਪਏ, ਇੱਕ ਵਾਰ ਅਸੀਂ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਦੇਰ ਰਾਤ, ਉਹਨਾਂ ਨੇ ਮੈਨੂੰ ਖੁੱਲ੍ਹ ਕੇ ਗੱਲ ਕਹੀ,
ਉਹ ਕਹਿੰਦੇ ਵੀ ਪਾਪਾ ਜੀ ਤੁਹਾਨੂੰ ਸੱਚੀ ਗੱਲ ਦੱਸੀ ਵੀ ਸਾਨੂੰ ਨਹੀਂ ਲੱਗਦਾ ਵੀ ਅਸੀਂ ਆਪਣੀ ਪੂਰੀ ਜ਼ਿੰਦਗੀ ਇਹ ਮਕਾਨ ਜਿਹੜੇ ਮਕਾਨ ਦੇ ਵਿੱਚ ਤੁਸੀਂ ਸਾਨੂੰ ਰਹਿਣ ਦੀ ਸਮਰੱਥਾ ਬਖਸ਼ੀ ਆ ਅਸੀਂ ਖਰੀਦ ਵੀ ਸਕਾਂਗੇ ਆਪਣੇ ਵੱਲੋਂ। ਉਹ ਕਹਿੰਦੇ ਵੀ ਅਸੀਂ ਤਾਂ ਇਸ ਗੱਲੋਂ ਹੀ ਬੜੇ ਸ਼ੁਕਰਗੁਜ਼ਾਰ ਹਾਂ ਕਿ ਚਲੋ ਤੁਸੀਂ ਸਾਨੂੰ ਜਿਹੜਾ ਘਰ ਲੈ ਕੇ ਦੇ ਕੇ ਚੱਲੇ ਆ। ਇਹਦਾ ਮਤਲਬ ਇਹ ਹੋਇਆ ਕਿ ਅੱਛਾ ਦੂਜੇ ਪਾਸੇ ਆਉਂਦੇ ਆ, ਆਪਾਂ ਉਹ ਫਿਲਮ ਦੇ ਵਿੱਚ ਵੀ ਗੱਲ ਕੀਤੀ ਆ ਜੀ, ਆਪਾਂ ਉੱਤੇ ਆਉਂਦੇ ਆ ਬਲੈਕ ਹੋਲ ਦੇ ਵਿੱਚ ਇਹੀ ਗੱਲ, ਕਿਉਂਕਿ ਇਹ ਐਕਸਪੀਰੀਅੰਸ ਚੋਂ ਨਿਕਲੀਆਂ ਸਾਰੀਆਂ ਗੱਲਾਂ। ਉਹਦੇ ਵਿੱਚ ਅਸੀਂ ਕਿਹਾ ਕਿ ਜਿਹੜੀ ਡਿਮਾਂਡ ਤੇ ਸਪਲਾਈ ਹੈ ਗੇਮ ਹੈ। ਇੱਕ ਉਹਦਾ ਡਾਇਲੌਗ ਬੜਾ ਸੋਹਣਾ ਸੀ, ਉਹ ਜ਼ਰੂਰ ਦੱਸੋ। ਕਿ ਕ੍ਰਾਈਸਿਸ पे ਕ੍ਰਾਈਸਿਸ ਪੈਦਾ ਕਰੋ। ਹਾਂ ਠੀਕ ਹੈ ਨਾ, ਉਹ ਕਹਿੰਦਾ ਕ੍ਰਾਈਸਿਸ पे ਕ੍ਰਾਈਸਿਸ ਪੈਦਾ ਕਰੋ ਐਂਡ ਚਿਲ। ਸਹੀ, ਉਹਨਾਂ ਦੀ ਦੇਣ ਆ ਇਹ। ਹਾਂ, ਤੇ ਤੁਸੀਂ ਚਿਲ ਕਰਨਾ, ਤੁਸੀਂ ਕ੍ਰਾਈਸਿਸ ਪੈਦਾ ਕਰਨਾ। ਠੀਕ ਹੈ, ਉਸ ਤੋਂ ਬਾਅਦ ਉਹ ਕਹਿੰਦਾ ਵੀ ਲਿਕੁਇਡ ਡਾਇਲੌਗ ਇਦਾਂ ਸੀਗਾ ਕਿ ਲਿਕੁਇਡੇਸ਼ਨ ਜਿਹੜੀ ਹੈਗੀ ਆ ਉਹ ਗਵਰਨਮੈਂਟ ਦੀਆਂ ਦਿੱਤੀਆਂ ਹੋਈਆਂ ਸਿਸਟਮ ਦੀ ਦਿੱਤੀ ਹੋਈਆਂ ਫੈਸਿਲਿਟੀਜ਼ ਆ, ਹਾਂ ਚੋਰ ਮੋਰੀਆਂ ਸਿੱਧੀਆਂ ਚੋਰ ਮੋਰੀਆਂ। ਠੀਕ ਹੈ, ਮੈਂ ਵੀ ਯੂਜ਼ ਕਰਦਾ, ਸਾਰੇ ਕਰੀ ਜਾਂਦੇ। ਪਰ ਹੁਣ ਚੱਕਰ ਇਹ ਪਿਆ ਆ ਕਿ ਸਾਨੂੰ ਹੁਣ ਸੋਚਣਾ ਪੈਣਾ ਇਸ ਚੋਰ ਮੋਰੀਆਂ ਦੇ ਉੱਤੇ ਕਿੱਥੇ ਤੱਕ ਅਸੀਂ ਜ਼ਿੰਦਗੀ ਜੀ ਲਾਂਗੇ। ਉਹਦਾ ਰਿਜ਼ਲਟ ਬੜਾ ਗਲਤ ਹੈ। ਅੱਛਾ, ਜਿਹੜੀ ਡਿਮਾਂਡ ਤੇ ਸਪਲਾਈ ਦੀ ਗੱਲ ਕਰਦੇ ਆ, ਬਹੁਤ ਸਾਰੇ ਮਿੱਤਰ ਜਿਹੜੇ ਆ ਮੇਰੇ, ਮੈਂ ਇਹਦਾ ਡਾਟਾ ਦੇ ਸਕਦਾ ਜੀ। ਅਗਸਤ ਦੇ ਵਿੱਚ ਇਹ ਕਿਹਾ ਗਿਆ ਸੀ, ਅਗਸਤ ਤੱਕ ਇਹ ਕਿਹਾ ਗਿਆ ਸੀ ਕਿ ਆਕਲੈਂਡ ਵਿੱਚ ਘਰ ਹੈ ਨਹੀਂਗੇ। ਹੁਣ ਦੱਸੋ ਇਹ ਗੱਲ ਕਿ ਨਵੰਬਰ ਦੇ ਵਿੱਚ 40% ਸੇਲ ਤੇ ਜ਼ਿਆਦਾ ਘਰ ਆਏ। 40%, 30 to 40%। ਉਹੀ ਕੋਵਿਡ ਦਾ ਝੰਬਿਆ ਆਕਲੈਂਡ ਵਾਲੇ, ਝੰਬਿਆ ਆਕਲੈਂਡ। ਹੁਣ ਉਹ ਘਰ ਕਿੱਥੋਂ ਆ ਗਏ? ਬਿਲਕੁਲ ਸਹੀ। ਉਹ ਇਸ ਕਰਕੇ ਆਏ ਕਿ ਜਿਹੜੇ ਇਨਵੈਸਟਮੈਂਟ ਦਾ ਜਿਹੜਾ ਲਾਅ ਸੀ ਉਹ ਚੇਂਜ ਹੋਇਆ। ਉਹਦੇ ਜਿਹੜੇ ਪੁਰਾਣੇ ਘਰ ਸੀ ਉਹਦੇ ਉੱਤੇ ਹੁਣ ਜਿਹੜਾ ਉਹ ਆਪਣਾ ਖਰਚਾ ਨਹੀਂ ਪਾ ਸਕਦੇ, ਜਿਹੜਾ ਇੰਟਰਸਟ ਰੇਟ ਆ ਉਹ ਆਪਾਂ ਵੱਖਰੀ ਗੱਲ ਹੈ। ਪਰ ਇਹ ਜਿਹੜਾ ਸੱਚ ਹੈ ਉਹ ਇਹ ਹੈ ਕਿ ਇਹ ਇੱਕਦਮ ਹੁਣ, ਔਰ ਮੈਂ ਤੁਹਾਨੂੰ ਕੁਝ ਫੋਟੋਆਂ ਜਿਹੜੀਆਂ ਆਪਣੇ ਮਿੱਤਰ ਨੇ ਭੇਜੀਆਂ ਸੀ। ਅੱਛਾ ਜੀ। ਤੁਹਾਨੂੰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਪਹਿਲਾਂ ਆਕਸ਼ਨ ਸੀ। ਆਕਸ਼ਨ ਤੇ ਤੁਸੀਂ ਕਿਸੇ ਵੀ ਹਾਂਜੀ, ਉਹ ਆਕਸ਼ਨ ਦੇ ਵਿੱਚ ਉਹ ਗੱਲ ਨਹੀਂ ਸੀ ਕਰਦਾ ਤੁਹਾਡਾ, ਉਹ ਆਕਸ਼ਨ ਚ ਆ ਜਾਓ। ਬਿਲਕੁਲ ਠੀਕ ਹੈ ਭਾਜੀ, ਆਕਸ਼ਨ ਜਾ ਉੱਥੋਂ ਫੋਨ ਤੇ ਦਿੰਦਾ ਭਾਜੀ ਇੱਥੇ ਹੋ ਗਿਆ, ਉਹ ਹੋ ਗਿਆ ਲੱਖ ਦਾ। ਉਸ ਤੋਂ ਬਾਅਦ ਕੀ ਹੋਇਆ, ਸਾਰੀ ਸਟੋਰੀ ਆਪਾਂ ਸਾਰੀ ਸਟੋਰੀ ਤੇ ਗੱਲ ਕਰ ਰਹੇ ਹਾਂ। ਬਿਲਕੁਲ ਸਹੀ। ਉਸ ਤੋਂ ਬਾਅਦ ਇਹੀ ਘਰ ਜਿਹੜੇ ਆ ਮੇਰੇ ਕੋਲ ਪਏ ਆ ਤੁਹਾਡੇ ਆਹ ਨੈਗੋਸ਼ੀਏਸ਼ਨ ਤੇ ਆ ਗਏ। ਨੈਗੋਸ਼ੀਏਸ਼ਨਾਂ ਤੋਂ ਬਾਅਦ ਹੁਣ ਪ੍ਰਾਈਸ ਤੇ ਆ ਗਏ ਸੀ। ਪ੍ਰਾਈਸ ਹੁਣ ਕੱਟ ਕੇ 80,000 ਘਰ ਉਹਨੇ ਸਸਤਾ ਲਾਇਆ। ਇਹਦੇ ਵਿੱਚ ਕੀ ਹੋਇਆ, ਇਹਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਹੱਥ ਫੜਿਆ ਕਿ ਤੂੰ ਆਹ ਘਰ ਲੈ ਲਾ, ਇੱਕ ਦੋ ਘਰ ਲੈ ਲਾ ਤੇ ਇਹ ਤੈਨੂੰ ਸਾਲਕ ਦੇ ਵਿੱਚ ਇਹ ਜਿਹੜਾ ਲੱਖ ਇੰਨੇ ਪੈਸੇ ਛੱਡ ਦੇਣੇ, ਇੰਨੇ ਪੈਸੇ 3 ਮਹੀਨੇ 4 ਮਹੀਨੇ ਛੱਡ ਦੇਣਾ। ਉਹ ਮੇਰੇ ਵਰਗਾ ਜਿਹੜਾ ਬੰਦਾ ਸੀ ਸਿੱਧਾ ਉਹ ਕਹਿੰਦਾ ਵੀ ਸਾਰੇ ਉਹ ਟੂਆ ਬਣਾਈ ਗਿਆ। ਆ 2 ਸਾਲ ਹੈਗੇ ਆ ਕੰਮ ਦੇ, ਜਿੱਦਾਂ ਦੀਵਾਲੀ ਤੇ ਨਹੀਂ ਪਟਾਕੇ ਵੇਚਦੇ ਹੁੰਦੇ ਆਪਾਂ, ਬਿਲਕੁਲ ਬੜਾ ਦੀਵਾਲੀ ਵਾਲੇ ਦਿਨ ਜਿਹੜੇ ਕੰਮ ਦੇ ਆ ਕਹਿੰਦੇ ਨਾ, ਬਿਲਕੁਲ ਉਹ ਕੰਮ ਦੇ ਦਿਨ ਸੀ ਉਹਦੇ ਲਈ। ਹੋਇਆ ਕਿ 4 ਕਈਆਂ ਦੇ ਪ੍ਰਾਪਰਟੀਆਂ ਫਸਾਲੀਆਂ ਤੇ ਹੁਣ ਸੈਟਲਮੈਂਟ ਦੇ ਵਿੱਚ ਪ੍ਰੋਬਲਮ ਆ ਗਈ ਹੈ ਜੀ। ਉਹਦੇ ਵਿੱਚ ਹੁਣ ਲਾਅ ਸੀਸੀਏ ਇੰਨੇ ਦਾ ਜਿਹੜਾ ਚੇਂਜ ਹੋ ਗਿਆ। ਇੱਕ ਬਹੁਤ ਸੋਹਣਾ ਡਾਇਲੌਗ ਉਹਨੇ ਚੇਤੇ ਕਰਾਇਆ ਸਾਨੂੰ, ਤੁਸੀਂ ਨਾ ਚਵਨਪ੍ਰਾਸ਼ ਖਾਣਾ ਸ਼ੁਰੂ ਕਰੋ, ਤੁਹਾਨੂੰ ਡਾਇਲੌਗ ਭੁੱਲ ਗਿਆ। ਅਵਤਾਰ ਤਰਕਸ਼ੀ ਨੂੰ ਯਾਦ ਆ ਗਿਆ, ਪੁੱਕੀ ਕੋਈ ਵਾਲੇ ਚਬਾਰੇ ਚ ਬਹਿ ਕੇ ਉਹਨੇ ਚੇਤੇ ਕਰਾਇਆ, ਕਹਿੰਦੇ ਵੀ ਇੱਕ ਡਾਇਲੌਗ ਸੀ, ਸਹੀ ਬਾਲ ਸਹੀ ਸਮੇਂ ਤੇ ਸਹੀ ਹੋਲ ਵਿੱਚ ਪਾਉਣੇ ਆ। ਤੁਸੀਂ ਬਲੈਕ ਹੋਲ ਕੀਤੀ ਅਵਤਾਰ ਭਾਜੀ ਨੂੰ ਸਾਰੀ ਫਿਲਮ ਦਿਖਾਤੀ ਹੈ ਤੇ ਧੰਨਵਾਦ ਇਹਨਾਂ ਦਾ ਭਾਜੀ, ਇਹਨੀ ਚਾਹ ਸਾਨੂੰ ਫੜਾਤੀ ਸੀ। ਫਿਲਮ ਦੇਖ ਲਈ ਫ੍ਰੀ ਦੇ ਵਿੱਚ, ਮੈਂ ਅੱਗੇ ਤੋਂ ਵੀੜਾ ਤੋਂ ਲਿਆ ਕਰਦੇ ਆ। ਸੋ ਇਹ ਆਪਾਂ ਦੋ ਜਿਹੜੀਆਂ ਚੀਜ਼ਾਂ ਇਹ ਦਿਖਾ ਰਹੇ ਹਾਂ ਛੇਤੀ, ਕਿਉਂਕਿ ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰੀਦਾ ਆ ਇਹਦੇ ਫਿਲਮ ਦੇ ਉੱਤੇ, ਜਦੋਂ ਅਸੀਂ ਕਿਹਾ ਕਿ ਅਸੀਂ ਚਲੋ ਰਿਲੀਜ਼ ਕਰਕੇ ਦੇਖਦੇ ਹਾਂ, ਉਸ ਵੇਲੇ ਕੋਵਿਡ ਆ ਜਾਂਦਾ। ਇਹਦਾ ਵਿਆਹ ਹੋਈ ਹੈ ਸਾਡਾ ਕੰਮ ਵੀ, ਬਿਲਕੁਲ ਬੀਬੀ ਦੇ ਵਿਆਹ ਨੂੰ। ਅੱਛਾ, ਤੁਸੀਂ ਘਰਾਂ ਤੋਂ ਯਾਦ ਕਰਾਇਆ, ਮੈਨੂੰ ਲੱਗਦਾ ਵੀ ਸਾਡਾ ਵੀ ਆ ਜਿਹੜਾ ਘਰ ਜਿੱਥੇ ਅਸੀਂ ਬੈਠੇ ਆ ਇਹਦੇ ਚ ਜਿਹੜੀਆਂ ਮਸ਼ਹੂਰੀਆਂ ਚੱਲਣੀਆਂ ਸੀ ਉਹ ਮੈਂ ਚਲਾਈਆਂ ਨਹੀਂ ਜੀ, ਤੇ ਪਰ ਉਹਨਾਂ ਦੇ ਮੈਂ ਨਾਮ ਮੈਂਸ਼ਨ ਕਰ ਦੇਣਾ। ਗ੍ਰੈਂਡ ਸਕੇਲ ਹੋਮਸ ਹੈਮਿਲਟਨ ਤੋਂ ਵੀਰ ਹਰਪ੍ਰੀਤ ਸੰਧੂ, ਇੰਡੀਅਨ ਟ੍ਰਾਂਸਲੇਸ਼ਨ ਤੋਂ ਸਿਮਰਨ ਜੀ, ਨਰਿੰਦਰ ਢਿੱਲੋਂ, ਪ੍ਰੇਸ਼ ਪਰਸ਼ੋਤਮ ਟੀਮ ਤੋਂ ਰੀਅਲ ਅਸਟੇਟ ਦੇ ਖੇਤਰ ਵਿੱਚ, ਗੁੱਲ ਲਾਅ ਆਕਲੈਂਡ ਤੋਂ ਸੀਨੀਅਰ ਪ੍ਰੋਸੀਕਿਊਸ਼ਨ ਰਹੇ ਨੇ, ਵਕੀਲ ਰਹੇ ਨੇ ਪਹਿਲਾਂ ਨਿਊਜ਼ੀਲੈਂਡ ਪੁਲਿਸ ਦੇ ਵਿੱਚ, ਤੇ ਬੀ ਪਜ਼ੇਰੀਆ ਵਾਲੇ ਪੀਜ਼ਾ ਬਹੁਤ ਧਨੀਆ ਪਾ ਕੇ ਪਿਆਜ਼ ਪਾ ਕੇ ਕ੍ਰਾਈਸਟਚਰਚ ਵਾਲੇ ਬਹੁਤ ਸਵਾਦ ਬਣਾਉਂਦੇ ਆ। ਸਪਾਰਕਲ ਜੂਲਰ ਵਾਲੇ ਜਿਹੜੇ ਆ ਉਹ ਸੋਨੇ ਦੇ ਬਹੁਤ ਵਧੀਆ ਡਿਜ਼ਾਈਨ ਜਿਹੜੇ ਨੇ ਤੇ ਨਾਲ ਰਿਪੇਅਰ ਵਗੈਰਾ ਕਰਕੇ ਦਿੰਦੇ ਪਾਪਟੋਏ ਤੋਂ। HR ਮੋਟਰਸ ਹੈਮਿਲਟਨ ਤੋਂ ਨਵੀਆਂ ਤੇ ਪੁਰਾਣੀਆਂ ਗੱਡੀਆਂ ਲਈ ਜ਼ਰੂਰ ਮਿਲੋ। ਟੌਪ ਐਂਡ ਟਾਊਨ ਵਾਲੇ ਵੀਰ ਖੁਰਸ਼ੀਦ ਜਹਾਂਗੀਰ ਜਿਹੜੇ ਨੇ ਹੈਦਰਾਬਾਦੀ ਬਿਰਿਆਨੀ ਦੇਸ਼ ਦੇ ਸਭ ਤੋਂ ਠੰਡੇ ਸ਼ਹਿਰ ਕ੍ਰਾਈਸਟਚਰਚ ਦੇ ਵਿੱਚ ਪ੍ਰੋਵਾਈਡ ਕਰਦੇ ਨੇ। ਗੁਰੂ ਗਿਫਟ ਐਂਡ ਹੋਮਵੇਅਰ ਪਾਪਟੋਏ ਵਾਲੇ 3000 ਤੋਂ ਉੱਤੇ ਆਈਟਮਾਂ ਜਿਹਨਾਂ ਕੋਲ ਘਰਾਂ ਦੇ ਵਿੱਚ ਤੋਹਫੇ ਜਾਂ ਸੌਗਾਤ ਦੇ ਤੌਰ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ। ਰਾਈਜ਼ ਫਾਈਨੈਂਸ਼ੀਅਲ ਸਰਵਿਸਿਜ਼ ਵੀਰ ਵਿਕਾਸ ਵਰਮਾ ਹੋਣੀ ਜਿਹੜੇ ਨੇ ਵੱਖ-ਵੱਖ ਫਾਈਨੈਂਸ਼ੀਅਲ ਨਾਲ ਸੰਬੰਧਿਤ ਤੁਹਾਡੀਆਂ ਸਮੱਸਿਆਵਾਂ ਦੇ ਉੱਤੇ ਗੌਰ ਕਰਦੇ ਨੇ। ਵੀ ਸ਼ੋਰ ਯੂ ਤੋਂ ਨਵਰੂਪ ਰੰਧਾਵਾ ਸਾਡੀ ਪੰਜਾਬੀ ਭੈਣ ਜਿਹੜੀ ਹੈ ਇਹ ਬਹੁਤ ਅੱਛਾ ਇੰਸ਼ੋਰੈਂਸ ਦੇ ਸੰਬੰਧੀ ਵੱਖ-ਵੱਖ ਲੋੜਾਂ ਦੇ ਵਿੱਚ ਤੁਹਾਡਾ ਸਾਥ ਦਿੰਦੇ ਨੇ। ਮਿਠਾਈ ਵਾਲਾ ਆਕਲੈਂਡ ਮੁਖਤਿਆਰ ਜੀ ਦੇ ਬਿਲਕੁਲ ਗੁਆਂਢ ਮਨਰੇਵਾ ਦੇ ਵਿੱਚ ਜਿੱਥੇ ਅਸੀਂ ਗੋਲ ਗੱਪਿਆਂ ਦਾ ਕੰਪੀਟੀਸ਼ਨ ਕੀਤਾ ਸੀ, ਤੇ ਇਹ ਵੀ ਬੰਦੇ ਬੜੇ ਮਿਹਨਤੀ ਆ ਜੀ। ਪਰਿਵਾਰ ਸਾਰੇ ਦਾ ਸਾਰਾ ਵਿਚਾਰਾ ਇਕੱਠਾ ਕੰਮ ਕਰ ਰਿਹਾ ਹੁੰਦਾ।
ਲਾਲੀ ਸੰਧੂ ਲੌਜ ਰੀਅਲ estate, ਆਪਣੇ ਭਗੜੇ ਵਾਲੇ ਮਿੱਤਰ ਪੁਰਾਣੇ, ਇਹ ਅੱਜਕੱਲ ਹੰਟਲੀ ਤੋਂ ਹੁੰਦੇ ਹੋਏ ਹੈਮਿਲਟਨ ਜਾ ਪਹੁੰਚੇ ਜੀ। ਇਸੇ ਤਰ੍ਹਾਂ ਗਲੇਟਰ ਜੂਲਰਸ ਮੈਨੋਰੇਵਾ ਤੋਂ ਵੀਰ ਰਾਜੂ ਜੀ, ਇਹਨਾਂ ਦੇ ਕੋਲ ਵੀ ਸੋਨੇ ਸੰਬੰਧੀ ਕਿਸੇ ਵੀ ਕੰਮ ਲਈ ਤੁਸੀਂ ਜਾ ਸਕਦੇ ਹੋ। ਸਮਾਰਟ ਆਟੋ ਕਲੀਨਿਕ, ਜੇ ਤੁਹਾਡੀ ਗੱਡੀ ਬਿਮਾਰ ਆ ਤੁਹਾਨੂੰ ਠੀਕ ਕਰਾਉਣ ਦੇ ਲਈ ਤੁਸੀਂ ਸਮਾਰਟ ਆਟੋ ਕਲੀਨਿਕ ਹੈਮਿਲਟਨ ਜਾ ਸਕਦੇ ਹੋ। ਰਿਲਾਇੰਸ ਹੋਮ ਵੈਂਟੀਲੇਸ਼ਨ, ਇਹਨਾਂ ਗਰਮੀਆਂ ਦੀ ਰੁੱਤੇ ਵੈਂਟੀਲੇਸ਼ਨ ਦੇ ਵਿੱਚ ਬਹੁਤ ਖਾਸ ਮਹਾਰਤ ਇਹਨਾਂ ਨੂੰ ਹਾਸਲ ਹੈ। ਸੋ ਅੱਗੇ ਚੱਲ ਕੇ ਵੀ ਜਿਹੜੀਆਂ ਐਡਵਰਟਾਈਜ਼ਮੈਂਟ ਅਸੀਂ ਇਸ ਪ੍ਰੋਗਰਾਮ ਦੇ ਦੌਰਾਨ ਇਸ ਗੱਲਬਾਤ ਦੇ ਮੱਦੇਨਜ਼ਰ ਤੁਹਾਡੇ ਤੱਕ ਨਹੀਂ ਪੇਸ਼ ਕਰ ਸਕੇ, ਉਹਨਾਂ ਨੂੰ ਅਸੀਂ ਐਕਨੋਲੇਜ ਕਰ ਰਹੇ ਸਾਂ। ਸੋ ਅਵਤਾਰ ਦਰਸ਼ੀਲ ਉਹਨਾਂ ਨੇ ਯਾਦ ਕਰਾਇਆ ਜੀ, ਉਹ ਕਹਿੰਦੇ ਵੀ ਚਾਹ ਨਾਲ ਲੱਡੂ ਵੀ ਸੀ, ਕੱਲੀ ਚਾਹ ਨਹੀਂ ਸੀ। ਸੋ ਤੁਸੀਂ ਧੱਕਾ ਨਹੀਂ ਕਰ ਸਕਦੇ ਕਿਉਂਕਿ ਸਾਡਾ ਪ੍ਰਾਹੁਣਾ ਆ, ਅਸੀਂ ਉਹਨਾਂ ਧੱਕਾ ਹੋਣ ਨਹੀਂ ਦੇਣਾ। ਨੇ ਉਹ ਲੱਡੂ ਜਿਹੜਾ $20 ਦੇ ਸੀਗੇ, 2 ਹੀ ਚੱਕਰ ਦਿੱਤੇ ਸੀ। ਤੁਹਾਡਾ ਇਰਾਦਾ ਸੀ ਵੀ 2-2 ਚੱਕ ਕੇ ਜੇਬਾਂ ਨਾ। ਸੋ ਕੋਈ ਗੱਲ ਨਹੀਂ ਜੀ, ਧੰਨਵਾਦ। ਇਦਾਂ ਹੈਗਾ ਕਿ ਥੋੜਾ ਬਹੁਤਾ ਇਹ ਜ਼ਿੰਦਗੀ ਆ, ਇਹਨੂੰ ਪੋਜ਼ਿਟਿਵ ਲੈਣਾ, ਜਿਹੜੀਆਂ ਆਪਣੀਆਂ ਗੱਲਾਂ ਹੈਗੀਆਂ। ਹਾਂ ਬਿਲਕੁਲ, ਇਹਨੂੰ ਇਸ ਤਰ੍ਹਾਂ ਸੋਚੋ, ਇਹਨੂੰ ਪੜਚੋਲ ਬਹੁਤ ਜ਼ਰੂਰੀ ਹੈ। ਇਹਨੂੰ ਇਸ ਤਰ੍ਹਾਂ ਲਾਓ ਕਿ ਅਸੀਂ ਹੁਣ ਕਿਵੇਂ ਬਚਣਾ ਹੈ। ਬਿਲਕੁਲ ਸਹੀ, ਬਿਲਕੁਲ। ਸਿਸਟਮ ਨੇ ਤੁਹਾਡਾ ਗਲਾ ਦੱਬਣਾ ਤੇ ਤੁਸੀਂ ਕਿਵੇਂ ਬਚਣਾ, ਉਹਦੇ 'ਚ ਇੱਕੋ ਇੱਕ ਤਰੀਕਾ ਆ। ਭਰਾਵੋ ਜਿੰਨੇ ਵੀ ਹੈਗੇ ਆ, ਅਸੀਂ ਕਰਜ਼ੇ ਵਾਲੀਆਂ ਗੱਡੀਆਂ ਦੀ ਫੋਟੋ ਨਾ ਪਾਇਆ ਕਰੋ। ਕਰਜ਼ੇ ਵਾਲੇ ਘਰ ਨੂੰ ਪਾ ਕੇ ਉਹ ਇੰਡੀਆ 'ਚ ਬੈਠੇ ਹੋਏ ਕਈਆਂ ਦਾ ਦਿਮਾਗ ਖਰਾਬ ਹੋ ਜਾਂਦਾ, ਕਈਆਂ ਦਾ ਇੱਥੇ ਹੋ ਜਾਂਦਾ ਆ। ਫਿਰ ਸਾਡੇ ਜਿਹੜੇ ਆਪਣੇ ਗਾਇਕ ਭਰਾ ਹੈਗੇ, ਮੇਰੇ 25-26 ਆ ਇੱਥੇ, ਮਤਲਬ ਅੱਛਾ, ਉਹ ਮੈਂ ਉਹਨਾਂ ਨੂੰ ਵੀ ਇੱਕ ਤਕੀਦ, ਇੱਕ ਬੇਨਤੀ ਕਰਦਾ ਹੱਥ ਜੋੜ ਕੇ ਵੀ ਉਹ ਜਿਹੜੀਆਂ ਉਹ ਇੱਕ ਕਾਰਾਂ ਦਾ ਦਿਖਾ ਕੇ ਸਾਰਾ ਐ ਕਰਕੇ ਨਾ, ਉਹਦੇ ਵਿੱਚ ਉਹ ਜਿਹੜਾ ਹੈ ਮੈਨੂੰ ਤਾਂ ਡਰ ਲੱਗਦਾ ਵੀ ਉਹ ਅੱਖ ਕਿਤੇ ਉਂਗਲ ਅੱਖ ਮਾਰਵੇ। ਹਾਂ, ਤੇ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਐਕਚੁਅਲ ਪੋਜੀਸ਼ਨ ਦੇ ਵਿੱਚ ਆਓ। ਕਈ ਅੱਛਾ ਕੰਮ ਵੀ ਕਰ ਰਹੇ, ਬਹੁਤ ਵਧੀਆ ਕਰਦੇ ਆ। ਮੈਂ ਦੇਖ ਰਿਹਾ ਸੀ ਕਿਸਾਨ ਮੋਰਚੇ ਦੇ ਦੌਰਾਨ ਵੀਰ ਸੱਤਾ ਵੈਰੋਵਾਲੀਆ, ਮਨਪ੍ਰੀਤ ਸਮੱਦੀ ਹੋਣੀ, ਇੱਕ ਦੋ ਹੋਰ ਮੁੰਡੇ, ਇਹਨਾਂ ਨੇ ਬਹੁਤ ਅੱਛਾ ਪਿੱਛੇ ਸ਼ਿਫਟਾਂ ਵਾਲਾ ਗੀਤ ਬਹੁਤ ਸੋਹਣਾ ਆਇਆ। ਹਾਂਜੀ, ਸ਼ਿਫਟਾਂ ਨਾਲ ਬਹੁਤ ਸੋਹਣਾ ਸੀ। ਇਹਦਾ ਅੱਛਾ ਕੰਮ ਵੀ ਹੋ ਰਿਹਾ, ਪਰ ਅਗੇਨ ਅਸੀਂ ਸ਼ੇਅਰ ਕਰੀਦਾ। ਅਸੀਂ ਜਿਹੜਾ ਬੱਚਾ ਵੀ ਨਵਾਂ ਗਾਉਂਦਾ ਆ, ਜੇ ਉਹਨੇ ਵਧੀਆ ਗਾਇਆ ਤਾਂ ਉਹਨੂੰ ਸ਼ੇਅਰ ਕਰੀਦਾ। ਪਰ ਜਿਹੜੀਆਂ ਸਾਡੀਆਂ ਦਰਾਂ ਦੇ ਉੱਤੇ ਉਹਦਾ ਇਹ ਸ਼ਰਤ ਹੈ, ਲਾਜ਼ਮ ਸ਼ਰਤ। ਉਹ ਤਾਂ ਦੇਖੋ ਡੈਫੀਨਿਟਲੀ, ਪਰ ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਮਹਿਸੂਸ ਕਰਦਾ ਕਿ ਸਾਡੇ ਦੁਆਰਾ ਇਸ ਗੱਲ ਨੂੰ ਤੁਸੀਂ ਉਪਦੇਸ਼ ਨਹੀਂ ਮੰਨਣਾ, ਇਹਨੂੰ ਬੇਨਤੀ ਮੰਨਣਾ, ਤੇ ਕਿਰਪਾ ਕਰਕੇ ਇਸ ਬੇਨਤੀ ਤੇ ਗੌਰ ਵੀ ਕਰਨੀ, ਕਿਉਂਕਿ ਅਗਲੀਆਂ ਪੀੜ੍ਹੀਆਂ ਨੇ ਨਾ ਇਹ ਮੁਖਤਾਰ ਜੀ ਚੀਜ਼ ਦੇਖਣੀ ਆ ਵੀ ਸਾਡਾ ਪਾਪਾ ਉਹਨੇ ਦਿਨ ਕੀ ਗਾਉਂਦਾ ਸੀ, ਜਿਹੜੇ ਦਿਨ ਲੋਕੀ ਗਾਉਂਦੇ ਸੀ ਵੀ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜ ਕੇ। ਤੁਸੀਂ ਚਲੋ ਹੁਣ ਆਪਾਂ ਗੱਲ ਕਰਨੀ ਨਹੀਂ ਸੀਗੀ ਕਿਉਂਕਿ ਫੀਮ ਨਾਂ ਦਾ ਕੋਈ ਗੀਤ ਇੱਥੇ ਹੋਇਆ ਸੀਗਾ, ਮੈਨੂੰ ਤਾਂ ਅੱਛਾ ਬੋਲੇ ਵੱਡੇ ਪੱਧਰ ਤੇ ਗੱਲ ਚਲੀ ਗਈ ਹੈ। ਤੇ ਉਹ ਮਿੱਤਰ ਨੂੰ ਮੈਂ ਇੱਕ ਗੱਲ ਪੁੱਛੀ ਸੀ, ਮੈਂ ਕਿਹਾ ਵੀ ਜੇ ਮਤਲਬ ਆਪਣੇ ਬੱਚੇ ਨੂੰ ਐਕਚੁਅਲ ਦੇ ਵਿੱਚ ਫੀਮ ਦੱਸੀ ਜਾਵੇ ਤੇ ਉਸ ਤੋਂ ਬਾਅਦ ਤੂੰ ਬੀਇੰਗ ਅ ਡੈਡ ਕੀ ਕਰੇਗਾ ਫਿਰ ਨਾ। ਸੋ ਕੋਈ ਜਵਾਬ ਉਹਨੇ ਮਹਿਸੂਸ ਕੀਤਾ ਹੈ। ਤੇ ਚਲੋ ਇੰਨੇ ਬਹੁਤ ਆ। ਐਕਚੁਅਲ ਦੇ ਵਿੱਚ ਤੁਸੀਂ ਪਿਆਰ ਨਾਲ ਆਪਣੇ ਐਕਚੁਅਲ ਦੇ ਵਿੱਚ ਕੀ ਆ ਕਿ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ, ਜਿਹੜਾ ਸਾਡਾ ਯੰਗਸਟਰਸ ਹੈ, ਅਸੀਂ ਉਹਨਾਂ ਨਾਲ ਇੱਕ ਗੈਪ ਬਣਾ ਕੇ ਰੱਖਦੇ ਹਾਂ, ਜਾਂ ਕਹ ਲਓ ਉਹ ਸਾਡੇ ਨਾਲ ਬਣਾ ਕੇ ਰੱਖਦੇ ਆ। ਅਸੀਂ ਕਲਾਸ ਹਾਣ ਨੂੰ ਹਾਣ ਪਿਆਰਾ ਹੁੰਦਾ ਜੀ, ਨਹੀਂ ਅਸੀਂ ਕੋਈ ਚਰਚਾ ਵੀ ਨਹੀਂ ਛੇੜਦੇ। ਇਹ ਸਾਡਾ ਆਪਣਾ ਕਸੂਰ ਮੰਨ ਲੈਣਾ ਚਾਹੀਦਾ ਜੀ। ਤੇ ਜ਼ਿਆਦਾਤਰ ਚਰਚਾ ਕੀ ਛੇੜਨੀ ਜੀ, ਮੇਰੇ ਕੋਲ ਇੱਕ ਦਿਨ ਬੰਦਾ ਫਾਰਮ ਟੈਸਟ ਕਰਾਉਣ ਆ ਗਿਆ, ਬੰਦਾ ਨਹੀਂ ਬੀਬੀ ਸੀ, ਤੇ ਉਹਨਾਂ ਦੀ ਜਿਹੜੀ ਨੰਬਰ ਪਲੇਟ ਸੀ ਉਹ ਬੜੀ ਗਲਤ ਜੀ ਸੀ। ਜਦੋਂ ਬਾਹਰ ਨਿਕਲੇ ਤਾਂ ਮੈਂ ਕੁਦਰਤੀ, ਕਿਉਂਕਿ ਦਰਵਾਜ਼ਾ ਲੌਕ ਹੁੰਦਾ ਸਟੂਡੀਓ ਦਾ, ਜਦੋਂ ਮੈਂ ਬਾਹਰ ਗਿਆ ਤਾਂ ਉਹਨਾਂ ਦੀ ਨੰਬਰ ਪਲੇਟ, ਹੁਣ ਮੈਂ ਇੱਥੇ ਨਾਂ ਨਹੀਂ ਲੈਣਾ, ਲੇਕਿਨ ਉਹ ਨੰਬਰ ਪਲੇਟ ਬੜੀ ਗਲਤ ਸੀ। ਉਹ ਬੜੀ ਦੇਰ, ਲੰਮੀ ਦੇਰ ਤੱਕ ਉਹ ਮੇਰੇ ਨਾਲ ਅੱਖ ਪਾ ਕੇ ਉਹ ਜਿਹੜੀ ਬਿਟੀਆ ਸੀ ਉਹ ਗੱਲ ਨਹੀਂ ਕਰ ਸਕੀ, ਕਿਉਂਕਿ ਨੰਬਰ ਪਲੇਟ ਏਡੀ ਗਲਤ ਸੀ ਉਹਦੀ। ਓਬਵੀਅਸਲੀ ਉਹਦੀ ਨਾ ਹੋ ਕੇ ਸ਼ਾਇਦ ਉਹਦੀ ਕਿਸੇ ਫਰੈਂਡ ਜਾਂ ਉਹਦੇ ਪਾਰਟਨਰ ਜਾਂ ਹਸਬੈਂਡ ਦੀ ਹੋਗੀ, ਪਰ ਮੈਨੂੰ ਬਹੁਤ ਇਹ ਗੱਲ ਮਹਿਸੂਸ ਹੋਈ ਕਿ ਦੇਖੋ ਵੀ ਇੰਨੀਆਂ ਨਜ਼ਰਾਂ ਝੁਕਾ ਕੇ ਵੀ ਕਈ ਵਾਰੀ ਲੋਕਾਂ ਨੂੰ ਇਦਾਂ ਗੱਲ ਕਰਨੀ ਪੈ ਸਕਦੀ ਆ, ਸਿਰਫ ਤੁਹਾਡੀ ਉਸ ਮਾੜੀ ਨੰਬਰ ਪਲੇਟ ਹੋਣ ਕਰਕੇ। ਜੀ ਜੀ ਬਿਲਕੁਲ, ਜਿਹੜਾ ਮੈਂ ਕਹਿ ਰਿਹਾ ਉਹਨੂੰ ਸਮਝ ਆ ਗਈ ਹੋਣੀ। ਹਾਂ, ਵੈਸੇ ਇੱਕ ਗੱਲ ਹੋਰ ਵੀ ਆ ਪਰਮਿੰਦਰ ਜੀ, ਜਦੋਂ ਆਪਾਂ ਦੇਖੋ ਪ੍ਰਾਈਵੇਟ ਲਾਈਫ ਕੁਝ ਵੀ ਹੋ ਸਕਦੀ ਹੈ। ਹਾਂ, ਹੋ ਸਕਦੀ ਹੈ, ਕਿਸੇ ਦੀ ਕੋਈ ਪ੍ਰੋਬਲਮ ਹੋ ਸਕਦੀ, ਕਿਸੇ ਦੀ ਕੋਈ ਸਮੱਸਿਆ ਹੋ ਸਕਦੀ, ਕਿਸੇ ਦੀ ਹਸਬੈਂਡ ਨਾਲ, ਕਿਸੇ ਦੀ ਵਾਈਫ ਨਾਲ, ਇਸੇ ਕਰਕੇ ਆਪਾਂ ਸਿੱਧਾ ਨਾਂ ਨਹੀਂ ਲੈਂਦੇ। ਹਾਂ, ਕਿਸੇ ਦੀ ਵੀ ਕਿਸੇ ਨਾਲ ਪ੍ਰੋਬਲਮ ਹੋ ਸਕਦੀ ਬਿਲਕੁਲ। ਬਟ ਜਦੋਂ ਅਸੀਂ ਸੋਸ਼ਲੀ ਆਪਣੀ ਗੱਲ ਕਰਦੇ ਹਾਂ, ਉੱਥੇ ਥੋੜੀ ਜਿਹੀ ਆਪਾਂ ਨੂੰ, ਜਦੋਂ ਸੋਸ਼ਲੀ ਵਿਚਰਦੇ ਹਾਂ, ਉਹਦੇ ਚ ਆਪਾਂ ਨੂੰ ਕੁਝ ਚੀਜ਼ਾਂ ਦਾ ਧਿਆਨ ਗੋਰੇ ਵੀ ਰੱਖਦੇ ਆ ਜੀ। ਇੱਕ ਉਹ ਜ਼ਿਕਰ ਹੈਗਾ ਨਾ ਕਿ ਇੱਕ ਸਟੈਂਡਰਡ ਹੈ ਉਹਨਾਂ ਦਾ ਵੀ ਜੀ, ਉਹ ਵੀ ਫਰਾਈਡੇ ਨਾਈਟ ਨੂੰ ਹੀ ਮਤਲਬ ਬਲੈਕ ਸਕਰਟਸ ਪਾਉਂਦੇ ਆ, ਇਦਾਂ ਦੀ ਵੀ ਹਰੇਕ ਥਾਂ। ਹਾਂ ਜੀ, ਉਹ ਤਾਂ ਚਲੋ ਇਦਾਂ ਹੁੰਦਾ ਵੀ ਇੱਕ ਐਥਿਕਸ ਹੈ ਉਹਨਾਂ ਦੀ ਵੀ, ਆਪਣਾ ਰਿਵਾਰਡ ਕਰਨਾ ਤੁਸੀਂ। ਹਾਂ, ਆਪਣੇ ਆਪ ਨੂੰ ਰਿਵਾਰਡ ਕਰਨਾ ਹੁੰਦਾ, ਬਾਕੀ ਆਪਣਾ ਇੰਜੋਏ ਵੀ ਕਰਨਾ ਹੁੰਦਾ। ਸੋ ਮੇਰੀ ਪ੍ਰਾਈਵੇਟ ਲਾਈਫ ਵੀ ਹੈਗੀ ਆ, ਬਹੁਤ ਕੁਝ ਮੈਂ ਆਪਾਂ ਵੀ ਹੱਸ ਖੇਡ ਲਈਦਾ। ਬਿਲਕੁਲ, ਇਸ ਤਾਂ ਕੋਈ ਗੱਲ ਨਹੀਂ। ਮੈਂ ਗੁਰਦਾਸ ਮਾਨ ਉਹਨਾਂ ਦੀਆਂ ਨਾ 2 ਡਾਇਰੀਆਂ ਉਹਨਾਂ ਦੇ ਕੋਲ ਸੀ ਲਾਸਟ ਟਾਈਮ ਜਦੋਂ ਇੱਥੇ ਆਏ, ਤਾਂ ਉਹਨਾਂ ਨੇ ਇਹ ਗੱਲ ਬੜੀ ਖੁੱਲ੍ਹ ਕੇ ਦੱਸੀ, ਕਹਿੰਦੇ ਵੀ ਚਮਕੀਲੇ ਨਾਲੋਂ ਵੀ ਗੰਦੇ ਗੀਤ ਜਿਹੜੇ ਆ ਉਹ ਲਿਖੇ ਪਏ ਆ ਇਹਨਾਂ ਡਾਇਰੀਆਂ ਦੇ ਵਿੱਚ, ਪਰ ਕਹਿੰਦੇ ਯਾਰ ਮੈਂ ਇਹਨਾਂ ਨੂੰ ਕਦੇ ਵੀ ਗਾ ਨਹੀਂ ਸਕਦਾ, ਕਿਉਂਕਿ ਕਈ ਲੋਕ ਮਾਫ ਕਰਨਾ ਡੰਡੌਤ ਪੂਰੀ ਕਰਕੇ ਉਹਨਾਂ ਨੂੰ ਮੱਥਾ ਟੇਕਦੇ ਜਦੋਂ ਸਟੇਜ ਦੇ ਉੱਤੇ ਆਪਣੀ ਪੇਸ਼ਕਾਰੀ ਕਰ ਰਹੇ ਹੁੰਦੇ ਆ। ਸੋ ਅਸਲ ਦੇ ਵਿੱਚ ਇੱਕ ਇਮੇਜ ਹੁੰਦੀ ਆ ਤੁਹਾਡੀ,
ਉਸ ਤੋਂ ਇਲਾਵਾ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੀ ਪਰਸਨਲ ਲਾਈਫ ਉਹ ਤੁਹਾਡੀ ਵੱਖਰੀ ਹੁੰਦੀ ਹੈ, ਇਹਦੇ 'ਚ ਤੁਹਾਡੇ ਬਹੁਤ ਕੁਝ ਘਟਦਾ ਹੈ ਤੁਹਾਡੀ ਜ਼ਿੰਦਗੀ ਵਿੱਚ। ਜੀ। ਸੋ ਜੇ ਕੋਈ ਹੋਰ ਕਵਰ ਕਰਨ ਵਾਲਾ ਰਹਿ ਗਿਆ ਤਾਂ ਆਪਾਂ ਹੋਰ ਮੈਨੂੰ ਇਹ ਲੱਗਦਾ ਵੀ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਰੀਅਲ ਏਸਟੇਟ ਦੀ, ਉਸ ਤੋਂ ਬਾਅਦ ਜਿਹੜੀ ਗੱਲ ਕਰਨੀ ਬਣਦੀ ਉਹ ਇਹ ਬਣਦੀ ਆ ਵੀ ਤੁਸੀਂ ਵਿਚਾਲੇ ਇੱਕ ਗੱਲ ਛੇੜੀ ਸੀ ਵੀ ਜਿਹੜੀ ਕਾਊਂਟਡਾਊਨ ਤੋਂ ਟਰਾਲੀ ਭਰੀ ਦੀ ਉਹ $250 ਤੱਕ ਚਲ ਗਈ $80 ਤੋਂ ਜੀ। ਇਹ ਮਹਿੰਗਾਈ ਤੁਸੀਂ ਬਹੁਤ ਨਜ਼ਦੀਕ ਤੋਂ ਇਹਨੂੰ ਦੇਖਦੇ ਹੋ, ਫਾਈਨੈਂਸ਼ੀਅਲ ਕੰਪਨੀਆਂ ਦੇ ਨਾਲ ਤੁਹਾਡੀ ਬਹੁਤ ਕਰੀਬ ਤੋਂ ਡੀਲਿੰਗ ਹੁੰਦੀ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਆਮ ਲੋਕ ਜਿਹੜੇ ਨੇ ਉਹ ਆਪਟੀਮਿਸਟਿਕ ਤਰੀਕੇ ਨਾਲ ਇਹਦੇ ਤੇ ਕਾਬੂ ਕਿਵੇਂ ਪਾ ਸਕਦੇ? ਕਿਉਂਕਿ ਅਵਤਾਰ ਤਖਸ਼ੀਲ ਨੂੰ ਜਦੋਂ ਸਟੂਡੀਓ ਚ ਆਉਂਦੇ ਉਹਨਾਂ ਨੂੰ ਵੀ ਅਸੀਂ ਇਹ ਗੱਲਾਂ ਵਾਰ-ਵਾਰ ਪੁੱਛੀਦੀਆਂ ਕਿ ਜਿਹੜੇ ਸਾਡੇ ਨਵੇਂ ਪੂਰ ਦੇ ਨੌਜਵਾਨ ਨੇ ਜਾਂ ਸਾਡੀਆਂ ਭੈਣਾਂ ਨੇ ਉਹ ਆਪਣੀ ਬਚਤ ਦੇ ਪੱਖੋਂ ਕਿਹੜੇ-ਕਿਹੜੇ ਇਦਾਂ ਦੇ ਖੇਤਰ ਹੈਗੇ ਆ, ਕਿਉਂਕਿ ਮਹਿੰਗਾਈ ਉੱਤੇ ਤਾਂ ਕਾਬੂ ਆਪਣਾ ਹੈ ਨਹੀਂ ਜੀ, ਪਰ ਮਹਿੰਗਾਈ ਦੀਆਂ ਪਰਤਾਂ ਜ਼ਰੂਰ ਫਰੋਲੀਆਂ ਜਾ ਸਕਦੀਆਂ ਜਿਹੜੀਆਂ ਕਿ ਤੁਸੀਂ ਅਕਸਰ ਫਰੋਲਦੇ ਆ, ਤੇ ਉਹਦੇ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ? ਇਹਨੂੰ ਆਪਟੀਮਿਸਟਿਕਲੀ ਕਿਵੇਂ ਚਾਰ ਪੈਸੇ ਜਿਹੜੇ ਬਚਾ ਕੇ ਥੋੜਾ ਬਹੁਤ ਜਿਹੜਾ ਭਵਜਲ ਪਾਰ ਲੰਘਣ ਦਾ ਜਿਹੜਾ ਸਫ਼ਰ ਹੈ ਉਹਨੂੰ ਸੌਖਾ ਬਣਾਇਆ ਜਾ ਸਕਦਾ? ਤੁਸੀਂ ਸੌਖੀ ਜ਼ਿੰਦਗੀ ਦੀ ਗੱਲ ਕਰਨੇ ਆ ਜਾਂ ਆਪਾਂ ਸਿੱਧੀ ਇਹ ਗੱਲ ਕਰੀਏ ਵੀ ਜਿਹੜਾ ਇੱਕ ਕਿਸਾਨ ਹੈ ਇੱਥੇ ਦਾ ਨਹੀਂ ਜਾਣਦਾ, ਹਾਂਜੀ, ਉਹਦੇ ਕੋਲ ਇੱਕ ਐਗ ਪਲਾਂਟ ਜਿਹੜਾ 1 kg ਐਗ ਪਲਾਂਟ ਹੈ ਜਿਹਨੂੰ ਆਪਾਂ ਬਤਾਊਂ ਕਹਿੰਦੇ ਬੈਂਗਣ ਕਹਿੰਦੇ ਆ ਨਾ, ਉਹਦੇ ਵਿੱਚ ਮੈਨੂੰ ਲੱਗਦਾ ਤੇ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਮਾੜਾ ਠੀਕ ਕਰਦੇ ਵੀ ਕੋਈ ਵੀ 5 ਤੋਂ 6 ਪੈ ਜਾਂਦੇ ਆ ਉਹ। ਅੱਛਾ, ਕਿਲੋ ਚ $3 ਨੂੰ $4 ਨੂੰ ਚੱਕਦੇ ਆ ਜੀ। ਠੀਕ ਹੈ, ਸੁਪਰਮਾਰਕਟਾਂ। ਠੀਕ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਸਜ਼ਾ ਦੇਣ ਵਾਲੀਆਂ ਮਲਟੀਨੈਸ਼ਨਲਸ ਹੈ ਤੇ ਫਾਈਨਾਂਸ ਸੈਕਟਰ ਹੈ। ਬਿਲਕੁਲ, ਔਰ ਸਾਰੀ ਦੁਨੀਆ 'ਚ ਸਾਰੀ ਦੁਨੀਆ 'ਚ ਕਿਸਾਨਾਂ ਨੇ ਇਹੀ ਸਾਰੀ ਦੁਨੀਆ ਕਿਸਾਨਾਂ ਨਾਲ ਹੀ ਕੁਝ ਹੋ ਰਿਹਾ। ਇੱਥੇ ਆਪਣੇ 2 ਮਿੱਤਰ ਹੈਗੇ ਆ, ਤੁਸੀਂ ਵੀ ਜਾਣਦੇ ਜੀ, ਤੇ $3 ਤੋਂ $4 ਨੂੰ ਚੱਕਦੇ ਆ। ਤੁਸੀਂ ਚੱਕ ਕੇ ਦੇਖੋ, ਬੜੀ ਮਿਹਨਤ ਕਰਦੇ, ਬੜੀ ਮਿਹਨਤ ਸਾਰੀ ਜਿਹੜੀ ਧੁੱਪਾਂ 'ਚ ਜਾ ਕੇ। ਬਿਲਕੁਲ, $3 ਨੂੰ ਉਹ $4 ਨੂੰ ਸੁਪਰਮਾਰਕਟਾਂ ਚੱਕਦੀਆਂ। ਇੱਕ ਬੈਂਗਣ $4 $5 ਨੂੰ ਲੱਗਾ ਹੋਇਆ, ਜਾ ਕੇ ਦੇਖੋ। ਗੋਭੀ ਦਾ ਫੁੱਲ ਦੇਖ ਲਓ, ਹੁਣ ਗੋਭੀ ਦਾ ਫੁੱਲ। ਚਲੋ ਇਹ ਤੇ ਆਉਂਦੇ ਆਪਾਂ 6 ਤੋਂ 7 ਬੈਂਗਣ ਜਿਹੜੇ ਪੈ ਗਏ ਉਹਦੇ ਚ ਸਿਰਫ ਸ਼ਿਲਪ ਤੱਕ ਲਿਆਉਣ ਲਈ ਮਹਾਰਾਜ 6 ਗੁਣਾ ਕੌਣ ਲੈ ਗਿਆ? ਓਏ ਹੋਏ ਹੋਏ, ਕੌਣ ਲੈ ਗਿਆ? ਉਹ ਤੁਹਾਡੀ ਜਾਨ ਦਾ ਦੁਸ਼ਮਣ ਕੌਣ ਹੈ? ਉਹ ਹੈਗਾ ਫੂਡ ਮਾਫੀਆ। ਬਿਲਕੁਲ, ਜਿਹੜੇ ਕੰਟਰੋਲ ਕਰਦੇ ਆ। ਓਏ ਹੋਏ ਹੋਏ, ਡਿਸਟ੍ਰੀਬਿਊਸ਼ਨ ਜਿਹੜੀ ਕੰਟਰੋਲ। ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਆਪਾਂ ਜਿੱਦਾਂ ਕਹਿੰਦੇ ਵੀ ਆਪਾਂ ਨੂੰ ਬਚਤ ਦੇ ਪਾਸਿਓਂ, ਹੁਣ ਬੰਦਾ ਕੀ ਬੈਂਗਣ ਅੱਧਾ ਕੱਟ ਕੇ ਲੈ ਉੱਥੋਂ? ਤੁਹਾਡੀ ਜ਼ਿੰਦਗੀ ਨੂੰ ਜਿੰਨੀ ਲੋੜ, ਤੁਹਾਡੇ ਪਰਿਵਾਰ ਨੂੰ ਜਿੰਨੇ ਫੂਡ ਦੀ ਲੋੜ, ਬਿਲਕੁਲ ਉਹਦਾ ਖਾਣਾ ਹੀ ਪਊ ਨਾ। ਠੀਕ ਹੈ, ਹਾਂ, ਬਾਕੀ ਚੀਜ਼ਾਂ ਦਾ ਘਟਾ ਸਕਦਾ ਬੰਦਾ ਰੈਸਟੋਰੈਂਟ ਘੱਟ ਚੱਲ ਜੂ, ਕਾਫੀ ਘੱਟ ਪੀਂਦਾ। ਬਿਲਕੁਲ ਸਹੀ। ਕੱਪੜੇ ਘੱਟ ਲੈ ਖਾਣਾ, ਉਹ ਥੋੜਾ ਜਿਹਾ ਬੰਦਾ ਕਹਿੰਦਾ ਚਲੋ ਯਾਰ ਅੱਗੇ ਮਹੀਨੇ ਬਾਅਦ ਕੱਪੜੇ ਘੱਟ ਲੈ ਜਾਗੇ, ਹਨਾ, ਕੱਪੜੇ ਘੱਟ ਲੈ ਲਓ। ਹੋਰ ਚੀਜ਼ਾਂ ਜਿਹੜੀਆਂ ਲਗਜ਼ਰੀ ਦੀਆਂ ਆ ਉਹ ਕਾਰ ਘੱਟ ਵੇਚ ਕੇ ਛੋਟੀ ਬੇਕਾਰ ਲੈ। ਪਰ ਸਾਡੀ ਜਿਹੜੀ ਪ੍ਰਵਾਸੀਆਂ ਦੀ ਜ਼ਿੰਦਗੀ ਆ ਮੁਖਤਿਆਰ ਜੀ, ਤੁਸੀਂ ਵੀ ਇਹਦੇ ਵਿੱਚੋਂ ਗੁਜ਼ਰ ਰਹੇ ਆ, ਕਿਉਂਕਿ ਸਾਡੇ ਪਰਿਵਾਰ ਜਿਹੜੇ ਪਿੱਛੇ ਪਿੰਡ ਦੇ ਵਿੱਚ ਆ ਉਹਨਾਂ ਦੀ ਹਮਾਇਤ ਦੇ ਮੱਦੇਨਜ਼ਰ ਵੀ ਇੱਕ ਵੱਡਾ ਹਿੱਸਾ ਜਿਹੜਾ ਸਾਡੀ ਆਮਦਨੀ ਦਾ ਉਹ ਵੀ ਸਾਨੂੰ ਵੱਖਰਾ ਰੱਖਣਾ ਪੈਂਦਾ। ਫਿਰ ਇੱਥੇ ਜਿਹੜਾ ਵੀ ਕੋਈ ਕਮਿਊਨਿਟੀ ਵਰਕ ਕਿਸੇ ਵੀ ਐਂਗਲ ਤੋਂ ਕੋਈ ਬੰਦਾ ਕਰ ਰਿਹਾ, ਉਹਦੇ ਲਈ ਵੀ ਤੁਹਾਡਾ ਸਮਾਂ ਤੇ ਪੈਸਾ ਜਿਹੜਾ ਉਹ ਵੀ ਸੰਬੰਧ ਵੱਖਰਾ ਰੱਖਣਾ ਪੈਂਦਾ। ਸੋ ਚੁਣੌਤੀਪੂਰਨ ਹੋ ਗਿਆ ਕੰਮ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਚੁਣੌਤੀਪੂਰਨ ਇਦਾਂ ਹੋ ਗਿਆ ਜੀ, ਵੀਕ ਦੇ ਵਿੱਚ ਤੁਹਾਡੇ ਮੇਰੇ ਵਰਗਿਆਂ ਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ। 100-150 ਤਾਂ ਇੱਧਰਲੇ ਪਾਸੇ ਰੱਖਣਾ ਪੈਂਦਾ ਜ਼ਿਆਦਾ। ਠੀਕ ਹੈ, ਜ਼ਿਆਦਾ ਤੁਹਾਨੂੰ ਜ਼ਿਆਦਾ ਹੁੰਦਾ, ਮੈਂ ਥੋੜਾ ਜਿਹਾ ਕੰਮ ਘਟਾ ਲਿਆ ਜੀ, ਮੈਂ ਕੁੰਡਾ ਥੋੜਾ ਜਿਹਾ ਲਾ ਲੈਂਦਾ ਹੁੰਦਾ। ਅੱਛਾ, ਤੇ ਭਰਾਵਾ ਮੈਂ ਠੀਕ ਹੀ ਹਾਂ ਨਾ। ਠੀਕ ਹੈ, ਉਹਦੇ ਵਿੱਚ ਕੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ, ਆਪਾਂ ਨੂੰ ਪੈਸੇ ਵਾਪਸ ਭੇਜਣੇ ਪੈਂਦੇ ਆ, ਨੋ ਡਾਊਟ ਜੀ। ਪੈਸੇ ਵਾਪਸ ਸਿਰਫ ਲੋੜ ਲਈ ਭੇਜੋ। ਮੈਂ ਆਪਣੇ ਮਮ ਡੈਡ ਨੂੰ ਪਿਛਲੇ 14 ਸਾਲ ਤੋਂ ਲਗਾਤਾਰ ਪੈਸੇ ਭੇਜ ਰਿਹਾ। ਓਬਵੀਅਸਲੀ ਤੁਹਾਡਾ ਫਰਜ਼ ਹੈ। ਮੇਰਾ ਫਾਦਰ ਹੈ, ਠੀਕ ਹੈ, ਮੇਰੇ ਫਾਦਰ ਮਤਲਬ ਉੱਤੇ ਰਹਿੰਦੇ ਜਿਹੜੇ ਕਿ ਇੱਥੇ ਨਹੀਂ ਆ ਸਕੇ। ਹਾਂ, ਤੁਹਾਡੇ ਨਾਲ ਦੇ ਬਹੁਤ ਪ੍ਰਵਾਸੀ ਮੈਂ ਤਦੀ। ਪਰ ਤੁਸੀਂ ਮੇਰਾ ਘਰ ਜਾ ਕੇ ਦੇਖੋਗੇ, ਪਿੰਡ ਜ਼ਰੂਰ ਜਾਓ। ਮੇਰੇ ਪਿੰਡ ਦਾ ਛੋਕਰਾ ਹੈ ਵੀ ਇੱਕ ਆਮ ਪਿੰਡਾਂ ਦਾ ਘਰ, ਸਾਦਗੀ। ਅਸੀਂ ਉਹਦੇ ਵਿੱਚ, ਕਿਉਂਕਿ ਸਾਡੇ ਪਾਪਾ ਜੀ ਨੇ ਬਣਾਇਆ ਹੋਇਆ, ਅਸੀਂ ਉੱਤੇ ਮਾਣ ਕਰਦੇ ਹਾਂ। ਮੇਰੇ ਬ੍ਰਦਰ ਨੇ ਬਹੁਤ ਵੱਡਾ ਘਰ ਉਹਦਾ ਹੋਊਗਾ, ਉਹ ਅਮੀਰ ਹੋ ਗਿਆ ਹੋਊਗਾ ਕਿਉਂਕਿ ਉਹ ਪ੍ਰਿੰਸੀਪਲ ਹੈ, ਘਰ ਵਾਲੇ ਵੀ ਪ੍ਰਿੰਸੀਪਲ ਸੀ, ਗਵਰਨਮੈਂਟ ਜੌਬ ਤੇ ਸੀ। ਬੱਚਾ ਉਹਨਾਂ ਦਾ ਇੱਕ ਸਾਇੰਟਿਸਟ ਹੈ, ਇੱਕ ਇੰਜੀਨੀਅਰ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਫਾਦਰ ਦਾ ਸਾਡਾ ਹੈਗਾ, ਅਸੀਂ ਜੇ ਬਾਲਾ ਡੇਗਾ ਤਾਂ ਬਾਲਾ, ਅਸੀਂ ਇੱਕ ਗਾਡਰ ਡੇਗਾ ਤਾਂ ਗਾਡਰ, ਅਸੀਂ ਉਨਾ ਹੀ ਕੀਤਾ। ਜ਼ਿਆਦਾ ਕੋਠੀਆਂ ਪਾ ਕੇ, ਜ਼ਿਆਦਾ ਲੋਕਾਂ ਜੰਗਲੇ ਤੇ ਖੜ ਕੇ ਕੈਨੇਡੀਅਨ ਸਰਦਾਰ ਪਹਿਲੇ, ਹਾਂ, ਉੱਤੇ ਦੀ ਉੱਤੇ ਟੈਂਕੀ ਤੇ ਬਾਬੇ ਦੇ ਉੱਤੇ ਤਾਂ ਹਾਂ ਜਹਾਜ਼ ਵਾਲੀ ਟੈਂਕੀ, ਫੁੱਟਬਾਲ, ਉਹ ਇੱਕ ਬੋਡੀ ਬਿਲਡਰ ਜਿਹਾ, ਉਹ ਤਾਂ ਸਾਡੇ ਪਿੰਡਾਂ 'ਚ ਕਹੀ ਹੈ। ਠੀਕ ਹੈ, ਇਹ ਦੁਆਬੇ ਵਾਲਿਆਂ ਨੂੰ ਵੈਸੇ ਜ਼ਿਆਦਾ ਨਾ, ਇਹ ਦੁਆਬੇ ਨੂੰ ਜ਼ਿਆਦਾ ਹੈਗੀ ਆ। ਉਹੀ ਤੋਂ ਦੱਸਣ ਲੱਗਾ। ਅਸੀਂ ਜਿਹੜਾ ਹੁਣ ਆਉਂਦੇ, ਸਾਡੀ ਕਸੂਰ ਵੀ ਇਹੀ ਹੈ। ਬਿਲਕੁਲ ਸਹੀ। ਜਿਹੜਾ ਅਸੀਂ ਮਾਹੌਲ ਉੱਥੇ ਪੈਦਾ ਕਰ ਲਿਆ ਪਿੰਡਾਂ ਦੇ ਵਿੱਚ, ਆਪਣੇ ਪਰਿਵਾਰਾਂ 'ਚ, ਉਹਨਾਂ ਦੀ ਮਾਨਸਿਕਤਾ ਚੇਂਜ ਕਰਤੀ ਅਸੀਂ। ਉਹ ਇਹ ਕਹਿੰਦੇ ਦੱਸਦਾ ਵੀ ਏਡੀ ਗੱਲ ਹੈ ਨਹੀਂ, ਐਡਾ ਭਰਪਣ ਬਣਾਉਣ ਦੀ ਲੋੜ ਨਹੀਂ ਹੈ, ਤੇ ਇੱਥੇ ਵੀ ਮਿਹਨਤ ਜਿਹੜੀ ਬਹੁਤ ਕਰਨੀ ਪੈਂਦੀ। ਹਾਂਜੀ, ਤੇ ਉੱਥੇ ਜਾ ਕੇ ਵਾਪਸ ਜਾ ਕੇ ਅਸੀਂ ਜਿਹੜਾ ਕੁਝ ਸ਼ੋਅ ਆਫ ਕੀਤਾ ਨਾ, ਉਹਨੇ ਇੱਕ ਅਜੀਬ ਕਿਸਮ ਦਾ ਲੋਕਾਂ ਦੀ ਮੈਂਟੈਲਿਟੀ ਨੂੰ ਸੈਟਅਪ ਕਰ ਦਿੱਤਾ।
ਜਿਹੜਾ ਸਾਡਾ ਇੱਕ ਪਹਿਰਾਵਾ ਹੁੰਦਾ, ਜਿਵੇਂ ਅਸੀਂ ਤਾਂ ਛੁੱਟੀਆਂ ਕੱਟਣ ਜਾਂਦੇ ਆ, ਔਰ ਮੈਂ 4 ਦਿਨ ਕਿੰਗਸਟਾਊਨ ਗਿਆ, ਬਿਲਕੁਲ ਮੈਂ ਪੂਰੇ ਕੱਪੜੇ ਪਾ ਕੇ ਘੁੰਮਿਆ ਉੱਥੇ, ਸਮਝੇ ਨਾ, ਪੂਰਾ ਨਹਾ ਨੂੰ ਕੇ, ਮਤਲਬ ਉਸੇ ਤਰ੍ਹਾਂ ਆਪਾਂ ਪਿੰਡ ਜਾ ਕੇ ਕਰਦੇ ਹਾਂ। ਹੌਲੀਡੇ ਹੈ ਸਾਡੀ ਜੀ। ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਹੌਲੀਡੇ ਸਪੋਰਟ ਆ, ਉਹ ਕਹਿੰਦੇ ਵੀ ਇਹਨਾਂ ਦੀ ਜ਼ਿੰਦਗੀ ਬਾਹਰ ਵੀ ਇਦਾਂ ਹੀ ਆ, ਤੇ ਜਦੋਂ ਸਾਡੀ ਬਾਹਰ ਆ ਕੇ ਉਹ ਗੰਬੂਟ ਚ ਪੈਰ ਕੱਢੀ ਦੇ ਆ, ਉਹ ਸਾਨੂੰ ਵੀ ਪਤਾ ਹੁੰਦਾ। ਔਰ ਜਿਹੜੇ ਬੰਦੇ, ਉਹਦਾ ਕਹਿਣਾ ਨਹੀਂ ਚਾਹੀਦਾ, ਗੱਲ ਕਈ ਵਾਰੀ ਦੂਰ ਤੇ ਚੱਲਦੀ। ਮੈਨੂੰ ਚੇਤਾ ਵੀ ਸਾਡਾ ਜਿਹੜਾ ਪ੍ਰਵਾਸੀ ਮਜ਼ਦੂਰ ਸਾਡੇ ਹਵੇਲੀ ਹੁੰਦਾ ਸੀ, ਉਹਨੇ ਜਦੋਂ ਆਪਣੇ ਬਿਹਾਰ ਦੀ ਸਿਆਲਦਾ ਐਕਸਪ੍ਰੈਸ ਫੜ ਕੇ ਜਲੰਧਰੋਂ ਜਾਣਾ, ਤੇ ਉਹਨੇ ਵੀ ਜਿਹੜੀ ਪੰਜਾਬ ਦੀ ਕਹਿੰਦੀ ਘਾਉਂਦੀ ਜਿਹੜੀ ਬੋਤਲ ਆ, ਉਹ ਉਹਨੇ ਉੱਪਰੋਂ ਮਤਲਬ ਬਕਾਇਦਾ ਸ਼ੋਕੇਸ ਕਰਦੀ ਹੋਣੀ, ਉਹਦੇ ਬੈਗ ਚੋਂ ਝਾਤੀਆਂ ਮਾਰਦੀ ਹੋਣੀ ਵੀ ਪਿੰਡ ਜਦੋਂ ਉਤਰੂਗਾ ਜਾ ਕੇ ਤਾਂ ਪਤਾ ਲੱਗੇ ਵੀ ਉੱਥੇ ਇਹੀ ਪੀਂਦਾ ਰੋਜ਼। ਸੋ ਇਹ ਕੁਦਰਤੀ, ਮੈਂ ਕਹਿੰਦਾ ਮਨ ਦੀ ਇਹ ਅਵਸਥਾ ਕਹਿ ਲਓ। ਹਾਸੇ ਵਾਲੀ ਗੱਲ ਮੈਂ ਦੱਸਦਾ, ਮੈਂ ਸ਼ਵਾਸ ਦੀ ਲੈ ਗਿਆ ਬੋਤਲ ਆਪਣੇ ਚਾਚਾ ਤਾਇਆਂ ਲਈ, ਮੁੰਡਿਆਂ ਲਈ ਨਾ, ਮੇਰੇ ਭਰਾਵਾਂ ਲਈ, ਠੀਕ ਹੈ। ਉਹ 2 ਬੋਤਲਾਂ ਉਹ $80 ਦੀਆਂ, ਉਸ ਵਿੱਚ 3 ਖਰਾ ਲੈ ਕੇ ਜਾ ਸਕਦਾ, ਉਹ ਮੈਂ 3 ਖਰਾ 2 ਲੈ ਗਿਆ ਜੀ। ਉਹ ਇੱਕ ਮੈਂ ਆਪਣੇ ਕੋਲ ਰੱਖ ਲਈ, 2 ਉੱਥੇ ਫੜਾਤੀ, ਉਹ ਸਾਰੀ ਰਾਤ 2 ਦਿਨਾਂ ਚ ਹੀ ਪੀ ਗਿਆ। ਉਹ ਕਦੇ ਚੜ੍ਹਦੀ ਲੈ ਰਹੀ ਜੇ। ਸੋ ਗੱਲ ਹੋਰ ਪਾਸੇ ਚਲੀ ਗਈ। ਆਪਾਂ ਜਦੋਂ ਮਹਿੰਗਾਈ ਦੀ ਗੱਲ ਕਰਦੇ ਆ ਮੁਖਤਿਆਰ ਜੀ, ਇਹ ਜਿਹੜੀ ਮਹਿੰਗਾਈ ਆ, ਹੁਣ ਸਪਲਾਈ ਚੇਨ ਦੀਆਂ ਗੱਲਾਂ ਚੱਲ ਪਈਆਂ। ਸਵੇਰੇ ਪ੍ਰਮੁੱਖ ਅਖਬਾਰ ਦੇ ਵਿੱਚ ਇਹ ਗੱਲਾਂ ਆ ਗਈਆਂ ਵੀ ਜਿਹੜਾ ਟਾਇਲਟ ਰੋਲ ਆ ਜੀ, ਉਹ ਹਫ਼ਤੇ ਕਿਤੇ ਮੁੱਕ ਜਾਣਾ, ਵੀ ਜਿਹੜਾ ਗੁਆਂਢੀ ਮੁਲਕ ਦੇ ਵਿੱਚ ਖਿੱਚਾ ਧੋਈ ਹੁੰਦੀ ਸੀ, ਇੱਥੇ ਵੀ ਹੋ ਸਕਦੀ ਹੈ ਸੁਪਰਮਾਰਕੀਟਾਂ ਦੇ ਵਿੱਚ। ਹੁਣ ਇਹਦਾ ਇਲਾਜ ਕੀ ਆ? ਲੋਕੀ ਕਰਨ ਕੀ? ਕਿੱਥੇ ਚੱਲ ਜਾਣਾ? ਆਪਣੇ ਕੋਲ ਤਾਂ ਸਿੱਧਾ ਹੀ ਆ, ਉਹ ਤਾਂ ਕਹਿਣ ਦੀ ਲੋੜ ਹੀ ਨਹੀਂ। ਫਿਰ ਸਮਝਣ ਵਾਲੇ ਸਮਝ ਗਏ, ਆਪਣੇ ਸਮਝਣ ਵਾਲੇ ਸਮਝ। ਬਿਲਕੁਲ। ਤੇ ਪਾਣੀ ਥੋੜੇ ਮੁੱਕ ਗਿਆ, ਬਿਲਕੁਲ, ਅਸੀਂ ਤਾਂ ਹੋਰ ਤਰੀਕੇ ਨਾਲ ਕਰ ਲਾਂਗੇ ਕੰਮ। ਸਵਾਲ ਇਸ ਗੱਲ ਦਾ ਹੈਗਾ ਆ ਕਿ ਮੈਂ ਤਾਂ ਹੈਰਾਨ ਇਸ ਗੱਲ ਤੋਂ ਆ, ਜਿਹੜੀ ਕੰਟਰੀ ਜਿੱਦਣ ਪਹਿਲੇ ਦਾ ਲਾਕਡਾਊਨ ਲੱਗਾ ਵਰਲਡ ਦੇ ਉੱਤੇ, ਸਭ ਤੋਂ ਟਾਇਲਟ ਰੋਲ ਬਣਦੇ ਵੀ ਇੱਥੇ ਹੀ ਆ, ਬਣਦੇ ਆ ਵੀਰੀ ਚ। ਔਰ ਕਮਾਲ ਦੀ ਗੱਲ, ਮੈਂ ਬੱਬਾ ਜਿਹੜੀ ਉਹ ਕਰ ਲੱਗਾ ਨਾ, ਆਸਟ੍ਰੇਲੀਆ ਦੇ ਵਿੱਚ ਘੁਸਾਉਣ ਨੂੰ ਮੁੱਕੀ ਟਾਇਲਟਾਂ ਦੇ ਉੱਤੇ, ਬਹੁਤ ਬੁਰਾ ਹਾਲ, ਟਾਇਲਟ ਪੇਪਰ ਲਈ ਲੜਨ ਲੱਗ ਪਏ। ਮੈਂ ਫਿਰ ਆਪਣਾ ਸਿਰ ਫੜਿਆ ਕਿ ਮੈਂ ਸੱਚਮੁੱਚ ਇੱਕ ਸਿਵਲਾਈਜ਼ਡ ਕੰਟਰੀ ਚ ਰਹਿ ਰਿਹਾ। ਨਹੀਂ, ਸਾਡੇ ਅੰਦਰੋਂ ਜਿਹੜਾ ਸ਼ੈਤਾਨ ਆ ਜਾਗ ਪੈਂਦਾ। ਉਹ ਕੀ ਹੈਗਾ? ਇਹਦਾ ਮਤਲਬ ਲੋਕਾਂ ਨੂੰ ਡਿਸਪਲਿਨ ਚ ਬੰਨਿਆ ਹੀ ਨਹੀਂ, ਜੁੱਤੀ ਤੇ ਜ਼ੋਰ ਹੈਗਾ, ਪਸ਼ੂ ਹੀ ਆ ਬੰਦਾ ਪੂਰੀ ਦੁਨੀਆ ਦੇ ਉੱਤੇ। ਸੋ ਇਸ ਕੀ ਕਰਕੇ ਜਿਹੜਾ ਟਾਇਲਟ ਰੋਲ ਦਾ ਜਿਹੜਾ ਹੋਰ ਦਾ ਹੈਗਾ, ਮੈਨੂੰ ਇਦਾਂ ਲੱਗ ਰਿਹਾ, ਮੇਰੀ ਫੀਲਿੰਗ ਹੈ, ਇਹ ਸ਼ਾਇਦ ਤੁਹਾਨੂੰ 4 ਮਹੀਨੇ ਤੱਕ ਇਹ ਵੀ ਪਤਾ ਲੱਗ ਜਾਣੀ, ਜਿੱਦਾਂ ਪਿਛਲਾ ਪ੍ਰੋਗਰਾਮ ਕੀਤਾ ਸੀ ਆਪਾਂ GFC ਦੀ ਗੱਲ ਕੀਤੀ ਸੀ, ਜਿਹੜਾ ਗ੍ਰੇਟ ਫਾਈਨਾਂਸ ਇੰਟਰਸਟ ਰੇਟ ਦੀ ਗੱਲ ਕੀਤੀ ਸੀ, ਤੇ ਘਰਾਂ ਦੇ ਡਿੱਗਣ ਦੀ ਗੱਲ ਕੀਤੀ ਸੀ। ਔਰ ਜਿਹੜੀ ਫਲਿੱਪਰ ਹੈ ਅੱਜ, ਬੱਬਲ ਜਿਹੜੀ ਬੁਰੀ ਤਰ੍ਹਾਂ ਉਹ ਥੱਲੇ ਤੱਕ ਆ ਚੁੱਕੀ ਹੈ। ਤੁਹਾਨੂੰ ਸਾਰੇ ਅਸੀਂ ਕੇਸ ਸਟੱਡੀਜ਼ ਦੇ ਸਕਦੇ ਹਾਂ, ਤੁਸੀਂ ਕੇਸ ਸਟੱਡੀ ਕਰਕੇ ਦੇਖਿਆ ਕਰੋ। ਜਿਹੜੇ ਲੋਕ ਨਹੀਂ ਬੋਲਦੇ ਹੋਣਗੇ, ਬਿਲਕੁਲ ਸਹੀ, ਠੀਕ ਹੈ। 3 ਲੱਖ ਤੱਕ ਵੀ ਲੋਕਾਂ ਨੇ ਘਾਟਾ ਪਾਇਆ ਆ 3 ਵੀਕਾਂ ਦੇ ਵਿੱਚ, 2 ਵੀਕਾਂ ਦੇ ਵਿੱਚ। ਮੇਰੇ ਕੋਲ ਕੇਸ ਹੈ, ਬਿਲਕੁਲ ਠੀਕ ਹੈ। ਅੱਛਾ, ਬੈਂਕਾਂ ਵੀ ਮੁਕਰ ਲਾ ਪਈਆਂ, ਬੈਂਕਾਂ ਜਿਹੜੀਆਂ ਕਮਰਸ਼ੀਅਲ ਪਾਸੇ ਨੂੰ ਵੀ, ਰੈਜ਼ੀਡੈਂਸ਼ੀਅਲ ਪਾਸੇ ਨੂੰ ਵੀ, ਬੈਂਕਾਂ ਨੇ ਚਟਕਣੀ ਲਾ ਲਈ ਅੰਦਰ। ਉਹਦਾ ਕਾਰਨ ਹੈ, ਬੈਂਕ ਇਹ ਕਹਿੰਦੀ ਆ ਕਿ ਤੁਹਾਨੂੰ ਅਸੀਂ 70% ਦੇਤਾ, 1 ਮਿਲੀਅਨ ਤੇ ਹਰੇਕ ਦੇ ਲੋਨ ਰੱਖ ਦਿੱਤਾ। ਉਹ ਕਹਿੰਦੇ ਅਸੀਂ ਦਿੱਤਾ ਤੁਹਾਨੂੰ, ਪਤਾ ਕਿੰਨਾ ਲੋਨ? 1.79 ਤੇ ਚੱਲਿਆ ਇੱਥੇ ਰੱਖ। ਹੁਣ ਜਾ ਕੇ ਇਹ 5 ਤੱਕ ਚਲਾ ਗਿਆ, ਜਿਹਦੇ ਚ 20% ਡਿਪੋਜ਼ਿਟ ਨਹੀਂ ਹੈਗਾ, 5 ਤੱਕ ਜਾਂਦਾ। ਉਹ ਕਹਿੰਦੇ ਵੀ ਸਾਲ ਦੇ ਲਈ ਲੋਕਾਂ ਨੇ ਲੈ ਲਿਆ, ਠੀਕ ਹੈ। ਜਦੋਂ ਤੋਂ ਰੀਫਾਈਨਾਂਸ ਕਰਨਾ ਆ, ਉਹਨਾਂ ਦਾ ਮਹਾਰਾਜ ਜੇ ਪ੍ਰੋਫਿਟ ਹੀ ਇੰਨਾ ਹੋ ਗਿਆ ਕਿ ਉਹਨਾਂ ਨੂੰ ਹੁਣ ਲੋਨ ਦੇਣ ਦੀ ਲੋੜ ਹੀ ਨਹੀਂ ਸਾਲ ਤੱਕ, ਠੀਕ ਹੈ। ਇਸ ਕਰਕੇ ਉਹਨਾਂ ਨੇ ਆਪਣੀ ਕੈਲਕੂਲੇਸ਼ਨ ਕਰ ਲਈ ਆ, ਜਿਹੜੇ ਉਹਨਾਂ ਦੇ ਬੈਨੀਫਿਟ ਸੀ ਉਹ ਆ ਚੁੱਕੇ ਆ ਆਲਰੇਡੀ, ਕਿਉਂਕਿ ਤੁਸੀਂ ਹੁਣ ਸ਼ਿਫਟਾਂ 2 ਲਾਉਣੀਆਂ। ਬਿਲਕੁਲ ਸਹੀ, ਆਹ ਮਸਲਾ ਖੜਾ ਹੋ ਗਿਆ। ਬਿਲਕੁਲ ਸਹੀ ਜੀ। ਮੈਨੂੰ ਇਹ ਲੱਗਦਾ ਕਿ ਅਗਲਾ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਆ, ਜਿਵੇਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ, ਇਹਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਆ। ਇਹਦੇ ਵਿੱਚ ਬਹੁਤ ਜ਼ਿਆਦਾ ਵਿਜੀਲੈਂਟ ਰਹਿ ਕੇ ਤੁਸੀਂ ਜਿਹੜੀਆਂ ਪਾਲਿਸੀ ਸਰਕਾਰ ਅਨਾਉਂਸ ਕਰਦੀ ਆ, ਚਾਹੇ ਕੋਈ ਇਨਵੈਸਟਰ ਆ, ਚਾਹੇ ਕੋਈ ਫਸਟ ਹੋਮ ਬਾਇਰ ਆ, ਉਹ ਕੋਸ਼ਿਸ਼ ਇਹੀ ਕਰੇ ਕਿ ਆਪਣੀਆਂ ਲੋੜਾਂ ਨੂੰ ਸੀਮਤ ਰੱਖ ਕੇ, ਜੇ ਹੋ ਸਕਦਾ ਤੇ 4 ਪੈਸੇ ਬਚਾ ਕੇ ਪੱਕੇ ਪੈਰੀ ਨੂੰ ਹੱਥ ਪਾਵੇ। ਕਿਉਂਕਿ ਬੱਚਤ ਦੇ ਨਾਲ ਵੱਡੀ ਗੱਲ ਇਹ ਹੈ ਕਿ ਉਹਨੂੰ ਲਾਈਫ ਸਟਾਈਲ ਦੇ ਵਿੱਚ ਢਾਲ ਕੇ ਰੱਖਣਾ ਜ਼ਰੂਰੀ ਹੈ। ਜਿੰਨੀ ਵੱਡੀ ਕਿਸ਼ਤ ਜਿਹੜੀ ਆ ਬੈਂਕ ਵਾਲੇ ਨੇ ਤੁਹਾਨੂੰ ਦੇਣ ਲਈ ਕਹਿਣਾ, ਉਹ ਹੋ ਸਕਦਾ ਆਪਣੇ ਲਈ ਆਪਾਂ ਔਖੇ ਹੋਈਏ, ਬੱਚਿਆਂ ਦੇ ਲਈ ਉਹ ਸਾਰੀ ਜਿਹੜੀ ਗੱਲਬਾਤ ਆ ਉਹਨੂੰ ਸ਼ਾਇਦ ਅੱਗੇ ਨਾ ਪਹੁੰਚਾ ਸਕੀਏ। ਸੋ ਅੱਗੇ ਚੱਲ ਕੇ ਅਸੀਂ ਇੱਕ ਗੱਲਬਾਤ ਜਿਹੜੀ ਆ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ। ਮੁਖਤਿਆਰ ਜੀ ਦੀ ਇੱਕ ਖਾਸ ਤੌਰ ਤੇ ਬੜੀ ਖੂਬਸੂਰਤ ਰਚਨਾ, ਉਹਨਾਂ ਦੀ ਜ਼ਬਾਨੀ, ਉਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਅਸੀਂ ਆਗਿਆ ਲਵਾਂਗੇ। ਮੈਂ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਤੁਮਨੂੰ ਦੀ ਦਾਤੀ ਨਾਲ ਵੱਟ, ਜੇ ਅਸੀਂ ਅੰਨ ਉਗਾ ਸਕਦੇ ਹਾਂ ਤਾਂ ਅਸੀਂ ਫੇਰ ਭੁੱਖ ਵੀ ਸਕਦੇ ਹਾਂ, ਅਸੀਂ ਫੇਰ ਭੁੱਖਾਂਗੇ। ਤੁਮਨੂੰ ਦੀ ਦਾਤੀ ਨਾਲ ਵੱਟ, ਅਸੀਂ ਦੂਰ ਸਵਾਏ ਹੋਵਾਂਗੇ, ਅਸੀਂ ਬੀਜਾਂ ਚੋਂ ਫੇਰ ਨਾਲ ਵੱਟ, ਖੁਦ ਅਸੀਂ ਦੂਰ ਸਵਾਏ ਹੋਵਾਂਗੇ।
ਫੇਰ ਉਗਾਵਾਂਗੇ। ਅਸੀਂ ਨਦੀਨ ਪੁੱਟ ਕੇ ਸੁੱਟਿਆ ਆਪਣੀਆਂ ਫਸਲਾਂ ਨੂੰ ਬਚਾਉਣ ਲਈ। ਕਿਆ ਬਾਤ। ਨਦੀਨ ਸਾੜਨ ਦੇ ਲਈ ਅਸੀਂ ਆਪ ਹੀ ਕੀ ਕਰ ਸਕਦੇ। ਅਸੀਂ ਫੇਰ ਉਗਾਵਾਂਗੇ। ਸਾਡੀ ਜੱਟੀ ਮਿੱਟੀ ਨਾਲ ਰਿਸ਼ਤਾ ਹੈ ਤੇ ਮਿੱਟੀ ਦਾ ਰੰਗ ਸਾਡਾ ਆਪਣਾ ਰੰਗ। ਤੇਰੇ ਰੰਗਾਂ ਦੀ ਰਾਜਨੀਤੀ ਸਾਡੇ ਰੰਗ ਨੂੰ ਫਿੱਕਾ ਨਹੀਂ ਕਰ ਸਕਦੀ। ਸਾਡਾ ਕੁਦਰਤੀ ਤੇ ਅਸੀਂ ਫੇਰ ਬਿਲਕੁਲ ਦੋਸਤੋ, ਸਾਡਾ ਰੰਗ ਕੁਦਰਤੀ ਹੈ, ਅਸੀਂ ਫੇਰ ਉਗਾਵਾਂਗੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਅਵਤਾਰ ਤਰਕਸ਼ੀਲ ਹੋਣਾ ਦਾ ਬਹੁਤ ਧੰਨਵਾਦ ਤੇ ਹੋਰ ਵੀ ਜਿੰਨੇ ਮਿੱਤਰ ਪਿਆਰੇ ਜੁੜੇ ਹੋਏ ਸਨ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਾਅਦ ਵਿੱਚ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਵੀ ਕਰ ਸਕਦੇ ਹੋ। ਨਿਊਜ਼ੀਲੈਂਡ ਦੀ ਇਕਨੋਮੀ ਦੇ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਜਿਹੜੇ ਸਾਡੀਆਂ ਬੰਦ ਬੈਠਕਾਂ ਦੀਆਂ ਚਰਚਾਵਾਂ ਦਾ ਹਿੱਸਾ ਬਣਦੇ ਨੇ, ਉਸ ਤੋਂ ਕਿਤੇ ਉੱਪਰ ਜਾ ਕੇ ਇਹ ਚਰਚਾ ਜਿਹੜੀ ਹੈ ਉਹ ਅਸਲੀਅਤ ਦੇ ਬਿਲਕੁਲ ਨਜ਼ਦੀਕ ਲਿਆਉਣ ਦੀ ਕੋਸ਼ਿਸ਼ ਦਾ ਇੱਕ ਹਿੱਸਾ ਸੀ। ਸੋ ਮੈਂ ਉਮੀਦ ਕਰਦਾ ਹਾਂ ਕਿ ਜਿਹੜੀ ਕੋਈ ਗੱਲਬਾਤ ਜਿਸ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਫੀਡਬੈਕ ਦੇਣੀ ਬਣਦੀ ਹੈ, ਰਾਏ ਦੇਣੀ ਬਣਦੀ ਹੈ, ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ, ਸਹਿਯੋਗ ਦੇਣ ਦੇ ਲਈ, ਹਮਾਇਤ ਦੇ ਲਈ, ਹਦਾਇਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਮੁਖਤਿਆਰ ਜੀ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ। ਤੁਸੀਂ ਸਮਾਂ ਕੱਢ ਕੇ ਇਹ ਜਿਹੜੀ ਗੱਲਬਾਤ ਹੈ ਆਪਣੇ ਪਿਆਰਿਆਂ ਦੇ ਸਾਹਮਣੇ ਰੱਖੀ, ਕਿਉਂਕਿ ਇੱਕ ਫਰਜ਼ ਜਿਹੜਾ ਨਿਭਾਉਣਾ ਮੇਰੇ ਖਿਆਲ ਉਹੀ ਧਰਮ ਹੁੰਦਾ ਬੰਦੇ ਦਾ। ਸੋ ਮੈਨੂੰ ਲੱਗਦਾ ਕਿ ਤੁਸੀਂ ਬਖੂਬੀ ਆਪਣਾ ਧਰਮ ਨਿਭਾ ਰਹੇ ਹੋ। ਬਹੁਤ ਮਿਹਰਬਾਨੀ। ਧੰਨਵਾਦ ਸਾਰੇ ਜਿਹੜੇ ਸੁਣਨ ਵਾਲੇ ਆ ਨਾ ਸਾਡੇ, ਤੇ ਖਾਸ ਕਰ ਆਪਣੇ ਯੰਗ ਭੈਣ ਭਰਾ ਜਿਹੜੇ ਹੈਗੇ ਆ, ਨਵੇਂ ਪੱਕੇ ਹੋ ਰਹੇ ਆ ਤੇ ਜਿਹੜੇ ਪੱਕੇ ਹੋਣਾ ਉਹਨਾਂ ਸਾਰਿਆਂ ਨੂੰ ਮੁਬਾਰਕ ਹੈ। ਸਾਡੇ ਇਸ ਖੂਬਸੂਰਤ ਦੇਸ਼ ਦਾ ਹਿੱਸਾ ਜ਼ਰੂਰ ਬਣੋ, ਪਰ ਇਹਦੀ ਸੋਸ਼ੋ ਇਕਨੋਮਿਕਸ ਨੂੰ ਸਮਝੋ ਜ਼ਰੂਰ, ਔਰ ਇਹਦੀ ਸਮੀਕਰਨ ਨੂੰ ਸਮਝ ਕੇ ਹੀ ਤੁਸੀਂ ਕਦਮ ਪੱਟਣਾ ਆਪਣਾ। ਬਿਲਕੁਲ ਇੰਨੀ ਜ਼ਰੂਰ ਬੇਨਤੀ ਹੈਗੀ ਆ। ਫਿਰ ਤੁਸੀਂ ਜੀਵਨ ਨੂੰ ਥੋੜਾ ਸੁਖਦ ਬਣਾ ਸਕਦੇ ਆ। ਸਾਦਾ ਰਹੋ ਜਿੰਨਾ ਵੀ ਰਹਿ ਸਕਦੇ ਆ, ਜਿੰਨੀ ਘੱਟ ਤੋਂ ਘੱਟ ਆਪਾਂ ਕੋਈ ਕਿਸੇ ਗੱਲ ਦੇ ਉੱਤੇ ਖਰਚਾ ਕਰੀਏ, ਕਿਉਂਕਿ ਆਉਣ ਵਾਲੇ 25 ਤੋਂ 24-25 ਜਿਹੜਾ ਆ ਉਹ ਇਹ ਵੱਡੇ ਲੋਕ ਹੀ ਕਹਿੰਦੇ ਭਰਾਵਾ ਮੈਂ ਤਾਂ ਪੜ੍ਹ ਕੇ ਹੀ ਕਹਿੰਦਾ ਇਹ ਖਤਰਨਾਕ ਆ ਰਿਹਾ। ਸੋ ਇਸ ਕਰਕੇ ਧੰਨਵਾਦ ਸਾਰਿਆਂ ਦਾ, ਸਾਰੇ ਉਹ ਭੈਣਾਂ ਭਰਾਵਾਂ ਦਾ ਜਿਹੜੇ ਇਸ ਵੇਲੇ ਆਪਣਾ ਲੰਗਰ ਬਣਾ ਰਹੇ ਜਾਂ ਛਕ ਲਿਆ। ਬਿਲਕੁਲ ਸਹੀ ਮੁਖਤਾਰ ਜੀ। ਅਸੀਂ ਪ੍ਰੋਗਰਾਮ ਦੇ ਵਿੱਚ ਦੇਵ ਸ਼ਰੀਫਪੁਰੀਆ ਉਹਨਾਂ ਨੂੰ ਸ਼ਾਮਲ ਕਰਦੇ ਹਾਂ, ਪਵਿੱਤਰ ਸਿੰਘ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਤੇ ਨਾਲ ਹਰਜੀਤ ਕੌਰ ਉਹਨਾਂ ਨੂੰ, ਠਾਕੁਰ ਅਜੀਤ ਸਿੰਘ ਉਹਨਾਂ ਨੂੰ, ਕਾਲਾ ਬਰਾੜ ਵੀਰ ਨੂੰ, ਕਰਨ ਸਿੰਘ, ਪਰਮ ਸਿੰਘ, ਜਸਵੀਰ ਰਿਸ਼ਪਾਲ ਢਿੱਲੋਂ, ਅਮਨ ਗਿੱਲ ਮੋਗਾ ਤੋਂ ਸਾਡੀ ਭੈਣ, ਜਗਵੀਰ ਰਾਮਾ ਜੀ ਤੇ ਭਾਜੀ ਅਮਰੀਕ, ਜਸਕਮਲ ਸਮਰਾ, ਮਨੀ ਸੰਧੂ ਤੇ ਐਸ ਕੌਰ, ਮਨਪ੍ਰੀਤ ਸਵੱਦੀ, ਚਮਕੌਰ ਗਿੱਲ ਛੰਨਾ ਵਾਲੀ ਇੰਡੀਆ ਤੋਂ ਸੁਣ ਰਹੇ ਸੀ ਜੀ, ਸਤਿੰਦਰ ਮਨਹਾਸ, ਮਨਦੀਪ ਸਿੰਘ ਹੋਣੀ ਤੇ ਨਿਮੀ ਬੇਦੀ ਉਹਨਾਂ ਨੂੰ ਪ੍ਰੋਗਰਾਮ 'ਚ ਖੜੇ ਸਲੀਕੇ ਨਾਲ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ। ਤੇ ਮੈਂ ਵੀ ਉਮੀਦ ਕਰਦਾ ਮੁਖਤਿਆਰ ਜੀ ਕਿ 3 ਮਹੀਨੇ ਨਹੀਂ ਬਲਕਿ ਆਪਾਂ 2 ਮਹੀਨੇ ਦੇ ਸਮੇਂ ਤੋਂ ਬਾਅਦ ਇਹਨਾਂ ਨਾਜ਼ੁਕ ਸਮਿਆਂ ਦੇ ਵਿੱਚ ਸਾਡੀ ਜਿਹੜੀ ਗੱਲਬਾਤ ਆ ਉਹ 2 ਮਹੀਨੇ ਤੋਂ ਬਾਅਦ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਹਿਸਾਬ ਨਾਲ ਸਰੋਤੇ ਇਸ ਗੱਲਬਾਤ ਨੂੰ ਪਸੰਦ ਕਰਦੇ ਨੇ, ਆਪਣਾ ਹੁੰਗਾਰਾ ਦਿੰਦੇ ਨੇ, ਉਹ ਹੋਰ ਗੱਲਾਂ ਜਿਹੜੀਆਂ ਨੇ ਅੰਦਰ ਦੀ ਤਹਿ ਤੋਂ ਸੁਣਨੀਆਂ ਚਾਹੁੰਦੇ ਆ। ਤੇ ਤੁਹਾਨੂੰ ਇਹ ਨਫਸ ਹਾਸਲ ਹੈ ਕਿ ਤੁਸੀਂ ਇਹ ਸਾਰੀਆਂ ਗੱਲਾਂ ਬਾਤਾਂ ਤੇ ਆਪਣੀ ਪਕੜ ਰੱਖਦੇ ਹੋ ਤੇ ਹਾਲਾਂਕਿ ਇਹਦੇ ਵਿੱਚ ਕੱਢਣ ਪਾਉਣ ਨੂੰ ਤੁਹਾਡੇ ਕੋਲ ਕੁਝ ਨਹੀਂ। ਇਹਦੇ ਲਈ ਤੁਸੀਂ ਲੰਮਾ ਸਮਾਂ ਆਪਣਾ ਜਿਹੜਾ ਇਨਵੈਸਟ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਡੇ ਸਰੋਤਿਆਂ ਲਈ ਲੱਭ ਕੇ ਲਿਆਉਣੇ ਆ। ਸੋ ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸਾਡੀ ਪੂਰੀ ਟੀਮ ਤੁਹਾਡਾ ਬਹੁਤ ਧੰਨਵਾਦ ਕਰਦੀ ਹੈ ਜੀ। ਧੰਨਵਾਦ, ਥੈਂਕ ਯੂ। ਆਉਂਦੇ ਸਮਿਆਂ ਦੇ ਵਿੱਚ ਜਿਹੜੀਆਂ ਇੱਕ ਫਿਲਮਕਾਰ ਹੋਣ ਦੇ ਨਾਤੇ ਮੁਖਤਿਆਰ ਹੋਣਾ ਦੀਆਂ ਜਿਹੜੀਆਂ ਪਰਤਾਂ ਨੇ ਉਹਨਾਂ ਉੱਤੇ ਵੀ ਚਰਚਾ ਹੋਏਗੀ। ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀ ਇਹਨਾਂ ਦੀ ਟੀਮ ਵੱਲੋਂ ਵੱਖ-ਵੱਖ ਫਿਲਮਾਂ ਬਣਾਈਆਂ ਗਈਆਂ ਨੇ ਉਹਨਾਂ ਉੱਤੇ ਅਸੀਂ ਗੱਲਬਾਤ ਕਰਾਂਗੇ। ਇੱਕ ਪੋਸਟਰ ਸਾਡੇ ਕੋਲ ਹੈ ਜੀ ਦਮੇਲ ਫਿਲਮ ਦਾ, ਜਿਹੜੀ ਇਨਸਾਨੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਇਨਸਾਨ ਦੀ ਮਾਨਸਿਕਤਾ ਨੂੰ ਲੈ ਕੇ ਕੀ ਕੁਝ ਖਿਆਲ ਜਿਹੜੇ ਨੇ ਉਸ ਦੇ ਕਿਵੇਂ ਮੂਡ ਸਵਿੰਗ ਹੁੰਦੇ ਨੇ ਔਰ ਰੂਟ ਕਾਜ਼ ਉਸ ਦਾ ਕੀ ਹੈ, ਉਹਦੇ ਉੱਤੇ ਫਿਲਮ ਦਮੇਲ ਬਣੀ ਹੈ। ਗੱਲਬਾਤ ਦੌਰਾਨ ਬਲੈਕ ਹੋਲ ਦੇ ਉੱਤੇ ਵੀ, ਔਰਤ ਤੇ ਉਹਦੇ ਸਬਰ ਸੰਤੋਖ ਦੇ ਉੱਤੇ, ਹਾਂਜੀ ਉਹਦੇ ਸਬਰ ਸੰਤੋਖ ਤੇ ਖੰਡਤ ਹੁੰਦੇ ਰਿਸ਼ਤੇ ਦੇ ਉੱਤੇ, ਇਹਦੇ ਚ ਕੀ ਇਨਗਰੀਡੀਐਂਟਸ ਹੈਗੇ, ਕਿਹੜੇ ਫੈਕਟਰ ਮੌਜੂਦ ਹੈ, ਉਹਦੇ ਉੱਤੇ 13 ਮਿੰਟ ਦੀ ਫਿਲਮ ਜਿਹੜੀ ਹੈ ਤੁਹਾਡੀ ਨਜ਼ਰ ਕਰਾਂਗੇ। ਆਉਂਦੇ ਸਮਿਆਂ ਦੇ ਵਿੱਚ ਨਿਊਜ਼ੀਲੈਂਡ ਦੀ ਆਰਥਿਕਤਾ ਹੀ ਨਹੀਂ ਬਲਕਿ ਦੁਨੀਆ ਦੀ ਆਰਥਿਕਤਾ ਨੂੰ ਖਾਸ ਤੌਰ ਤੇ ਪ੍ਰਭਾਸ਼ਿਤ ਕਰਦੀ ਫਿਲਮ ਬਲੈਕ ਹੋਲ ਦੇ ਉੱਤੇ ਵੀ ਚਰਚਾ ਜਿਹੜੀ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਰਾਂਗੇ। ਤੇ ਤੁਹਾਡਾ ਸਾਡਾ ਰੱਬ ਰਾਖਾ। ਮੈਂ ਉਮੀਦ ਕਰਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗਲਤੀਆਂ ਰਹਿ ਗਈਆਂ ਉਹਨਾਂ ਨੂੰ ਤੁਸੀਂ ਨਹੀਂ ਚਿਤਾਰੋਗੇ ਤੇ ਆਉਣ ਵਾਲੇ ਸਮੇਂ ਦੇ ਲਈ ਆਪਣੀ ਰਾਏ ਜ਼ਰੂਰ ਦੇਣੀ ਤਾਂ ਕਿ ਅਸੀਂ ਹੋਰ ਬਿਹਤਰ ਢੰਗ ਨਾਲ ਇਸ ਨੂੰ ਪੇਸ਼ ਕਰ ਸਕੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।